सत श्रीकाल मैं संपाल जाली हमेशा की तरह तो स्वागत एवरी ट्यूसडे 11 ਤੋਂ 12 स्पेशल शो विद डॉक्टर राज ਦੇ ਨਾਲ बहुत इंटरेस्टिंग बड़े लोग जुड़ते हैं मैं हमेशा कहना मैं टाइम जाया नहीं करना बिकॉज डॉक्टर जी अज लाइव स्टूडियो बैठे ने तो उन्होंने फायदा उठाने हैं तो प्लीज़ तुम कॉल करना है बाय ऑल मीनस गिव अस अ कॉल अगर तुम डॉक्टर जी गल करनी है 012155110001 से कॉल करो तो अगर टॉक करनी है प्लीज़ मेक श्योर 11 से 12 बीच जो शो चल रहा है उधर कॉल कर सको नॉट ऑन द लास्ट मिनट कई दफ़ा फिर मौका नहीं लगता कॉल थ्रू पाते क्योंकि काफ़ी क्यूच लगे होंगे ने कॉल वगैरह चलो डॉक्टर का स्वागत करके असी शो के लैके जाते डॉक्टर जी वाहिगुरू जी का खालसा वाहिगुरू जी की फतेह वाहिगुरू जी का खालसा वाहिगुरू जी की फतेह अपनी अपनी तो इस साल पहली दफ़ा मुलाकात हुई है तो वेरी हैप्पी न्यू ईयर हाँ डॉक्टर जी हैप्पी न्यू ईयर हैप्पी न्यू ईयर ये देखो असि पहले भी गल करते सी कोई तो हुण 15-20 दिन भी मिलेगा पहली दफ़ा तो उन्होंने तो कहना ही पेगा हाँ ना जी विश तो करना पड़ेगा विश तो कहना करना That's right. नहीं एक गल हो जाती है डॉक्टर जी असि ना देखो बड़ा सिंपल फर्ज मानते हैं कि असि ना हैप्पी न्यू कह दिए हाँ जी ਇਹ ਐਤਕੀ ਜਿਹੜਾ ਤੁਸੀਂ ਹੈਪੀ ਨਿਊ ਕਹਿ ਰਹੇ ਨਾ ਦਿਲੋਂ ਕਹੋ ਕਿਉਂਕਿ ਅਸੀਂ 2 ਸਾਲ ਬੜੀ ਤਕਲੀਫ ਉਠਾਈ ਹੈ ਭਾਜੀ ਉਹ 2 ਸਾਲ ਅਸੀਂ ਨਹੀਂ ਕਹਿ ਪਏ ਕਿਸੇ ਨੂੰ ਹੈਪੀ ਨਿਊ ਪਤਾ ਸੀ ਕਿ ਘਰੋਂ ਘਰ ਲੋਕ ਹਾਲੇ ਵੀ ਲੋਕ ਬੜੇ ਬਿਮਾਰ ਬੈਠੇ ਨੇ ਲੇਕਿਨ ਫਿਰ ਵੀ ਉਮੀਦ ਰੱਖਦੇ ਕਿ ਇਹਦਾ ਖਾਤਮਾ ਹੋਏਗਾ ਕਿ ਵੀਲ ਹੈਵ ਅ ਨਾਰਮਲ ਲਾਈਫ ਨਾਓ हाँ जी दैट्स राइट या सो बहुत औखा टाइम ਕੱਟਿਆ ਲੋਕਾਂ ਨੇ ਤੇ ਹੋਪਫੁਲੀ ਹੁਣ ਇਸ ਸਾਲ ਵਧੀਆ ਨਿਕਲੇਗਾ ਤੇ ਕਹਿੰਦੇ ਤਾਂ ਹੈ ਵੀ ਜਿਹੜਾ ਹੁਣ ਆ ਵੇਵ ਚੱਲ ਰਿਹਾ ਤੇ ਇਹ ਕੁਝ ਪਹਿਲਾਂ ਦੇ ਨਾਲੋਂ ਮਾਈਲਡਰ ਜਾਂ ਘੱਟ ਜ਼ਹਿਰੀਲਾ ਆ ਪਰ ਭਾਜੀ ਉਹਦੀ ਤਾਦਾਦ ਜਿਹੜੀ ਇਨਫੈਕਸ਼ਨ ਹੈ 200,000 ਤੋਂ ਉੱਪਰ 24 ਅਵਰਸ ਹੁੰਦੀ ਹੈ ਹਾਂਜੀ that's ਘਰੋਂ right. ਘਰ ਲੋਕ ਬਿਮਾਰ ਪਏ ਨੇ ਹਾਂਜੀ ਘਰੋਂ ਟ੍ਰਾਂਸਮਿਸ਼ਨ ਬਹੁਤ ਇਹਦੀ ਹੋ ਰਹੀ ਹੈ ਜ਼ਿਆਦਾ ਫਾਸਟ ਹਾਂਜੀ ਇਜ਼ ਇਟ ਬਿਕੋਜ਼ ਲੋਕੀ ਸਾਰੀ ਟੇਕ ਇਟ ਲਾਈਟਲੀ ਕਿ ਈਜ਼ੀ ਇਨਫੈਕਟ ਹੋ ਜਾਂਦਾ ਇਹਦੇ ਨਾਲ ਨਹੀਂ ਕਹਿੰਦੇ ਆ ਭਈ ਉਹ ਵਾਇਰਸ ਈਜ਼ੀਲੀ ਇਨਫੈਕਟ ਹੋ ਜਾਂਦਾ ਹੈ ਈਜ਼ੀ ਲਾਈਕ ਅ ਫਲੂ ਕੋਲਡ ਹਾਂਜੀ ਫਲੂ ਦੈਟਸ ਰਾਈਟ ਪਰ ਇਹ ਵੀ ਫੈਕਟਰ ਹੈਗਾ ਵੀ ਲੋਕੀ ਹੁਣ ਬਹੁਤ ਸੀਰੀਅਸ ਨਹੀਂ ਲੈ ਰਹੇ ਹੈਗੇ ਤੇ ਉਹ ਬਾਹਰ ਜਦੋਂ ਗੈਦਰਿੰਗਸ ਵਿੱਚ ਜ਼ਿਆਦਾ ਜਾਂਦੇ ਆ ਤੇ ਜਿੱਥੇ ਜ਼ਿਆਦਾ ਲੋਕੀ ਆ ਉੱਥੇ ਫਿਰ ਉਹ ਵੀ ਚਾਂਸ ਵੱਧ ਜਾਂਦਾ ਟ੍ਰਾਂਸਮਿਸ਼ਨ ਹੋਣ ਦਾ ਮੈਂ ਤਾਂ ਹੱਸਦਾ ਮੈਨੂੰ ਤਾਂ ਪ੍ਰਾਈਮ ਮਿਨਿਸਟਰ ਵੀ ਥੱਕ ਗਿਆ ਉਹ ਕਹਿੰਦਾ ਜਾਓ ਤੁਸੀਂ ਮੇਰੀ ਗੱਲ ਤਾਂ ਸੁਣਦੇ ਨਹੀਂ ਮੌਜਾਂ ਕਰੋ ਹਾਂਜੀ ਹੁਣ ਕਿੰਨੇ ਕੁ ਰਿਸਟ੍ਰਿਕਸ਼ਨ ਲਾਈ ਜਾਣ ਲੋਕੀ ਤੰਗ ਆ ਜਾਂਦੇ ਆ ਉਹੀ ਨਾ ਹੁਣ ਕੋਈ ਰਿਸਟ੍ਰਿਕਸ਼ਨ ਕਿਸੇ ਤਰ੍ਹਾਂ ਦੀ ਹੈਗੀ ਹੋਰ ਈਜ਼ੀ ਕਰੀ ਜਾ ਰਹੇ ਨੇ ਹੋਪਿੰਗ ਕਿ ਲੋਕ ਆਪ ਖੁਦ ਐਜੂਕੇਟ ਹੋ ਕੇ ਜ਼ਰਾ ਬਿਹੇਵ ਕਰਨਗੇ ਅੱਛੀ ਤਰ੍ਹਾਂ ਪਲੀਜ਼ ਹਾਲੀ ਬਿਮਾਰੀ ਬਹੁਤ ਜ਼ਿਆਦਾ ਹੈਗੀ ਬਾਤ ਤੇ ਆਪਣੀ ਗਵਰਨਮੈਂਟ ਦੀ ਗਾਈਡਲਾਈਨ ਫੋਲੋ ਕਰੋ ਸਾਰੀ ਜੋ ਵੀ ਹੈ ਜੋ ਪਹਿਲਾਂ ਸੀਗੀ ਹੁਣ ਬੇਸ਼ੱਕ ਨਹੀਂ ਬਹੁਤ ਰਿਸਟ੍ਰਿਕਸ਼ਨ ਗਵਰਨਮੈਂਟ ਨੇ ਕੀਤੀ ਈਜ਼ ਕਰੀ ਜਾ ਰਹੇ ਨੇ ਜਿੱਦਾਂ ਥੋੜਾ ਜਿਹਾ ਆਪਣਾ ਪੀਸੀਆਰ ਟੈਸਟ ਵਗੈਰਾ ਦਾ ਵੀ ਕਾਫੀ ਉਹਨਾਂ ਨੇ ਈਜ਼ ਕਰ ਦਿੱਤਾ ਪਰ ਪਲੀਜ਼ ਤੁਸੀਂ ਆਪਣੀ ਸਿਹਤ ਦੀ ਗੱਲ ਹੈ ਕੀਪ ਡੂਇੰਗ ਇਟ ਐਟ ਦ ਮੋਮੈਂਟ ਆਪਣੀ ਸੇਫਟੀ ਲਈ ਆਪਣੀ ਫੈਮਿਲੀ ਦੀ ਸੇਫਟੀ ਆਪਣੀ ਯਾਰਾਂ ਦੋਸਤਾਂ ਦੀ ਸੇਫਟੀ ਲਈ ਚਲੋ ਅਸੀਂ ਸ਼ੋਗੇ ਡਾਕਟਰ ਜੀ ਆਪਾਂ ਗੱਲ ਕਰਨ ਤੋਂ ਪਹਿਲਾਂ ਇੱਕ ਮੇਰੇ ਪਾਸ ਸਵਾਲ ਹੈਗਾ ਕਿਸੇ ਦਾ ਮੈਸੇਜ ਆਇਆ ਸੀਗਾ ਉਹਨਾਂ ਦਾ ਨਾ ਮੱਥੇ ਤੇ ਬੜੀ ਪੇਨ ਰਹਿੰਦੀ ਹੈ ਲਾਈਕ ਹੈਡੇਕ ਯੂ نو ਪਤਾ ਨਹੀਂ ਮੈਨੂੰ ਖਾਸ ਨਹੀਂ ਪਤਾ ਲੱਗਿਆ ਕਿ ਮਾਈਲਡ ਜੀ ਰਹਿੰਦੀ ਹੈ ਕਿ ਸਵੇਰ ਰਹਿੰਦੀ ਹੈ ਆਈ ਡੋਨਟ ਨੋ ਹਾਂਜੀ ਹਾਂਜੀ ਯਾ ਸੋ ਜੇ ਮੱਥੇ ਵਿੱਚ ਪੇਨ ਰਹਿੰਦਾ ਹੈਗਾ ਤੇ ਇਹਦੀ ਜਨਰਲੀ 2 ਵਜ੍ਹਾ ਹੋ ਸਕਦੀ ਹੈ ਨੰਬਰ 1 ਤਾਂ ਪਈ ਉਹਨਾਂ ਦਾ ਹੈਡੇਕ ਮਾਈਗ੍ਰੇਨ ਟਾਈਪ ਹੁੰਦਾ ਹੈ ਤੇ ਜੇ ਮਾਈਗ੍ਰੇਨ ਹੋਵੇ ਤਾਂ ਯੂਜਲੀ ਮੱਥੇ ਦੇ ਦਰਦ ਦੇ ਨਾਲ ਵੀ ਤੇ ਅੱਖਾਂ ਵਿੱਚ ਕੋਈ ਪ੍ਰੋਬਲਮ ਆਉਂਦਾ ਅੱਖਾਂ ਵਿੱਚ ਦਰਦ ਪੈਂਦਾ ਆ ਜਾਂ ਨਿਗਾਹ ਜਿਹੜੀ ਉਹ ਬਲਰਡ ਵਿਜ਼ਨ ਹੋ ਜਾਂਦੀ ਆ ਹਾਂਜੀ ਜਾਂ ਉਹ ਅੱਖਾਂ ਦੇ ਮੂਹਰੇ ਤਾਰੇ ਦਿਸਣ ਲੱਗ ਪੈਂਦੇ ਆ ਇੱਦਾਂ ਕੋਈ ਨਾ ਕੋਈ ਜ਼ਿਗਜ਼ੈਗ ਤੇ ਇੱਦਾਂ ਦੇ ਜੇ ਕੋਈ ਮੂਹਰੇ ਦਿਸੇ ਅੱਖਾਂ ਦੇ ਉਹਦਾ ਮਤਲਬ ਮਾਈਗ੍ਰੇਨ ਹੁੰਦਾ ਉਹ ਤੇ ਉਹਦੇ ਨਾਲ ਸਿਕ ਫੀਲਿੰਗ ਵੀ ਆਉਂਦਾ ਜਾਂ ਵੋਮਿਟਿੰਗ ਵੀ ਹੋ ਜਾਂਦੀ ਆ ਤੇ ਯੂਜਲੀ ਇਹ ਮਾਈਗ੍ਰੇਨ ਦਾ ਸਾਈਨ ਹੁੰਦਾ ਤੇ ਬਾਕੀ ਹੁੰਦਾ ਪਈ ਜੇ ਕਨਸਟੈਂਟਲੀ ਉੱਥੇ ਥੋੜਾ ਦੁਖਦਾ ਹੀ ਰਹਿੰਦਾ ਮੱਥਾ ਤਾਂ ਮੋਸਟ ਲਾਈਕਲੀ ਹੁੰਦਾ ਪਈ ਸਾਈਨਸ ਪ੍ਰੋਬਲਮ ਆ ਸਾਈਨਸ ਪ੍ਰੋਬਲਮ ਹਾਂਜੀ ਦੈਟਸ ਰਾਈਟ ਸੋ ਇੱਥੇ ਮੱਥੇ ਵਿੱਚ ਸਾਈਨਸ ਹੁੰਦੇ ਆ ਤੇ ਇੱਥੇ ਸਾਈਡਾਂ ਤੇ ਸਾਈਨਸ ਹੁੰਦੇ ਆ ਤੇ ਉਹਦੇ ਵਿੱਚ ਕਈ ਵਾਰੀ ਸੋਜ ਪੈ ਜਾਂਦੀ ਆ ਤੇ ਰੇਸ਼ਾ ਬਣਨ ਲੱਗ ਪੈਂਦੀ ਆ ਤੇ ਉਹ ਰੇਸ਼ਾ ਜਦੋਂ ਜੰਮ ਜਾਂਦੀ ਵਿੱਚ ਇਨਫਲੇਮੇਸ਼ਨ ਹੋ ਜਾਂਦੀ ਆ ਤਾਂ ਵੀ ਮੱਥਾ ਫਿਰ ਦੁਖਦਾ ਰਹਿੰਦਾ ਆ ਸੋ ਇਸ ਤੁਸੀਂ ਉਹਨੂੰ ਨਹੀਂ ਕਹਿ ਸਕਦੇ ਕਿ ਕੁਆਇਟ ਹੈਡੇਕ ਨਹੀਂ ਹੈਗੀ ਕਿਉਂਕਿ ਸਾਈਨਸ ਕਰਕੇ ਉਹਦੀ ਪ੍ਰੋਬਲਮ ਦੈਟਸ ਰਾਈਟ ਪਰ ਮੈਨੂੰ ਇੱਕ ਗੱਲ ਦੱਸੋ ਮੈਂ ਪਲੀਜ਼ ਬੜਾ ਸਟੂਪਿਡ ਜਿਹਾ ਸਵਾਲ ਪੁੱਛਦਾ ਉਹ ਪੇਨ ਕੀ ਹੁੰਦੀ ਹੈ ਕਿੱਦਾਂ ਪੇਨ ਹੁੰਦੀ ਸਟਾਰਟ ਹੋ ਕਿਸ ਤਰ੍ਹਾਂ ਵਾਟ ਡਸ ਇਟ ਹੈਪਨ ਹਾਂਜੀ ਸੋ ਜਿਹੜਾ ਸਾਈਨਸ ਇਟਸ ਲਾਈਕ ਅ ਕੈਵਿਟੀ ਹਾਂਜੀ ਤੇ ਉਹਦੇ ਅੰਦਰਲੇ ਪਾਸੇ ਇੱਕ ਮਿਊਕਸ ਮੈਂਬਰੇਨ ਦੀ ਲਾਈਨਿੰਗ ਹੁੰਦੀ ਆ ਜੀ ਉਹ ਲਾਈਨਿੰਗ ਜਿਹੜੀ ਆ ਉਹ ਸੁੱਜ ਜਾਂਦੀ ਆ ਜੋ ਸੁੱਜ ਜਾਂਦੀ ਫਿਰ ਦੁਖਣ ਲੱਗ ਪੈਂਦੀ ਆ ਓਕੇ ਓਕੇ ਦੈਟਸ ਰਾਈਟ ਤੇ ਜਦੋਂ ਉਹਦੇ ਵਿੱਚ ਰੇਸ਼ਾ ਜਮਾ ਹੋ ਜਾਂਦੀ ਆ ਫਿਰ ਉੱਤੇ ਭਾਰਾ ਜਿਹਾ ਫੁੱਲਨੈਸ ਸੈਂਸੇਸ਼ਨ ਆਉਂਦਾ ਆ ਪਰ ਜਿਹੜੀ ਸਾਈਨਸ ਹੈਗੀ ਡਾਕਟਰ ਜੀ ਇਹ ਤੇ ਕੋਈ ਏਜ ਰਿਲੇਟਡ ਨਹੀਂ ਹੈਗੀ ਤੇ ਕਿਸੇ ਟਾਈਮ ਤੇ ਵੀ ਹੋ ਸਕਦੀ ਨਹੀਂ ਇਹ ਤਾਂ ਬੱਚਿਆਂ ਦੀ ਵੀ ਹੋ ਸਕਦੀ ਹੈ ਐਡਲਟਸ ਦੇ ਵੀ ਹੋ ਸਕਦੀ ਦੈਟਸ ਰਾਈਟ ਤੇ ਜ਼ਿਆਦਾ ਹੁੰਦੀ ਹੈ ਬਾਈ ਵਾਲੀਆਂ ਚੀਜ਼ਾਂ ਖਾਣ ਨਾਲ ਹੁੰਦੀ ਆ ਹਾਂਜੀ ਖਾਸ ਕਰਕੇ ਜੇ ਡੇਅਰੀ ਪ੍ਰੋਡਕਟਸ ਆ ਦੁੱਧ ਹੋਇਆ ਚੀਜ਼ ਹੋਈ ਯੋਗਰਟ ਹੋਇਆ ਇੱਦਾਂ ਦੀਆਂ ਚੀਜ਼ਾਂ ਜ਼ਿਆਦਾ ਜਿਹੜੇ ਵਰਤਦੇ ਆ ਤੇ ਉਹਨਾਂ ਦਾ ਬਾਈ ਦਾ ਤਸੀਰ ਹੁੰਦਾ ਹੈ
ਉਹਨਾਂ ਦੇ ਸਾਈਨਸ ਪ੍ਰੋਬਲਮ ਜ਼ਿਆਦਾ ਹੁੰਦਾ। ਡਾਕਟਰ ਆਮ ਗਲੈਡ ਯੂ ਮੈਂਸ਼ਨ ਦੈਟ ਕਿਉਂਕਿ ਤੁਸੀਂ ਜੇ ਹੁਣ ਸਿਰ ਦੀ ਬਿਮਾਰੀ ਸੋਚੋ, ਇਹ ਕਾਫੀ ਲੋਕਾਂ ਦੀ ਮੈਂ ਹੁਣ ਥੋੜੇ ਦਿਨਾਂ ਚ ਥੋੜੇ ਮਹੀਨਿਆਂ ਸੁਣਦਾ ਆ ਰਿਹਾ ਕਿ ਇੱਕ ਤਰ੍ਹਾਂ ਦੀ ਉਹ ਕਹਿੰਦੇ ਹੈਡੇਕ ਨਹੀਂ ਹੈਗੀ, ਬਸ ਉਹ ਜ਼ਰਾ ਪੇਨ ਸਟਫੀ ਜਿਹਾ ਰਹਿੰਦਾ ਹਾਂਜੀ, that's ਸੋ ਇਟ ਕੁਡ ਬੀ ਡਾਈਟ ਹੋ ਸਕਦੀ ਹੈ, ਕੋਈ ਇਦਾਂ ਦੀ ਚੀਜ਼ ਐਲਰਜੀ ਹੋ ਸਕਦੀ ਹੈ, That's right. ਲੋਟ ਆਫ ਚੀਜ਼ਾਂ। ਕਈ ਦਫਾ ਬਲੱਡ ਪ੍ਰੈਸ਼ਰ ਨਾਲ ਵੀ ਹੋ ਸਕਦਾ ਹੈ। ਬਲੱਡ ਪ੍ਰੈਸ਼ਰ ਨਾਲ ਵੀ ਸਾਰਾ ਸਿਰ ਤਕਰੀਬਨ ਦੁਖ ਸਕਦਾ ਹੈ। ਹਾਂ ਦੈਟਸ ਰਾਈਟ, ਹੈਡੇਕਸ ਹੋਣ ਲੱਗ ਪੈਂਦੇ ਜਦੋਂ ਬਲੱਡ ਪ੍ਰੈਸ਼ਰ ਜ਼ਿਆਦਾ ਹਾਈ ਹੋਏ ਵੀ। ਤੇ ਪਰ ਇਹ ਜਿਹੜਾ ਸਾਈਨਸ ਪ੍ਰੋਬਲਮ ਆ, ਇਹਦੇ ਵਿੱਚ ਕੰਜੈਸਸ਼ਨ ਹੁੰਦੀ ਜ਼ਿਆਦਾ। ਹਾਂਜੀ, ਸੋ ਇਟਸ ਲਾਈਕ ਕੰਜੈਸਟਿਵ ਹੈਡੇਕ ਉਹਨੂੰ ਕਹਿ ਸਕਦੇ ਹਾਂ। ਤੇ ਜ਼ਿਆਦਾ ਇਦਾਂ ਨਹੀਂ ਹੁੰਦਾ ਹੈ ਜਿੱਦਾਂ ਪਈ ਟਸਕ ਵੱਜਦਾ ਹੋਵੇ, ਥਰੋਬਿੰਗ ਪੇਨ ਇਦਾਂ ਦਾ ਨਹੀਂ ਹੁੰਦਾ ਹੈਗਾ। ਜਰਾ ਸੌਫਟ ਜੀ ਪੇਨ ਰਹਿੰਦੀ ਹੈ। ਸੌਫਟ ਜਿਹਾ ਪੇਨ ਹੁੰਦਾ ਇਹਦਾ। ਹਾਂਜੀ, ਤਾਂ ਡਾਕਟਰ ਜੀ ਬੈਸਟ ਹੈਗਾ ਜੇ ਅਗਰ ਕਿਸੇ ਨੂੰ ਇੱਦਾਂ ਦੀ ਪ੍ਰੋਬਲਮ ਹੈਗੀ ਹੈ, ਬਹੁਤ ਇੰਪੋਰਟੈਂਟ ਚੀਜ਼ ਹੈ, ਪਲੀਜ਼ ਟੈਲ ਮੀ ਇਫ ਆਮ ਰਾਈਟ, ਕਿ ਤੁਸੀਂ ਜਦੋਂ ਆਪਣਾ ਕੁਝ ਖਾਣੇ ਪੀਂਦੇ ਹੋ ਨਾ, ਕਿਉਂਕਿ ਕਈ ਦਫਾ ਕਿਸੇ ਰਾਤ ਨਹੀਂ ਹੁੰਦਾਗਾ, ਕਿਸੇ ਜ਼ਿਆਦਾ ਹੁੰਦਾਗਾ, ਤਾਂ ਉਹ ਸੋਚੋ ਕਿ ਤੁਸੀਂ ਕੀ ਖਾਦਾ ਸੀਗਾ। ਹਾਂ ਬਿਲਕੁਲ, ਉਹਨੂੰ ਹੌਲੀ ਹੌਲੀ ਚੀਜ਼ਾਂ ਛੱਡ ਕੇ ਦੇਖੋ। ਹਾਂ ਦੈਟਸ ਰਾਈਟ। ਯੂਜੂਅਲੀ ਉਹ ਇਦਾਂ ਹੁੰਦਾ ਵੀ ਜਿਹੜੀ ਚੀਜ਼ ਤੁਸੀਂ ਜ਼ਿਆਦਾ ਪਸੰਦ ਕਰਦੇ ਆ, ਜ਼ਿਆਦਾ ਖਾਈ ਜਾਂਦੇ ਆ, ਉਹੀ ਤੁਹਾਡੇ ਲਈ ਕੋਈ ਪ੍ਰੋਬਲਮ ਭਾਜੀ ਤੁਹਾਨੂੰ ਪਤਾ ਹੈ ਤਾਂ ਕਹਾਵਤ ਹੀ ਹੈਗੀ ਹੈ, ਜਿਹੜੀ ਚੀਜ਼ ਮੂੰਹ ਨੂੰ ਸਵਾਦ ਹੈ ਉਹ ਤੁਹਾਡੇ ਲਈ ਨੁਕਸਾਨ ਹੈ। ਨੁਕਸਾਨ ਹੈ, ਬਿਲਕੁਲ ਨੁਕਸਾਨ ਹੈ। ਹਾਂ, ਸੋ ਇਹ ਚੈੱਕ ਕਰਨਾ ਚਾਹੀਦਾ ਵੀ ਅਸੀਂ ਕੀ ਖਾਂਦੇ ਆ, ਤੇ ਉਹਦੇ ਤੁਸੀਂ ਟੈਸਟ ਕਰਕੇ ਦੇਖ ਸਕਦੇ ਹੋ ਹੁਣ ਬੇਸਵਾਦੀਆਂ ਚੀਜ਼ਾਂ ਖਾਣੀਆਂ ਸ਼ੁਰੂ ਕਿੱਦਾਂ ਕਰਾਂਗੇ, ਜ਼ਰਾ ਮੁਸ਼ਕਿਲ ਚਾਹੇ ਜ਼ਰੂਰੀ ਤਾਂ ਨਹੀਂ ਬੇਸਵਾਦੀ ਖਾਣੀ, ਪਰ ਥੋੜੀ ਬਹੁਤੀ ਡਾਈਟ ਚੇਂਜ ਕਰਨੀ ਪੈਂਦੀ ਆ। ਪਰ ਇੱਕ ਗੱਲ ਜ਼ਰੂਰ ਹੈਗੀ ਹੈ, ਆਮ ਸ਼ੋਰ ਜਿਹੜੇ ਵੀ ਡਾਇਬੀਟੀਜ਼ ਹੈਗੇ ਨੇ, ਉਹਨਾਂ ਦਾ ਨਾ ਦੂਜਿਆਂ ਲੋਕਾਂ ਨਾਲੋਂ ਜ਼ਿਆਦਾ ਦਿਲ ਕਰਦਾ ਮਿੱਠਾ ਖਾਣ ਨੂੰ। ਦੈਟਸ ਟਰੂ। ਯੂ نو ਡਾਕਟਰ ਜੀ ਗੱਲ ਹੁੰਦੀ ਹੈ ਜ਼ਰੂਰ ਕਿ ਜਿਹੜੀ ਚੀਜ਼ ਤੁਸੀਂ ਮਿਸ ਕਰਦੇ ਹੋ ਨਾ, ਉਹਨੂੰ ਜ਼ਿਆਦਾ ਦਿਲ ਕਰਦਾ। ਜਿਹੜੀ ਚੀਜ਼ ਮਨਾ ਹੁੰਦੀ ਹੈ ਉਹਦਾ ਜ਼ਿਆਦਾ ਦਿਲ ਕਰਦਾ ਕੁਦਰਤੀ ਖਾਣ ਨੂੰ। ਦੈਟਸ ਰਾਈਟ। ਮੈਂ ਇੱਕ ਬੰਦੇ ਦਾ ਨਾਮ ਨਹੀਂ ਲੈਂਦਾ, ਉਹਨੂੰ ਵਾਇਰਸ ਲੱਗੇ ਹੋਣੀ ਤੇ ਬਿਮਾਰ ਪਿਆ ਤਕਰੀਬਨ 4-5 ਦਿਨ ਦਾ, ਤੇ ਕਾਫੀ ਸਟਰੋਂਗ ਇਮਿਊਨ ਸਿਸਟਮ, ਬੜਾ ਸਟਰੋਂਗ ਹੈਗਾ, ਬੋਡੀ ਬੜੀ ਸਟਰੋਂਗ ਹੈਗੀ ਹੈ। ਪੈਸੇ ਵਾਲੇ ਨੇ ਲਿਖਦੇ ਬਿਮਾਰੀ ਕੁਛ ਨਹੀਂ ਦੇਖਦੀ, ਜਦੋਂ ਲੱਗਣੀ ਲੱਗ ਜਾਣੀ ਹੈ। ਲੇਕਿਨ ਉਹ ਕਹਿੰਦਾ ਕਿ ਮੈਨੂੰ ਇੰਨਾ ਅਹਿਸਾਸ ਹੋਇਆ ਕਿ ਕਈ ਦਫਾ ਭਾਜੀ ਤੁਸੀਂ ਕਿਸੇ ਬੰਦੇ ਨੂੰ ਮਿਲਦੇ ਨਹੀਂ, ਤੁਸੀਂ ਪ੍ਰਵਾਹ ਨਹੀਂ ਕਰਦੇ, ਸੋਚਦੇ ਨਹੀਂ ਕਿ ਮੈਂ ਮਿਲਿਆ ਨਹੀਂ, ਚਲੋ ਮੈਂ ਉਹਨੂੰ ਪਤਾ ਕਰਾਂ ਨਹੀਂ, ਕਿਉਂਕਿ ਤੁਹਾਨੂੰ ਰਿਸਟ੍ਰਿਕਸ਼ਨ ਸੀਗੀ ਆਪਣੇ ਯਾਰਾਂ ਦੋਸਤਾਂ ਨੂੰ ਛੋਟਾ, ਤੁਸੀਂ ਫੈਮਿਲੀ ਨੂੰ ਨਹੀਂ ਮਿਲ ਸਕਦੇ ਸੀ, ਤੁਸੀਂ ਉੱਪਰ ਰੂਮ 'ਚ ਲੌਕ ਹੋ ਜਾਂਦੇ ਥੱਲੇ। ਉਹ ਕਹਿੰਦਾ ਮੈਨੂੰ ਇੰਨਾ ਹੋਇਆ ਕਿ ਜੋ ਅਸੀਂ ਟਾਈਮ ਸਪੈਂਡ ਕਰਦੇ ਹਾਂ ਨਾ, ਉਹਨੂੰ ਟ੍ਰਿਗਰ ਕਰੋ ਚੀਜ਼ ਨੂੰ, ਉਹਦੀ ਇੱਜ਼ਤ ਕਰੋ। ਦੈਟਸ ਰਾਈਟ, ਦੈਟਸ ਰਾਈਟ। ਬਹੁਤ ਡਿਫਿਕਲਟ ਸਿਚੁਏਸ਼ਨ ਹੈ, ਬਹੁਤ ਡਿਫਰੈਂਟ ਹੈ ਭਾਜੀ, ਬਹੁਤ ਮੁਸ਼ਕਿਲ ਹੈਗਾ। ਜਦੋਂ ਤੁਸੀਂ ਰੂਮ 'ਚ ਬੰਦ ਹੋ ਜਾਂਦੇ ਹੋ ਨਾ, ਫਿਰ ਬੰਦੇ ਨੂੰ ਪਤਾ ਲੱਗਦਾ ਕਿ ਕੁਝ ਵੀ ਮੈਨੂੰ ਸਾਥ ਮਿਲੇ ਤੇ ਮੈਨੂੰ ਕੋਈ ਗੱਲ ਕਰਨ ਨੂੰ ਬੰਦਾ ਮਿਲੇ। ਦੈਟਸ ਰਾਈਟ। ਕਿੰਨੇ ਦਿਨ ਇਕੱਲੇ ਰਹਿਣਾ ਪੈਂਦਾ ਹੈ ਕਮਰੇ 'ਚ। ਹਾਂਜੀ, ਵੈਰੀ ਡਿਫਿਕਲਟ। ਚਲੋ ਅਸੀਂ ਸ਼ੋ ਅੱਗੇ ਲੱਗ ਜਾਂਦੇ ਹਾਂ। ਪਲੀਜ਼ ਆਪਣਾ ਖਿਆਲ ਰੱਖੋ, ਜਿੱਦਾਂ ਮੈਂ ਕਹਿ ਕੇ ਹਟਿਆ, ਹਾਲੀ ਬਿਮਾਰੀ ਬਹੁਤ ਹੈਗੀ ਹੈ, ਗਵਰਨਮੈਂਟ ਦੀ ਗਾਈਡਲਾਈਨ ਨੂੰ ਫੋਲੋ ਕਰੋ। ਬੇਸ਼ੱਕ ਦੀ ਹਾਲੀ ਖਾਸ ਗਾਈਡਲਾਈਨ ਨਹੀਂ ਵੀ ਹੈਗੀ, ਪਰ ਜੋ ਪਹਿਲਾਂ ਸੀਗੀ ਉਹ ਤੁਸੀਂ ਆਪਣੇ ਇੰਪਲੀਮੈਂਟ ਰੱਖੋ ਆਪਣੀ ਲਾਈਫ ਦੇ ਵਿੱਚ। ਖਾਣ ਪੀਣ ਦਾ ਪਰਹੇਜ਼ ਰੱਖੋ, ਜਿੱਥੇ ਵੀ ਗੈਦਰਿੰਗ ਹੈਗੀ ਉੱਥੇ ਘੱਟ ਕਰੋ ਜ਼ਰਾ, ਹਾਲੇ ਵੀ ਮਾਸਕ ਪਾਓ ਹਮੇਸ਼ਾ। ਯੂ ਨੋ ਹਾਲੀ ਜਦ ਤੱਕ ਬਿਲਕੁਲ 100% ਕਲੀਅਰ ਨਹੀਂ ਹੁੰਦਾ, ਇਟਸ ਨੋ ਵਰਥ ਟੇਕਿੰਗ ਅ ਚਾਂਸ। ਡਾਕਟਰ ਜੀ ਅੱਜ ਕਾਹਦੇ ਬਾਰੇ ਗੱਲ ਕਰ ਰਹੇ ਹੋ? ਹਾਂਜੀ, ਸੋ ਅੱਜ ਦਾ ਮੁੱਦਾ ਹੈਗਾ ਜੀ ਬਟਰ ਜਾਂ ਘੇ। ਬਟਰ ਕੇਕ, ਕੀ ਬਾਤ ਹੈ ਜੀ। ਇਹਦੇ ਬਾਰੇ ਬਹੁਤ ਹੀ ਕੁਐਸਚਨ ਆਉਂਦੇ ਆ ਦਰਸ਼ਕਾਂ ਦੇ, ਤੇ ਪਹਿਲਾਂ ਮੈਂ ਦਰਸ਼ਕਾਂ ਨੂੰ ਵੀ ਹੈਪੀ ਨਿਊ ਈਅਰ ਬੁਲਾਉਣਾ, ਤੇ ਇੱਕ ਦੋ ਆਈਟਮ ਦੱਸਦਾ ਪਈ। ਸਾਡੇ 2 ਫੋਨ ਲਾਈਨਸ ਹੈਗੇ ਆ ਜਦੋਂ ਤੁਸੀਂ ਰਿੰਗ ਕਰਨਾ, ਤੇ ਸਵੇਰ ਦਾ ਜਿਹੜਾ ਹੈਗਾ ਉਹ 10 ਤੋਂ 11 ਤਾਈਂ ਆ, ਤੇ ਉਹ ਹੈਗਾ ਜੀ ਜਿਨ੍ਹਾਂ ਨੇ ਪਹਿਲੀ ਵਾਰੀ ਫੋਨ ਕਰਨਾ ਹੁੰਦਾ ਜਾਂ ਅਪਾਇੰਟਮੈਂਟ ਬਣਾਉਣੀ ਹੁੰਦੀ ਜਾਂ ਕੋਈ ਸਲਾਹ ਲੈਣੀ ਹੁੰਦੀ। ਤੇ ਦੂਸਰੀ ਲਾਈਨ ਹੈਗੀ ਆ ਉਹ 4 ਤੋਂ 6 ਖੁੱਲ੍ਹਦੀ ਆ, ਤੇ ਉਹ ਹੈਗੀ ਹੈ ਜਿਨ੍ਹਾਂ ਨੇ ਪਹਿਲੇ ਇੱਕ ਵਾਰੀ ਦਵਾਈ ਲੈ ਚੁੱਕੇ ਹੋਣ ਤੇ ਦੁਬਾਰਾ ਦਵਾਈ ਲੈਣੀ ਹੋਵੇ। ਤੇ ਇੱਕ ਵਾਰੀ ਫੋਨ ਜ਼ਰੂਰ ਕਰੋ, ਵਾਰ-ਵਾਰ ਕਰਨ ਦੀ ਲੋੜ ਨਹੀਂ ਹੈਗੀ, ਕਰਕੇ ਜਦੋਂ ਇੱਕ ਵਾਰੀ ਕਰਦੇ ਤੁਹਾਡਾ ਨੰਬਰ ਸਾਡੇ ਕੋਲ ਆ ਜਾਂਦਾ। ਤੇ ਪ੍ਰੋਬਲਮ ਇਹ ਵੀ ਬਹੁਤ ਹੀ ਜ਼ਿਆਦਾ ਫੋਨ ਕਾਲ ਆਉਂਦੇ, ਫਿਰ ਅਸੀਂ ਸਾਰੇ ਕਾਲ ਇੱਕ ਵਾਰੀ ਨਹੀਂ ਲੈ ਸਕਦੇ। ਹਾਂਜੀ, ਸੋ ਜਿਨ੍ਹਾਂ ਦੀ ਕਾਲ ਨਹੀਂ ਲੈ ਸਕਦੇ ਉਸ ਵੇਲੇ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ, ਪਰ ਕੋਸ਼ਿਸ਼ ਕਰੀਦੀ ਹੁੰਦੀ ਪਈ ਉਹਨਾਂ ਦਾ ਫੋਨ ਨੰਬਰ ਜਦੋਂ ਆ ਜਾਂਦਾ ਵੀ ਵਾਪਸ ਉਹਨਾਂ ਨੂੰ ਫੋਨ ਕਰੀਏ। ਤੇ ਵਾਰ-ਵਾਰ ਫੋਨ ਘੁਮਾਉਣ ਦੀ ਨਹੀਂ ਲੋੜ ਹੈਗੀ, ਕਿਉਂਕਿ ਫਿਰ ਤੁਸੀਂ ਬਲੌਕ ਕਰਦੇ ਨੇ ਬਾਕੀ ਦੇ ਕਾਲਰਸ ਨੂੰ। ਵੈਰੀ ਨਾਈਸ, ਠੀਕ ਹੈ, ਮੈਂ ਰਿਪੀਟ ਕਰਦਾ। ਚਲੋ ਤੁਸੀਂ ਕਰਤਾ, ਬੜੀ ਚੰਗੀ ਗੱਲ ਹੈ, ਕਿਉਂਕਿ 2 ਡਿਫਰੈਂਟ ਨੰਬਰ ਹੈਗੇ, ਇੱਕ ਸਵੇਰ ਦਾ ਇੱਕ ਸ਼ਾਮ ਦਾ, ਇੱਕ ਕੰਸਲਟੇਸ਼ਨ ਦਾ, ਦੂਜਾ ਪ੍ਰੈਸਕ੍ਰਿਪਸ਼ਨ ਦਾ ਹੈਗਾ। ਉਹਦੇ ਮੁਤਾਬਿਕ ਫੋਨ ਕਰੋ ਤੇ ਇਹਨਾਂ ਦਾ ਵੀ ਡਾਕਟਰ ਦਾ ਲੋਡ ਜ਼ਿਆਦਾ ਘੱਟ ਹੋ ਜਾਏਗਾ, ਕਿਉਂਕਿ ਟਿਊਜ਼ਡੇ ਵਾਲੇ ਦਿਨ ਜਿੱਦਾਂ ਸ਼ੋਅ ਹੁੰਦਾ ਉਸ ਦਿਨ ਬਹੁਤ ਕਾਲ ਜਾਂਦੇ ਨੇ। ਬੇਸ਼ੱਕ ਦੀ ਮੰਡੇ ਵੈਨਸਡੇ ਫਰਾਈਡੇ ਹੈ ਨਾ ਉਹਦਾ। ਹਾਂਜੀ, ਮੰਡੇ ਵੈਨਸਡੇ ਫਰਾਈਡੇ ਹਾਂ, ਦੋਨੇ ਨੰਬਰ ਜੀ। ਡਾਕਟਰ ਜੀ ਆਪਾਂ ਹੁਣ ਘਿਓ ਦੀ ਤੇ ਬਟਰ ਦੀ ਗੱਲ ਕਰ ਰਹੇ ਹਾਂ। ਹਾਂਜੀ, ਦੈਟਸ ਰਾਈਟ। ਸੋ ਬਹੁਤ ਹੀ ਦਰਸ਼ਕ ਪੁੱਛਦੇ ਰਹਿੰਦੇ ਪਏ ਘੇ ਖਾਣਾ ਚਾਹੀਦਾ ਹੈ ਜਾਂ ਕਿ ਨਹੀਂ ਖਾਣਾ ਚਾਹੀਦਾ, ਸੋ ਮੈਂ ਸੋਚਿਆ ਪਈ ਇਹਦੇ ਬਾਰੇ ਥੋੜ੍ਹਾ ਜਿਹਾ ਵਿਚਾਰ ਕਰ ਲਈਏ ਅੱਜ। ਸੋ ਨੋਰਮਲ ਜਿਹੜੀ ਡਾਇਟ ਆ ਉਹ ਪਹਿਲਾਂ ਆਪਾਂ ਨੂੰ ਦੇਖਣਾ ਚਾਹੀਦਾ ਪਈ ਕੀ ਚਾਹੀਦਾ ਜ਼ਰੂਰੀ ਡਾਇਟ ਵਿੱਚ। ਹਾਂਜੀ, ਸੋ ਇਹ ਪੜ੍ਹਾਇਆ ਜਾਂਦਾ ਪਈ ਕਾਰਬੋਹਾਈਡਰੇਟ ਚਾਹੀਦੇ ਆ, ਪ੍ਰੋਟੀਨ ਵੀ ਚਾਹੀਦੀ ਆ, ਫੈਟ ਵੀ ਚਾਹੀਦਾ ਆ, ਮਿਨਰਲਸ, ਹਾਂਜੀ, ਫਾਈਬਰ, ਵਾਟਰ,
ਤੇ ਵਿਟਾਮਿਨਸ, ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੈ ਜਾਣੀ ਕਿ ਸਰੀਰ ਚੰਗੀਆਂ ਮਲੀਆਂ ਚੀਜ਼ਾਂ ਸਾਰੀਆਂ ਚਾਹੀਦੀਆਂ ਸਾਰੀਆਂ ਚਾਹੀਦੀਆਂ ਹੀ ਆ। ਇਹ ਲਿਮਿਟੇਸ਼ਨ ਦੇ ਵਿੱਚ। ਹਾਂ ਦੈਟਸ ਰਾਈਟ, ਐਵਰੀਥਿੰਗ ਇਨ ਦਾ ਮੋਡਰੇਸ਼ਨ ਹੈ ਨਾ। ਤੇ ਜਿਹੜੀ ਵੀ ਚੀਜ਼ ਤੁਸੀਂ ਜ਼ਿਆਦਾ ਵਰਤਦੇ, ਜ਼ਿਆਦਾ ਉਹ ਅਬਿਊਜ਼ ਕਰਦੇ ਆ, ਉਹ ਫਿਰ ਤੁਹਾਡੀ ਬੋਡੀ ਲਈ ਮਾੜੀ ਹੁੰਦੀ ਹੈ, ਹਾਂਜੀ। ਪਰ ਜੇ ਤੁਸੀਂ ਹਿਸਾਬ ਦੀ ਵਰਤਦੇ ਆ ਤਾਂ ਉਹ ਤੁਹਾਡੇ ਲਈ ਚੰਗੀ ਹੁੰਦੀ ਆ, ਹਾਂਜੀ। ਸੋ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਆ, ਤੇ ਇਹ ਆਉਂਦੀਆਂ ਸਾਰੀਆਂ ਡਾਈਟ ਵਿੱਚ ਹੀ ਆ, ਹਾਂਜੀ। ਤੇ ਜਾਂ ਡਾਈਟ ਲੈ ਲਓ, ਜਾਂ ਜੇ ਵਿਟਾਮਿਨਸ ਦੀ ਘਾਟ ਆ ਉਹ ਅੱਜ ਕੱਲ੍ਹ ਹੋਈ ਜਾਂਦੀ ਹੈ, ਉਹ ਤੁਸੀਂ ਸਪਲੀਮੈਂਟ ਵੀ ਲੈ ਸਕਦੇ ਆ, ਹਾਂਜੀ। ਸੋ ਇਹ ਖਾਸ ਕਰਕੇ ਜਿਹੜਾ ਇਹ ਘੇ ਆ, ਇਹ ਫੈਟ ਗਿਣਿਆ ਜਾਂਦਾ, ਹਾਂਜੀ। ਸੋ ਜੇ ਆਪਾਂ ਦੇਖੀਏ ਪਿੱਛੇ 60s 70s ਵਿੱਚ ਤੇ ਬਹੁਤ ਹੀ ਪ੍ਰੋਪਾਗੈਂਡਾ ਹੋਈ ਸੀਗੀ, ਤੇ ਉਹ ਪ੍ਰੋਪਾਗੈਂਡਾ ਸੀਗੀ ਵੀ ਜਿਹੜਾ ਘੇ ਆ ਉਹ ਚੰਗਾ ਨਹੀਂ ਹੈਗਾ ਤੁਹਾਡੇ, ਬਿਲਕੁਲ, ਹਾਂਜੀ। ਤੇ ਇਹਦੇ ਨਾਲ ਹਾਰਟ ਅਟੈਕ ਹੁੰਦੇ, ਇਹਦੇ ਨਾਲ ਬਿਮਾਰੀਆਂ ਲੱਗਦੀਆਂ, ਜੇ ਉਹ। ਤੇ ਜੇ ਆਪਾਂ ਪਿੱਛੇ ਦੇਖੀਏ, ਆਪਣੇ ਬਜ਼ੁਰਗ ਜਿਹੜੇ ਇੰਡੀਆ ਵਿੱਚ ਘੇ ਜ਼ਿਆਦਾ ਖਾਂਦੇ ਹੁੰਦੇ ਸੀ, ਵੀ ਉਹਨਾਂ ਨੂੰ ਤਾਂ ਬਿਮਾਰੀਆਂ ਇਦਾਂ ਦੀਆਂ ਲੱਗਦੀਆਂ ਨਾ ਸੀਗੀਆਂ, ਕਦੀ ਸੁਣੀ ਵੀ ਨਹੀਂ ਸੀਗੀ ਇਦਾਂ ਦੀ। ਦੈਟਸ ਰਾਈਟ। ਸੋ ਇਹ ਜਿਹੜੇ ਪ੍ਰੋਪਾਗੈਂਡਾ ਇਹ ਜ਼ਿਆਦਾ ਕੀਤਾ ਗਿਆ, ਜਿਹੜੀ ਕੰਪਨੀਜ਼ ਮਾਰਜਰੀਨ ਬਣਾਉਂਦੀਆਂ ਸੀਗੀਆਂ, ਹਾਂਜੀ। ਮਾਰਜਰੀਨ ਬਣਦੀ ਹੈਗੀ ਆ ਇਹ ਆਇਲ ਤੋਂ, ਹਾਂਜੀ, ਵੈਜੀਟੇਬਲ ਆਇਲਸ ਤੋਂ। ਤੇ ਵੈਜੀਟੇਬਲ ਆਇਲ ਨੂੰ ਟਰੀਟ ਕਰਦੇ ਆ, ਬਹੁਤ ਹੀ ਹੀਟ ਦਿੰਦੇ ਆ, ਤਾਂ ਉਹਨੂੰ ਸੋਲਿਡ ਬਣਾਉਂਦੇ ਆ, ਤੇ ਉਹਦਾ ਸਟਰਕਚਰ ਬਦਲ ਜਾਂਦਾ ਹੈ। ਤੇ ਉਹ ਜਿਹੜਾ ਸਟਰਕਚਰ ਬਦਲ ਜਾਂਦਾ ਆ, ਉਹ ਤਕਰੀਬਨ ਪਲਾਸਟਿਕ ਦਾ ਸਟਰਕਚਰ ਦੇ ਨਾਲ ਮਿਲਦਾ ਜੁਲਦਾ ਹੁੰਦਾ ਜੀ, ਅੱਛਾ ਅੱਛਾ। ਸੋ ਬਿਲਕੁਲ ਆਰਟੀਫਿਸ਼ੀਅਲ ਚੀਜ਼ ਬਣ ਜਾਂਦੀ ਆ ਉਹ। ਤੇ ਇਹ ਜਦੋਂ ਤੁਸੀਂ ਮਾਰਜਰੀਨ ਖਾਂਦੇ ਆ, ਤੁਹਾਡੇ ਸਰੀਰ ਨੂੰ ਇਹ ਨੁਕਸਾਨ ਕਰਦੀ ਆ, ਹਾਂਜੀ। ਜਿਹੜਾ ਨੈਚੁਰਲ ਘੇ ਆ ਉਹ ਨੁਕਸਾਨ ਐਕਚੁਅਲੀ ਨਹੀਂ ਕਰਦਾ ਹੈਗਾ, ਹਾਂਜੀ। ਤੇ ਇਹ ਕਹਿੰਦੇ ਹੁੰਦੇ ਸੀ ਵੀ ਜੇ ਤੁਸੀਂ ਘੇ ਖਾਂਦੇ ਆ, ਤੁਹਾਨੂੰ ਹਾਰਟ ਅਟੈਕ ਹੋ ਸਕਦਾ ਹੈ, ਉਹਦੇ ਨਾਲ ਤੁਹਾਨੂੰ ਬਲੱਡ ਪ੍ਰੈਸ਼ਰ ਹੋ ਸਕਦਾ ਆ। ਤੇ ਹੁਣ ਜਿਹੜੀਆਂ ਸਟੱਡੀਜ਼ ਬਾਅਦ 'ਚ ਕੀਤੀਆਂ ਗਈਆਂ, ਤੇ ਉਹਦੇ ਵਿੱਚ ਇਦਾਂ ਦਾ ਕੋਈ ਰਿਜ਼ਲਟ ਵੀ ਨਹੀਂ ਆਇਆ, ਤੇ ਉਹਨੇ ਦੇਖਿਆ ਵੀ ਹਾਰਟ ਅਟੈਕ ਤੇ ਘੇ ਦੀ ਇਨਟੇਕ ਦੇ ਨਾਲ ਕੋਈ ਲਿੰਕ ਨਹੀਂ ਹੈਗਾ, ਨੋ ਲਿੰਕ ਵਟਸਐਵਰ, ਦੈਟਸ ਰਾਈਟ, ਨੋ ਲਿੰਕ। ਤੇ ਕੋਲੈਸਟਰੋਲ, ਇਹਦੇ ਵੀ ਇੱਕ ਬਹੁਤ ਵੱਡੀ ਗੱਲ ਬਣਾਈ ਗਈ ਵੀ ਕੋਲੈਸਟਰੋਲ ਜਿਹੜਾ ਆ ਉਹਦੇ ਨਾਲ ਤੁਹਾਡੇ ਹਾਰਟ ਅਟੈਕ ਹੁੰਦੇ ਆ, ਹਾਂਜੀ। ਤੇ ਇਹਦਾ ਵੀ ਕੋਈ ਲਿੰਕ ਨਹੀਂ ਨਿਕਲਿਆ ਹੈਗਾ। ਕੋਲੈਸਟਰੋਲ ਹੋਣਾ ਵੀ ਚਾਹੀਦਾ ਨਾ, ਕਿ ਕੋਲੈਸਟਰੋਲ ਹੋਣਾ ਵੀ ਚਾਹੀਦਾ, ਉਹ ਵੀ ਖਰਾਬ ਹੁੰਦਾ। ਦੈਟਸ ਰਾਈਟ, ਕੋਲੈਸਟਰੋਲ ਹੋਣਾ ਚਾਹੀਦਾ ਸਰੀਰ ਵਿੱਚ। ਤੁਹਾਡਾ ਲਿਵਰ ਕੋਲੈਸਟਰੋਲ ਬਣਾਉਂਦਾ ਆ, ਕਿਉਂਕਿ ਉਹਨੂੰ ਲੋੜ ਆ ਬਾਡੀ ਨੂੰ ਕੋਲੈਸਟਰੋਲ ਦੀ, ਹਾਂਜੀ। ਉਹ ਤੋਂ ਵਿਟਾਮਿਨ ਡੀ ਬਣਦੀ, ਉਹ ਤੋਂ ਕਈ ਹਾਰਮੋਨਸ ਬਣਦੇ ਆ। ਸੋ ਜਿਹੜੀ ਚੀਜ਼ ਜ਼ਰੂਰੀ ਆ ਉਹ ਤੁਹਾਡੀ ਸਰੀਰ ਖੁਦ ਆਪ ਬਣਾਉਂਦਾ ਆ, ਤੇ ਸਰੀਰ ਨੂੰ ਪਤਾ ਹੁੰਦਾ ਵੀ ਕਿੰਨਾ ਕੁ ਚਾਹੀਦਾ ਹੈ ਮੈਨੂੰ, ਹਾਂਜੀ। ਉਹਦਾ ਯੂਜਲੀ ਕੋਈ ਨਾ ਕੋਈ ਫੀਡਬੈਕ ਸਿਸਟਮ ਹੁੰਦਾ ਹੈ ਸਰੀਰ ਵਿੱਚ। ਕੋਈ ਵੀ ਜਿਹੜੀ ਉਹ ਮੈਨੂਫੈਕਚਰ ਕਰਦਾ ਆਈਟਮ, ਉਹਨੂੰ ਪਤਾ ਹੁੰਦਾ ਵੀ ਇਹ ਤੋਂ ਵੱਧ ਨਹੀਂ ਮੈਨੂੰ ਚਾਹੀਦਾ ਹੈਗਾ। ਪਰ ਜੀ ਸਰੀਰ ਨੂੰ ਪਤਾ ਹੁੰਦਾ, ਲੇਕਿਨ ਨੀਤ ਨੂੰ ਨਹੀਂ ਨਾ ਪਤਾ ਹੁੰਦਾ। ਦੈਟਸ ਰਾਈਟ। ਇਹ ਕਈ ਦਫਾ ਬੰਦਾ ਕਹਿੰਦਾ ਨਾ, ਯਾਰ ਮੈਂ ਜ਼ਰੂਰਤ ਤੋਂ ਜ਼ਿਆਦਾ, ਉਹਨੂੰ ਪਤਾ ਕਿ ਮੈਂ ਜ਼ਰੂਰਤ ਤੋਂ ਜ਼ਿਆਦਾ ਖਾ ਲਿਆ। ਦੈਟਸ ਰਾਈਟ। ਤਾਂ ਕੋਈ ਨਹੀਂ, ਜਦ ਤੋਂ ਜ਼ਿਆਦਾ ਵੀ ਖਾ ਲੈਂਦੇ ਆ, ਤੁਹਾਡਾ ਸਰੀਰ ਪ੍ਰੋਸੈਸ ਕਰਕੇ ਜਿਹੜਾ ਐਕਸੈਸ ਹੁੰਦਾ ਕੱਢ ਦਿੰਦਾ ਹੈ, ਬਿਲਕੁਲ, ਹਾਂਜੀ। ਉਹ ਰਿਟੇਨ ਸਾਰਾ ਤਾਂ ਨਹੀਂ ਰਿਟੇਨ ਕਰ ਲੈਂਦਾ। ਸੋ ਕੋਈ ਨਾ ਕੋਈ ਬੋਡੀ ਵਿੱਚ ਸਿਸਟਮ ਹੁੰਦਾ ਆ। ਪਰ ਡਾਕਟਰ, ਜਦੋਂ ਇਹ ਗੱਲ ਚੱਲੀ ਸੀ, ਇਸ ਤਰ੍ਹਾਂ ਤੁਸੀਂ ਦੱਸਿਆ, ਹਰ ਲੋਕਾਂ ਨੇ ਫਟਾਫਟ ਇੰਨੀ ਛੇਤੀ ਇਹਨਾਂ ਨੇ ਉਹ ਪ੍ਰੋਪੇਗੈਂਡਾ ਜੀ ਕੀਤੀ, ਲੋਕੀ ਸਾਰੇ ਕੁਕਿੰਗ ਆਇਲ ਵੱਲ ਚਲੇ ਗਏ ਇੱਕਦਮ 100%। ਦੈਟਸ ਰਾਈਟ। ਸੋ ਕੁਕਿੰਗ ਆਇਲ ਜਾਂ ਕਿ ਮਾਰਜਰੀਨ ਸੇਫਸ ਹੈਗਾ, ਕਿਉਂਕਿ ਜਿੱਦਾਂ ਦੀ ਤੁਹਾਨੂੰ ਐਡਵਰਟਾਈਜ਼ ਹੁੰਦੀ, ਜੋ ਤੁਸੀਂ ਸੁਣਦੇ ਹੋ, ਬੰਦੇ ਇਮੀਡੀਏਟਲੀ ਉਹਦੇ ਤੇ ਇਫੈਕਟ ਕਰਦੇ ਨੇ। ਹੁਣ ਜਿੱਦਾਂ ਤੁਸੀਂ ਕਹਿੰਦੇ, ਮੈਨੂੰ ਲੱਗਦਾ ਆਸਤੇ ਆਸਤੇ ਲੋਕੀ, ਸਪੈਸ਼ਲੀ ਜਿਹੜਾ ਤੁਸੀਂ ਬਟਰ ਘਰ ਬਣਾ ਕੇ ਖਾਂਦੇ ਹੋ, ਉਹਨੂੰ ਗਰਮ ਕਰਕੇ ਵਾਪਸ ਉਹਨੂੰ ਜੋੜ ਕੇ, ਤੇ ਉਹਦਾ ਦੀ ਚੀਜ਼ਾਂ ਦੇ ਵਿੱਚ ਡਾਕਟਰ ਜੀ, ਇਹਦੇ ਨਾਲ ਜਿਹੜਾ ਬਟਰ ਖਾਣ ਦੇ ਨਾਲ ਜਿਹੜੀ ਸਕਿਨ ਜਿਹੜੀ ਇੱਕ ਆਇਲੀ ਜਾਂਦੀ ਹੈ, ਇੱਕ ਡਰਾਈ ਹੋ ਜਾਂਦੀ, ਉਹਦਾ ਫਰਕ ਪੈਂਦਾ ਉਹਦਾ? ਦੈਟਸ ਰਾਈਟ, ਦੈਟਸ ਰਾਈਟ। ਸੋ ਜੇ ਤੁਸੀਂ ਫੈਟ ਨਹੀਂ ਖਾਂਦੇ ਹੈਗੇ, ਤੁਹਾਨੂੰ ਖੁਸ਼ਕੀ ਪੈ ਜਾਂਦੀ ਹੈ, ਖੁਸ਼ਕੀ ਪੈ ਜਾਂਦੀ ਹੈ, ਦੈਟਸ ਰਾਈਟ, ਡਰਾਈਨੈਸ ਪੈ ਜਾਂਦੀ ਆ। ਤੇ ਜੇ ਥੋੜਾ ਜਿਹਾ ਫੈਟ ਖਾਂਦੇ ਆ ਤਾਂ ਉਹ ਤੁਹਾਡੇ ਲਈ ਬਹੁਤ ਹੀ ਚੰਗਾ ਹੈ। ਤੇ ਫਿਰ ਕੁਝ ਪੁੱਛਦੇ ਹੁੰਦੇ ਵੀ ਕਿੰਨਾ ਖਾਣਾ ਚਾਹੀਦਾ ਹੈ, ਤਾਂ ਮੈਂ ਕਹਿੰਦਾ ਵੀ 1 ਚਮਚਾ ਰੋਜ਼ ਦਾ ਖਾ ਲਓ, ਉਹਦਾ ਕੋਈ ਹਰਜ ਨਹੀਂ ਹੈਗਾ, ਤੁਹਾਨੂੰ ਉਹਦਾ ਫਾਇਦਾ ਹੀ ਫਾਇਦਾ ਹੈ, ਹਾਂਜੀ। ਤੇ ਡਾਕਟਰ ਜੀ, ਇਹਦੇ ਤੇ ਇੱਕ ਚੀਜ਼ ਹੋਰ ਹੈਗੀ ਹੈ, ਮੈਨੂੰ ਤੁਸੀਂ ਕਹਿੰਦੇ 1 ਚਮਚਾ ਖਾ ਲਓ, ਠੀਕ ਹੈ, ਉਹ ਵੀ ਉਹ ਜਿਸਮ ਨੂੰ, ਜਿਹੜਾ ਜਿਸਮ ਕੋਈ ਐਕਟਿਵ ਹੈਗਾ, ਤੁਰਦੇ ਫਿਰਦੇ ਨੇ, ਕੋਈ ਕੰਮ ਕਰਦੇ ਨੇ, ਪਸੀਨਾ ਵਗੈਰਾ, ਜੇ ਤੁਸੀਂ ਖਾ ਕੇ ਚਮਚਾ ਰੋਜ਼ ਕੁਰਸੀ ਤੇ ਬੈਠੇ ਰਹਿਣਾ, ਉਹ ਨੁਕਸਾਨ ਵੀ ਪਹੁੰਚਾ ਸਕਦਾ? ਨਹੀਂ, ਇੰਨਾ ਕੁ ਤਾਂ ਨਹੀਂ ਨੁਕਸਾਨ ਪਹੁੰਚਾਉਂਦਾ ਹੈਗਾ, ਨਹੀਂ ਜੀ, ਨਹੀਂ ਜੀ। ਜੇ ਜ਼ਿਆਦਾ ਖਾਂਦੇ ਤਾਂ ਨੁਕਸਾਨ ਹੋ ਸਕਦਾ। ਅਸੀਂ ਗੱਲ ਕਰ ਰਹੇ ਸੀ ਸਾਡੇ ਕਜ਼ਨ ਦੇ ਨਾਲ, ਉਹ ਕਹਿੰਦੇ ਵੀ ਜਦੋਂ ਇੰਡੀਆ ਤੋਂ ਆਏ ਸੀਗੇ ਇੱਥੇ, ਤੇ ਉਹ ਬਜ਼ੁਰਗਾਂ ਨੇ ਚਿਕਨ ਬਣਾਉਣੀ, ਹਾਂਜੀ। ਚਿਕਨ ਵਿੱਚੋਂ ਤਾਂ ਫੈਟ ਤਾਂ ਪਹਿਲਾਂ ਹੀ ਨਿਕਲ ਆਉਂਦਾ ਸੀਗਾ, ਤਰੀ ਦੇ ਉੱਤੇ ਫੈਟ ਟੱਪਦਾ ਹੁੰਦਾ ਸੀ, ਤੇ ਉਹ ਨਹੀਂ ਫਿਰ ਉਹ ਇੱਕ ਚਾਕੀ ਬਟਰ ਦੀ ਵਿੱਚ ਹੋਰ ਪਾ ਦੇਣੀ ਐਕਸਟਰਾ, ਹਾਂਜੀ। ਤੇ ਉਹ ਠੀਕ ਸੀਗੇ, ਹਾਂਜੀ, ਦੇ ਵਰ ਫਾਈਨ। ਤੇ ਪਰ ਦੈਟਸ ਡੂਇੰਗ ਇਟ ਲਿਟਲ ਬਿਟ ਐਕਸੈਸਿਵ, ਹੈ ਨਾ। ਤੇ ਜ਼ਿਆਦਾ ਫੈਟ ਇੰਨਾ ਵੀ ਨਹੀਂ ਚਾਹੀਦਾ ਹੈਗਾ, ਤੇ ਜਿਹਦੇ ਵਿੱਚ ਚੀਜ਼ ਆਲਰੇਡੀ ਵਿੱਚ ਫੈਟ ਹੈਗਾ, ਹੋਰ ਫੈਟ ਪਾ ਦੇਣਾ, ਦੈਟਸ ਅ ਬਿਟ ਓਵਰ ਦ ਟੌਪ।
ਪਰ ਡਾਕਟਰ ਜੀ ਬਟਰ ਦਾ ਬਿਸ਼ੱਕ ਦੇ ਤੁਸੀਂ ਕਹਿੰਦੇ ਚਮਚਾ ਖਾਓ ਬਹੁਤਾ ਨੁਕਸਾਨ ਨਹੀਂ ਹੈ, ਪਰ ਜਾਣੇ ਅਣਜਾਣੇ ਅਸੀਂ ਹੋਰ ਚੀਜ਼ਾਂ ਵੀ ਬੜੀਆਂ ਖਾ ਜਾਂਦੇ ਨਾ ਜੋ ਉਹਨੂੰ ਫਿਰ ਖਰਾਬ ਕਰ ਦਿੰਦੀ ਹੈ ਜਾਸਤੀ ਉਹ। ਦੇਖੋ ਜੀ, ਯੂ ਹੈਵ ਟੂ ਵੇ ਐਵਰੀਥਿੰਗ ਅਪ। ਹਾਂ ਹਾਂਜੀ, ਸੋ ਜੇ ਤੁਸੀਂ ਸ਼ੂਗਰ ਜ਼ਿਆਦਾ ਖਾਂਦੇ ਆਪਣੀ ਸ਼ੂਗਰ ਕਮ ਕਰੋ। ਹਾਂਜੀ, ਤੇ ਸ਼ੂਗਰ ਜ਼ਿਆਦਾ ਨੁਕਸਾਨ ਕਰਦੀ ਹੈ ਮੋਰ ਦੈਨ ਐਨੀਥਿੰਗ ਐਲਸ। ਕਰਕੇ ਸ਼ੂਗਰ ਜਿਹੜੀ ਆ ਉਹ ਆਪਾਂ ਵਾਈਟ ਸ਼ੂਗਰ ਆ, ਹਾਂਜੀ, ਰਿਫਾਈਨਡ ਆ, ਤੇ ਉਹ ਤੁਹਾਨੂੰ ਬਹੁਤ ਹੀ ਨੁਕਸਾਨ ਕਰਦੀ ਆ। ਤੇ ਕਈ ਲੋਕੀ ਆ ਰਿਫਾਈਨਡ ਘੀ ਖਾਂਦੇ ਆ, ਹਾਂਜੀ, ਉਹ ਉਹਦਾ ਨੁਕਸਾਨ ਆ। ਉਹ ਵੈਜੀਟੇਬਲ ਆਇਲ ਤੋਂ ਬਣਾਇਆ ਹੁੰਦਾ ਉਹ, ਹਾਂਜੀ, ਉਹਨੂੰ ਟ੍ਰੀਟਮੈਂਟ ਕਰਕੇ ਦੇ ਮੇਕ ਇਟ ਇਨਟੂ ਅ ਸੋਲਿਡ, ਤੇ ਉਹ ਇਟਸ ਟੋਟਲੀ ਤੁਹਾਡੀ ਹੈਲਥ ਲਈ ਬੈਡ ਹੈ। ਜਿਹੜਾ ਰਿਫਾਈਨਡ ਆਇਲਸ ਤੇ ਰਿਫਾਈਨਡ ਘੀ ਜਿਹੜਾ ਹੈ ਬਹੁਤ ਬੈਡ ਹੈ ਤੁਹਾਡੀ ਸਿਹਤ ਲਈ। ਹਾਂਜੀ, ਜਿਹੜਾ ਡਾਕਟਰ ਜੀ ਇਟਸ ਆਲਵੇਜ਼ ਬੈਸਟ ਕਿ ਤੁਸੀਂ ਜਿਹੜੀ ਡਾਈਟ ਹੈਗੀ ਹੈ ਗ੍ਰੀਨ ਦੇ ਉੱਪਰ ਰੱਖੋ, ਜਾਨੀ ਵੈਜੀਟੇਬਲ ਫਰੂਟ ਵਗੈਰਾ ਦੇ ਉੱਪਰ। ਹਾਂਜੀ, ਤੇ ਮੇਰੇ ਹਿਸਾਬ ਨਾਲ ਯੂ ਕੈਨ ਨੈਵਰ ਗੋ ਰੋਂਗ ਵਿਦ ਦਿਸ ਕਾਈਂਡ ਆਫ ਡਾਈਟ ਦੇ ਨਾਲ। ਹਾਂ, ਦੈਟਸ ਰਾਈਟ। ਕਿਉਂਕਿ ਤੁਸੀਂ ਹਰ ਤਰ੍ਹਾਂ ਦੀ ਵੈਜੀਟੇਬਲ ਕੋਈ ਵੀ ਲੈ ਲਓ, ਹਾਂਜੀ, ਉਹਦੇ 'ਚ ਕੁਛ ਨਾ ਕੁਛ ਵਿਟਾਮਿਨਸ ਵਗੈਰਾ ਹੁੰਦੇ ਹੀ ਨੇ ਹਰ ਤਰ੍ਹਾਂ। ਵਿਟਾਮਿਨਸ ਮਿਨਰਲ ਸਾਰੇ ਹੁੰਦੇ ਸਬਜ਼ੀਆਂ ਦੇ ਵਿੱਚ। ਤੇ ਜੇ ਨਟਸ ਤੁਸੀਂ ਖਾਂਦੇ, ਨਟਸ ਦੇ ਵਿੱਚੋਂ ਆਇਲਸ ਵੀ ਮਿਲ ਜਾਂਦੇ, ਨੈਚੁਰਲ ਆਇਲਸ ਜਿਹੜੇ ਆ ਉਹ ਵਧੀਆ ਤੁਹਾਡੀ ਸਿਹਤ ਲਈ ਚੰਗੇ ਆ। ਹਾਂਜੀ, ਤੇ ਓਮੇਗਾ 3 ਆਇਲਸ ਇਹ ਅਲਸੀ ਦੇ ਤੇਲ ਚੋਂ ਮਿਲਦੇ ਆ, ਵਾਲਨਟਸ ਚੋਂ ਮਿਲਦੇ ਆ, ਤੇ ਥੀਸ ਆਰ ਵੈਰੀ ਗੁੱਡ ਫॉर ਯੂ। ਡਾਕਟਰ ਜੀ ਜਿੱਦਾਂ ਅੱਜ ਕੱਲ੍ਹ ਕਾਰਾਂ ਨਵੀਆਂ ਹੋ ਗਈਆਂ ਨੇ ਨਾ, ਆਮ ਮਕੈਨਿਕ ਉਹਨੂੰ ਨਹੀਂ ਬਣਾ ਸਕਦਾ, ਬੜੀ ਡਾਇਗਨੋਸ ਕਰਨ ਨੂੰ ਮਸ਼ੀਨਾਂ ਨਿਕਲੇ ਨੇ। ਮੇਰੇ ਹਿਸਾਬ ਨਾਲ ਬੰਦਿਆਂ ਦੀ ਬਾਡੀ ਵੀ ਉੱਦਾਂ ਹੋ ਗਈ, ਕਿਉਂਕਿ ਪਹਿਲਾਂ ਬੜੇ ਕੇਅਰ ਫਰੀ ਹੁੰਦੇ ਸੀ ਲੋਕ, ਨਾ ਤਾਂ ਬਿਮਾਰੀਆਂ ਸੁਣੀਆਂ ਹੁੰਦੀ ਸੀ, ਹਰ ਚੀਜ਼ ਕਰਦੇ ਸੀਗੇ, ਫਿਟ ਰਹਿੰਦੇ ਸੀਗੇ, ਕਿਉਂਕਿ ਕੰਮ ਵੀ ਕਰਦੇ ਸੀਗੇ, ਤੁਰਦੇ ਵੀ ਸੀਗੇ। ਹੁਣ ਤੇ ਜਿੰਨੀਆਂ ਸਹੂਲਤਾਂ ਹੋ ਗਈਆਂ ਨੇ, ਬਾਡੀ ਇੰਨੀ ਕੰਪਲਿਕੇਟਿਡ ਹੋ ਗਈ ਹੈ, ਇਹਨੂੰ ਸਮਝਣਾ ਬੜਾ ਮੁਸ਼ਕਿਲ ਹੈ। ਹਾਂਜੀ, ਬਾਡੀ ਤਾਂ ਉਹੀ ਆ, ਪਰ ਜਿਹੜੇ ਸਟ੍ਰੈਸ ਹੋ ਗਏ, ਲਾਈਫ ਸਟਾਈਲ ਚੇਂਜ ਸਾਰਾ ਹੋ ਕੁਝ ਗਿਆ, ਨਾ ਐਡ ਹੋ ਗਿਆ ਨਾ, ਡਾਇਟ ਚੇਂਜ ਹੋ ਗਿਆ, ਇਹਦੇ ਨਾਲ ਬਿਮਾਰੀਆਂ ਵੱਧ ਗਈਆਂ। ਤੇ ਪਹਿਲਾਂ ਹਾਰਟ ਅਟੈਕ ਦੀ ਬਿਮਾਰੀ ਤਾਂ ਬਹੁਤ ਘੱਟ ਹੁੰਦੀ ਸੀ ਪਹਿਲਾਂ। ਇਹ ਜਦੋਂ ਦੇ ਇੰਨੀ ਡਾਇਟ ਚੇਂਜ ਕੀਤਾ ਲੋਕਾਂ ਦਾ, ਉਦੋਂ ਦੇ ਹਾਰਟ ਅਟੈਕ ਵਧੇ ਆ। ਇੱਕ ਨਾ ਮੈਨੂੰ ਬੜੀ ਇੰਟਰਸਟਿੰਗ ਗੱਲ ਹੈ, ਮੈਂ ਥੋੜੀ ਸਬਜੈਕਟ ਤੋਂ ਬਾਹਰ ਜਾ ਰਿਹਾ ਲੇਕਿਨ ਬਹੁਤ ਇੰਟਰਸਟਿੰਗ ਹੈ। ਦੋ ਬੰਦੇ ਗੱਲਾਂ ਕਰਦੇ ਸੀ, ਉਹਨੂੰ ਕਹਿੰਦਾ ਕੀ ਕਹਿੰਦਾ, ਮੇਰਾ ਤਾਂ ਦਿਲ ਮਰਨ ਨੂੰ ਕਰਦਾ ਜੀ ਕਹਿੰਦਾ। ਤੇ ਉਹ ਬੰਦੇ ਨੂੰ ਬੜਾ ਲੱਗਿਆ ਕਿ ਇਹਦੇ ਦਿਮਾਗ 'ਚ ਗੱਲ ਨਹੀਂ ਆਉਣੀ ਚਾਹੀਦੀ ਕਿ ਮਰਨਾ ਕੋਈ ਖੱਲਾ ਨਹੀਂ ਹੁੰਦਾ। ਉਹ ਕਹਿੰਦਾ ਏਦਾਂ ਕਰ, ਤੇਰਾ ਮੂੰਹ ਬੰਦ ਕਰ ਲਾ ਤੇ 2 ਮਿੰਟ ਲਈ ਲੱਕ ਬੰਦ ਕਰ ਲਾ, ਟੈਸਟ ਕਰਕੇ ਦੇਖ ਲੈ ਪਹਿਲਾਂ। ਉਹ ਕਹਿੰਦਾ, ਉਹਨੇ ਦੇਖਿਆ, ਕਹਿੰਦਾ ਜਿੱਦਾਂ ਵੀ ਮੈਨੂੰ ਬਿਮਾਰੀ ਹੈ ਮੈਂ ਜੀ ਲਾਂਗਾ, ਏਦਾਂ ਤਾਂ ਮਰਨਾ ਬੜਾ ਮੁਸ਼ਕਿਲ ਹੈ ਕਹਿੰਦਾ। ਯੂ ਨੋ ਏਦਾਂ ਦੀ ਗੱਲਾਂ ਜਿਹੜੀਆਂ ਇਹ ਹਿੰਮਤ ਵਾਲੀਆਂ ਹੁੰਦੀਆਂ, ਕਿਸੇ ਨੂੰ ਦੱਸਿਆ ਕਰੋ ਕਿ ਜਦੋਂ ਵੀ ਬੰਦਾ ਆਪਣੀ ਤਿਆਰੀ ਲੈ ਕੇ ਬੈਠ ਜਾਂਦਾ ਹੈ ਕਿ ਮੈਂ ਮਰਨ ਨੂੰ ਜੀ ਕਰਦਾ, ਜੀ ਨੂੰ ਜੀ ਨਹੀਂ ਕਰਦਾ, जरा कोशिश करो, प्लीज कोशिश ना करें, बिकॉज इट्स वेरी डेंजरस। फ्यू सैकेंड ही लगते ने बंदे ने नक बंद होना ते जबान मूँह बंद करके रखना। यू नो रब ने जिंदगी दी ਉਹਨੂੰ ਜਿਵੇਂ ਜਿੱਦਾਂ ਵੀ ਨਿਕਲਦੀ ਹੈ, ਸ਼ੁਕਰ ਕਰੋ ਕਿ ਸਾਨੂੰ ਸੁਬਾਹ ਹੁੰਦੀ ਹੈ, ਅਸੀਂ ਉੱਠਦੇ ਹਾਂ, ਬਰੀਥ ਕਰਦੇ ਹਾਂ, ਕੁਝ ਮੁਸ਼ਕਲ ਵੀ ਉੱਠਦੇ ਆ, ਤਕਲੀਫਾਂ ਹੈਗੀਆਂ ਨੇ, ਲੇਕਿਨ ਉਹ ਜ਼ਿੰਦਗੀ ਦਾ ਨਾਲ ਚੱਲਦੀਆਂ ਨੇ ਸਭ ਕੁਝ। ਹਾਂਜੀ, ਸਭ ਕੁਝ ਨਾਲ ਚੱਲਦਾ ਰਹਿੰਦਾ। ਤੇ ਆਪਾਂ ਬਟਰ ਦੀ ਗੱਲ ਕਰ ਰਹੇ ਸੀ, ਤੇ ਇਹ ਸੋਚਣ ਵਾਲੀ ਗੱਲ ਆ ਵੀ ਕਿੱਦਾਂ ਗਵਰਨਮੈਂਟਸ ਜਾਂ ਵੱਡੀਆਂ ਕੰਪਨੀਆਂ ਤੁਹਾਡਾ ਮਾਈਂਡ ਚੇਂਜ ਕਰ ਦਿੰਦੀਆਂ। ਵੈਰੀ ਇੰਟਰਸਟਿੰਗ ਹੈ ਕਿੱਦਾਂ ਕਰਦੇ ਆ। ਪਰ ਡਾਕਟਰ ਜੀ ਆਮ ਲੋਕੀ ਬਿਲੀਵ ਨਹੀਂ ਕਰਦੇ, ਕਹਿੰਦੇ ਕਿਉਂਕਿ ਵੱਡੀ ਕੰਪਨੀ ਨੇ ਕਿਹਾ ਤੇ ਸਹੀ ਹੋਣਗੇ ਉਹ। ਦੈਟਸ ਰਾਈਟ। ਉਹ ਉਹਨਾਂ ਦਾ ਮੈਥਡ ਹੈ ਕਿ ਯੂਜ਼ ਕਰਦੇ ਆ ਨਾ ਪ੍ਰੋਪੇਗੈਂਡਾ। ਉਹ ਪਹਿਲਾਂ ਡਰ ਪੈਦਾ ਕਰਦੇ ਤੁਹਾਡੇ ਅੰਦਰ। ਹਾਂਜੀ, ਡਰ ਇਹ ਪੈਦਾ ਕੀਤਾ ਜੇ ਘੀ ਖਾਓਗੇ ਤੁਹਾਨੂੰ ਹਾਰਟ ਅਟੈਕ ਹੋ ਜਾਣਾ। ਬਿਲਕੁਲ। ਹਾਂਜੀ, ਉਹ ਜਦੋਂ ਇੱਕ ਵਾਰੀ ਤੁਹਾਡੇ ਅੰਦਰ ਡਰ ਬਹਿ ਗਿਆ, ਫਿਰ ਉਹਦਾ ਸੋਲੂਸ਼ਨ ਦੱਸ ਦਿੰਦੇ ਆ। ਅੱਛਾ ਜੀ, ਤੁਸੀਂ ਆਹ ਵੈਜੀਟੇਬਲ ਆਇਲਸ ਖਾ ਲਓ, ਮਾਜਰੀਨ ਖਾ ਲਓ, ਇਹ ਤੁਹਾਡੇ ਲਈ ਬੈਟਰ ਰਹੇਗਾ। ਬੜਾ ਇੰਟਰਸਟਿੰਗ। ਆਪਾਂ ਗੱਲ ਕਰਦੇ ਹਾਂ, ਪਹਿਲੇ ਕਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਭਾਜੀ, ਸਵਾਗਤ ਕਰਦੇ। ਆਪਣਾ ਨਾਮ ਦੱਸਣਾ ਚਾਹੋਗੇ ਔਰ ਕਿੱਥੋਂ ਬੋਲਦੇ ਹੋ? ਅਸੀਂ ਜੀ ਬਾਬੇ ਚੌਂਕ ਤੋਂ ਬੋਲਦੇ ਆ। ਅਸੀਂ ਮੇਰੀ ਵਾਈਫ ਨਾਲ ਗੱਲ ਕਰੋਗੇ, ਡਾਕਟਰ ਨੂੰ ਕਰਾਓਗੇ? ਬਿਲਕੁਲ ਬਿਲਕੁਲ ਕਰੋ, ਸਿੱਧੀ ਤੁਸੀਂ ਡਾਕਟਰ ਜੀ ਨਾਲ ਗੱਲ ਕਰੋ। ਹੁਣ ਬੋਲੋ ਜੀ। ਹਾਂਜੀ, ਲੱਖੋ। ਸਤਿ ਸ੍ਰੀ ਅਕਾਲ ਜੀ, ਬੋਲੋ ਜੀ। ਹੈਲੋ ਜੀ। ਹੈਲੋ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਭੈਣ ਜੀ। ਹਾਂਜੀ, ਅਸੀਂ ਪੁੱਛਣਾ ਸੀਗਾ ਇਹ ਵੀ, ਇੱਕ ਤਾਂ ਵੀ ਜਦੋਂ ਮੈਂ ਉੱਠ ਕੇ ਤੁਰਦੀ ਆ, ਬਹਿ ਕੇ ਉੱਠ ਕੇ ਤੁਰਦੀ, ਉਦੋਂ ਮੈਨੂੰ ਚੱਕਰ ਬਹੁਤ ਆਉਂਦੇ ਆ। ਤੇ ਦੂਜਾ ਇਹ ਵੀ ਬਾਥਰੂਮ ਜਦੋਂ ਪਤਾ ਲੱਗਦਾ ਵੀ ਆਉਂਦਾ, ਜਦ ਤਾਈਂ ਮੈਂ ਬਾਥਰੂਮ ਤਾਈਂ ਪਹੁੰਚਦੀ ਆ, ਉਦੋਂ ਤਾਈਂ ਮੇਰਾ ਬਾਥਰੂਮ ਵੀ ਨਿਕਲ ਜਾਂਦਾ। ਹਾਂਜੀ। ਸੋ ਜਦੋਂ ਤੁਸੀਂ ਇੱਕਦਮ ਉੱਠਦੇ ਆ ਤੇ ਤੁਹਾਡਾ ਐਕਚੁਅਲੀ ਉਹ ਬਲੱਡ ਪ੍ਰੈਸ਼ਰ ਘਟ ਜਾਂਦਾ, ਇਹਨੂੰ ਪੋਸਚਰਲ ਹਾਈਪੋਟੈਂਸ਼ਨ ਕਹਿੰਦੇ ਆ। ਹਾਂਜੀ। ਤੇ ਉਹ ਜਦੋਂ ਇੱਕਦਮ ਤੁਹਾਡਾ ਬਲੱਡ ਪ੍ਰੈਸ਼ਰ ਘਟ ਜਾਂਦਾ ਤੇ ਤੁਹਾਨੂੰ ਅੱਖਾਂ ਮੂਹਰੇ ਹਨੇਰਾ ਵੀ ਆ ਸਕਦਾ ਆ, ਤੇ ਚੱਕਰ ਮੈਂ ਤਾਂ ਕਦੇ ਡਿੱਗ ਵੀ ਪੈਣੀ ਆ। ਹਾਂਜੀ, ਚੱਕਰ ਆ ਸਕਦਾ, ਡਿੱਗ ਸਕਦੇ ਆ। ਦੈਟਸ ਰਾਈਟ। ਸੋ ਇਹਦੇ ਲਈ ਹੋਮਿਓਪੈਥੀ ਦਵਾਈ ਆਪਾਂ ਦੇ ਸਕਦੇ ਹਾਂ ਬਲੱਡ ਪ੍ਰੈਸ਼ਰ ਤੁਹਾਡਾ ਕੰਟਰੋਲ ਕਰਨ ਲਈ। ਤੇ ਬਾਕੀ ਬਾਥਰੂਮ ਦਾ ਜਿਹੜਾ ਉਹ ਬਲੈਡਰ ਦਾ ਪ੍ਰੋਬਲਮ, ਇਹ ਲੇਡੀਜ਼ ਦਾ ਵੀ ਜੈਂਟਸ ਦਾ ਵੀ ਬਹੁਤ ਕਾਮਨ ਆ ਇਹ। ਤੇ ਉਹ ਕਮਜ਼ੋਰ ਪੈ ਜਾਂਦੇ ਆ ਜਿਹੜੇ ਬਲੈਡਰ ਆ।
ਤੇ ਉਹਦੇ ਲਈ ਵੀ ਦਵਾਈ ਅਸੀਂ ਦੇ ਸਕਦੇ ਤੁਹਾਨੂੰ। ਹਾਂਜੀ, ਦਵਾਈ ਦਿੱਤੀ ਆ ਡਾਕਟਰ ਨੇ ਤੇ ਜਿਹੜੀਆਂ ਗੋਲੀਆਂ ਚੱਕਰ ਵਾਸਤੇ ਉਹ ਕਹਿੰਦੇ ਵੀ ਉਦੋਂ ਖਾਣੀਆਂ ਜਦੋਂ ਆਉਂਦੇ ਆ, ਨਹੀਂ ਤਾਂ ਫਿਰ ਬੰਦ ਕਰ ਦੇਣੀ 7-8 ਦਿਨਾਂ ਲਈ ਖਾਣੀ, ਫਿਰ ਬੰਦ ਕਰ ਦੇਣੀ ਇਹ ਦਵਾਈ। ਤੇ ਪਰ ਹੁਣ ਥੋੜੇ ਜਿਹੇ ਵੱਧਦੇ ਤੁਰੇ ਜਾਂਦੇ ਆ ਵੀ ਜੇ ਤੁਸੀਂ ਆਪਦੀ ਸਰਜਰੀ ਦਾ ਨਾਂ ਨੰਬਰ ਸਾਰਾ ਕੁਝ ਦੇ ਦੇਵੋ ਤਾਂ ਫਿਰ ਅਸੀਂ ਉੱਥੇ ਆ ਸਕਦੇ ਹਾਂ। ਹਾਂਜੀ ਹਾਂਜੀ, ਕਾਲ ਚੈਨਲ ਤੋਂ ਲੈ ਲੈਣੀ ਡਿਟੇਲਸ ਜੀ। ਥੈਂਕ ਯੂ ਭਾਜੀ ਤੁਹਾਡੇ ਕਾਲ ਕਰਨ ਦਾ। ਮੈਨੂੰ ਲੱਗਦਾ ਕਾਲ ਤੁਹਾਡਾ ਡ੍ਰੌਪ ਹੋ ਗਿਆ। ਜਿੱਦਾਂ ਡਾਕਟਰ ਨੇ ਪਹਿਲਾਂ ਦੱਸਿਆ ਸੀਗਾ 2 ਨੰਬਰ ਹੈਗੇ ਨੇ, ਤੁਸੀਂ ਕੰਸਲਟੇਸ਼ਨ ਦਾ ਨੰਬਰ ਲੈਣਾ ਸਾਡੇ ਕਾਲ ਸੈਂਟਰ ਤੋਂ, ਜੋ ਕਿ ਤੁਸੀਂ ਮੰਡੇ ਵੈਨਸਡੇ ਫਰਾਈਡੇ ਬਿਟਵੀਨ 10 and 11 10 ਤੋਂ 11 ਦੇ ਤੁਸੀਂ ਕਾਲ ਕਰਕੇ ਡਾਕਟਰ ਨਾਲ ਗੱਲ ਕਰੋ ਤੇ ਤੁਸੀਂ ਇੱਕ ਦਫਾ ਮੈਸੇਜ ਕਰ ਲਓ। ਜੇ ਡਾਕਟਰ ਜੀ ਹਮੇਸ਼ਾ ਕੋਸ਼ਿਸ਼ ਕਰਦੇ ਨੇ ਕਿ ਉਹ ਆਨਸਰ ਕਰ ਸਕਣ, ਅਗਰ ਨਹੀਂ ਹੋਏਗਾ ਤੇ ਤੁਹਾਨੂੰ ਵਾਪਸ ਕਾਲ ਕਰਨਗੇ ਤੇ ਅਪਾਇੰਟਮੈਂਟ ਬਣਾ ਕੇ ਤੁਹਾਨੂੰ ਕੁਝ ਨਾ ਕੁਝ ਦੇਣਗੇ। तो प्लीज़ मेक श्योर तुम कॉल करो, लेकिन साढ़े कॉल सेंटर तो नंबर लै लो। डॉक्टर जी मैं थोड़ी बहुत इन्ना ऐड करा क्योंकि ऐड करदा गल बड़े लोगों को है। एक तो जो बंदा जो तुम सुते पे होते थोड़ी जी बॉडी है वो बिल्कुल एक मूड ते चली जाती है जिदा का कि सब कुछ जो ਉਹਦੇ ਚ ਹੋਣਾ ਹੁੰਦਾ ਹੈ। ਜਦੋਂ ਤੁਸੀਂ ਜ਼ੋਰ ਤੇ ਇੱਕਦਮ ਉੱਠਦੇ ਹੋ ਉਹ ਬੜੀ ਡੇਂਜਰ ਚੀਜ਼ ਹੈ। ਆਰਾਮ ਨਾਲ ਉੱਠਿਆ ਕਰੋ ਹਮੇਸ਼ਾ ਹੀ, ਆਰਾਮ ਨਾਲ ਉੱਠਣਾ ਚਾਹੀਦਾ, ਆਰਾਮ ਨਾਲ ਉੱਠਣਾ ਚਾਹੀਦਾ, ਬੋਡੀ ਨੂੰ ਐਡਜਸਟ ਥੋੜਾ ਕਰ ਦਿਓ। ਪਰ ਡਾਕਟਰ ਇੱਕ ਪਾਸੇ ਤੁਹਾਨੂੰ ਤੁਸੀਂ ਬਾਥਰੂਮ ਜਾਣਾ ਹੈ, ਇੱਕ ਪਾਸੇ ਤੁਸੀਂ ਹੌਲੀ ਉੱਠਣਾ। ਕਈ ਦਫਾ ਬੰਦਾ ਸੋਚਦਾ ਕਿ ਮੈਂ ਛੇਤੀ ਜਾਵਾਂ ਕਿ ਮੈਨੂੰ ਬੜਾ ਪ੍ਰੈਸ਼ਰ ਪਿਆ ਹੋਇਆ ਤੇ ਕੁਝ ਵੀ ਹੋਵੇ ਮਿਲਦਾ ਤੁਸੀਂ ਹੈਵ ਟੂ ਗੈਟ ਅਪ ਵੈਰੀ ਸਲੋਲੀ। ਹਾਂ ਸਲੋਲੀ ਉੱਠਣਾ ਚਾਹੀਦਾ, ਸਪੈਸ਼ਲੀ ਜੇ ਇਦਾਂ ਦਾ ਕੋਈ ਪ੍ਰੋਬਲਮ ਹੈਗਾ ਕਿ ਤੁਹਾਨੂੰ ਚੱਕਰ ਆ ਜਾਂਦਾ। ਦੈਟਸ ਰਾਈਟ। ਹਾਂਜੀ ਬੰਦਾ ਉੱਠ ਕੇ ਹੌਲੀ ਹੌਲੀ ਉੱਠ ਕੇ ਬੈੱਡ ਤੇ ਬੈਠੋ ਥੋੜਾ ਜਿਹਾ, ਕਦਾ ਮੇਰਾ ਲੈਟ ਦਾ ਪ੍ਰੈਸ਼ਰ ਥੋੜਾ ਸਾਰਾ ਠੀਕ ਹੋ ਜਾਵੇ ਫਿਰ ਤੁਰੋ ਦੁਬਾਰਾ। ਹਾਂਜੀ ਸਿਆਣਿਆਂ ਨੂੰ ਖਾਸ ਕਰਕੇ ਉਹਨਾਂ ਦਾ ਦੇ ਕੈਨ ਫਾਲ ਓਵਰ ਈਜ਼ੀਲੀ ਹੈ ਨਾ। ਜੇ ਡਿੱਗ ਪੈਣ ਤਾਂ ਕੋਈ ਹੱਡੀ ਵੀ ਟੁੱਟ ਸਕਦੀ ਹੈ ਕਿਉਂਕਿ 올ਡ ਏਜ ਵਿੱਚ ਹੱਡੀਆਂ ਥੋੜ੍ਹੀਆਂ ਕਮਜ਼ੋਰ ਵੀ ਹੋ ਜਾਂਦੀਆਂ। ਸੋ ਹੈਵ ਟੂ ਬੀ ਕੇਅਰਫੁਲ। ਪਰ ਉਹਦਾ ਜਿੱਦਾਂ ਤੁਸੀਂ ਕਹਿੰਦੇ ਕਿ ਹੋਮਿਓਪੈਥ ਕੋਈ ਹੈ ਕਿ ਇਹਦੇ ਨਾਲ? ਹਾਂਜੀ ਹਾਂਜੀ ਦੈਟਸ ਰਾਈਟ। ਮੇਰੇ ਖਿਆਲ ਉਹਨਾਂ ਨੇ ਇਹਨਾਂ ਨੂੰ ਦਵਾਈ ਦਿੱਤੀ ਹੈਗੀ ਆ ਜਿਹੜੇ 'ਚ ਆਮ ਚੱਕਰ ਆਉਂਦੇ ਉਹਨਾਂ ਲਈ ਦਿੱਤੀ ਆ ਤੇ ਉਹ ਹੁੰਦਾ ਵਰਟੀਗੋ। ਹਾਂਜੀ ਦੈਟਸ ਡਿਫਰੈਂਟ। ਤੇ ਇਹ ਇਹਨਾਂ ਨੂੰ ਇਹ ਪ੍ਰੋਬਲਮ ਹੈ, ਇਹਨਾਂ ਦਾ ਬਲੱਡ ਪ੍ਰੈਸ਼ਰ ਇੱਕਦਮ ਡ੍ਰੌਪ ਹੋ ਜਾਂਦਾ ਜਦੋਂ ਉੱਠਦੇ ਆ। ਅੱਛਾ ਡ੍ਰੌਪ ਹੋ ਜਾਂਦਾ? ਹਾਂ ਦੈਟਸ ਰਾਈਟ। ਇਸੇ ਕਰਕੇ ਉਹ ਅੱਖਾਂ ਮੂਹਰੇ ਹਨੇਰਾ ਆ ਜਾਂਦਾ ਹੈ। ਹਾਂਜੀ ਉਹਦੇ ਨਾਲ ਚੱਕਰ ਆ ਜਾਂਦਾ। ਕੈਨ ਇਮੇਜਿਨ ਬੜਾ ਪ੍ਰੋਬਲਮ ਹੈ ਕਿ ਇੱਕਦਮ ਬਾਥਰੂਮ ਜਾਣਾ ਹੋਵੇ ਤੇ ਉੱਤੋਂ ਚੱਕਰ ਆ ਜਾਵੇ। ਇਟਸ ਵੈਰੀ ਰਿਸਕੀ ਡੇਂਜਰਸ ਹੋ ਸਕਦਾ। ਥੈਂਕ ਯੂ ਭੈਣ ਜੀ ਕਾਲ ਕਰਨ ਦਾ। ਜਿੱਦਾਂ ਮੈਂ ਕਿਹਾ ਪਲੀਜ਼ ਤੁਸੀਂ ਨੰਬਰ ਲੈ ਕੇ ਡਾਕਟਰ ਸਾਹਿਬ ਨੂੰ ਕਾਲ ਕਰਕੇ ਗੱਲ ਕਰ ਲਿਓ ਜੀ। ਡਾਕਟਰ ਜੀ ਆਪਾਂ ਬਟਰ ਵਗੈਰਾ ਦੀ ਗੱਲ ਕਰ ਰਹੇ ਸੀ। ਹਾਂਜੀ ਸੋ ਆਪਾਂ ਦੱਸਦੇ ਸੀ ਵੀ ਕਿੱਦਾਂ ਪ੍ਰੋਪਾਗੈਂਡਾ ਕੰਪਨੀਆਂ ਕਰਦੀਆਂ। ਸੋ ਪਹਿਲਾਂ ਡਰ ਪੈਦਾ ਕਰਦੀਆਂ ਫਿਰ ਉਹਦਾ ਸੋਲੂਸ਼ਨ ਦੇ ਦਿੰਦੇ ਆ। ਹਾਂਜੀ ਸੋ ਇਸੇ ਤਰ੍ਹਾਂ ਨਹੀਂ ਕੀਤਾ ਸੀ ਇਹ ਬਟਰ ਦੇ ਨਾਲ। ਜਾਂ ਕਹਿੰਦੇ ਪਈ ਹਾਰਟ ਅਟੈਕ ਹੁੰਦੇ ਆ, ਕੋਲੈਸਟਰੋਲ ਦੇ ਨਾਲ ਹਾਰਟ ਅਟੈਕ ਹੁੰਦੇ ਆ ਤੇ ਤੁਸੀਂ ਇਹ ਚੀਜ਼ਾਂ ਵਰਤੋ ਇਨਸਟੈਡ, ਜਾਂ ਤੁਸੀਂ ਇਹ ਗੋਲੀਆਂ ਖਾਇਆ ਕਰੋ। ਸੋ ਹਰੇਕ ਨੂੰ ਕੋਲੈਸਟਰੋਲ ਦੀ ਗੋਲੀ ਲਾ ਦਿੱਤੀ ਆ। ਹਾਂਜੀ ਤੇ ਗੋਲੀਆਂ ਖਾਈ ਜਾਓ ਫॉर द ਰੈਸਟ ਆਫ ਯਰ ਲਾਈਫ। ਤੇ ਜੇ ਰੈਸਟ ਆਫ ਦ ਲਾਈਫ ਖਾਈ ਜਾਂਦੇ ਆ ਤਾਂ ਉਹਨਾਂ ਨੂੰ ਇਨਕਮ ਆਈ ਜਾਂਦੀ ਆ। ਹਾਂਜੀ ਤੇ ਪਰ ਜਦੋਂ ਚੈੱਕ ਕਰਕੇ ਦੇਖਦੇ ਵੀ ਜਿਹੜੇ ਲੋਕਾਂ ਨੂੰ ਹਾਰਟ ਅਟੈਕ ਹੋਏ ਆ ਉਹਨਾਂ ਦਾ ਕੋਲੈਸਟਰੋਲ ਕਿੰਨਾ ਸੀਗਾ, ਉਹਨਾਂ ਕੋਲੈਸਟਰੋਲ ਕਦੇ ਹਾਈ ਨਹੀਂ ਹੁੰਦਾ। ਹਾਂਜੀ ਇਨਫੈਕਟ ਜਿਨ੍ਹਾਂ ਦਾ ਜ਼ਿਆਦਾ ਲੋ ਹੁੰਦਾ ਉਹਨਾਂ ਦੇ ਸਮੇਂ ਕਿ ਜ਼ਿਆਦਾ ਹਾਰਟ ਅਟੈਕ ਹੋਏ ਸੀ। ਹਾਂਜੀ ਸੋ ਦੇयर इज नो ਕੋਰਿਲੇਸ਼ਨ। ਪਰ ਡਾਕਟਰ ਜਿੱਦਾਂ ਤੁਸੀਂ ਹਮੇਸ਼ਾ ਕਹਿੰਦੇ ਆ ਕਿ ਜਿਹੜੀ ਵੀ ਚੀਜ਼ ਤੁਸੀਂ ਖਾਂਦੇ ਹੋ ਲਿਮਿਟੇਸ਼ਨ ਹੋਣੀ ਚਾਹੀਦੀ ਹੈ। ਡਾਇਟ ਚੇਂਜ ਕਰੋ। ਇੱਕ ਚੀਜ਼ ਰੋਜ਼ ਕਈ ਦਫਾ ਖਾਣ ਦੇ ਨਹੀਂ। ਪਹਿਲਾਂ ਕਾਲ ਲੈ ਲੈਣੇ, ਟਾਈਮ ਵੀ ਬ੍ਰੇਕ ਪਰ ਜਾ ਰਿਹਾ ਸੀ ਫਟਾਫਟ। ਹੈਲੋ ਜੀ ਸਤਿ ਸ਼੍ਰੀ ਅਕਾਲ। ਹੈਲੋ ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣਾ ਨਾਮ ਦੱਸਣਾ ਚਾਹੋਗੇ, ਕਿੱਥੋਂ ਬੋਲਦੇ ਹੋ? ਹਾਂਜੀ ਅਸੀਂ ਬਾਰਮਿੰਗਹਾਮ ਤੋਂ ਬੋਲਦੇ ਹਾਂ। ਭਜਨ ਕੌਰ ਮੇਰਾ ਨਾਮ ਜੀ। ਚਲੋ ਭਾਜੀ ਅਸੀਂ ਬ੍ਰੇਕ ਤੇ ਜਾਣਾ, ਤੁਸੀਂ ਡਾਕਟਰ ਨਾਲ ਗੱਲ ਕਰ ਲਓ ਹੁਣ ਫਟਾਫਟ। ਅੱਛਾ ਜੀ ਹਾਂਜੀ ਬੋਲੋ। ਹਾਂਜੀ ਡਾਕਟਰ ਸਾਹਿਬ ਜੀ ਮੈਂ ਮੇਰੇ ਆਪਣੇ ਕਾਕਾ ਆ ਮੇਰਾ, ਉਹਨੂੰ OCD ਦੀ ਜਿਹੜੀ ਹੁੰਦੀ OCD ਉਹਨੂੰ ਹੋਏ ਨੂੰ 18-19 ਸਾਲ ਹੀ ਹੋ ਗਏ ਦਵਾਈ ਖਾਂਦੇ। ਹਾਂਜੀ ਹਾਂਜੀ ਤੇ OCD ਦੇ ਨਾਲ ਹੱਥ ਧੋਈ ਜਾਣੇ ਆ, ਪੈਰ ਨਹਾਈ ਜਾਣਾ, ਪਾਣੀ ਡੋਲੀ ਜਾਣਾ, ਮੇਰੇ ਨਾਲ ਨਾ ਕੋਈ ਲੱਗੇ। ਇਹ ਬਿਮਾਰੀ ਉਹਨੂੰ ਬਹੁਤ ਚਿਰਾਂ ਦੀ ਗੋਲੀਆਂ ਉਦੋਂਦੀਆਂ ਖਾਂਦਾ ਆ। ਹੁਣ ਉਹ ਗੋਲੀਆਂ ਨੇ ਅਸਰ ਕਰਨ ਹਟ ਗਈਆਂ ਤੇ ਡਾਕਟਰ ਨੇ ਬਦਲੀ ਸੀ ਗੋਲੀ, ਥੋੜੀ ਜਿਹੀ ਜ਼ਿਆਦਾ ਸਟਰੋਂਗ ਦਿੱਤੀ ਆ। ਉਹਦੇ ਨਾਲ ਜਦ ਉਹ ਖਾਂਦਾ ਆ ਤਾਂ ਉਹਦਾ ਦਿਲ ਕੰਬਦਾ ਆ ਤੇ ਹੁਣ ਜ਼ਿਆਦਾ ਹੀ ਹੋਇਆ ਆ। ਜਿੱਦਾਂ ਹੁਣ ਏਦਾਂ ਬਾਣੀ ਸੰਥਿਆ ਦਿੰਦਾ, ਪਾਠ ਸਿਖਾਉਂਦਾ, ਪੜ੍ਹਿਆ ਆ ਤੇ ਹੁਣ ਉਹ ਵੀ ਜਾ ਨਹੀਂ ਹੁੰਦਾ ਹੈਗਾ ਤੇ ਜਾਂ ਟੈਲੀਫੋਨਾਂ ਤੇ ਜਾਂਦਾ ਆ ਤੇ ਉੱਠ ਨਹੀਂ ਹੁੰਦਾ। ਹੁਣ ਖਾਣੋਂ ਵੀ ਖੁਰਾਕ ਬਹੁਤ ਘਟ ਗਈ ਹੋਆ ਤੇ ਉੱਦਾਂ ਵੀ ਜਦੋਂ ਪਾਠ ਕਰਦਾ ਨਾ ਨਿਤਨੇਮ ਦੀ ਬਾਣੀ ਦਾ ਆਪਣਾ ਦਾ ਤੇ ਉਹਦਾ ਏਦਾਂ ਅਸੀਂ ਕੋਲ ਬੈਠੇ ਸਾਹ ਵੀ ਨਹੀਂ ਲੈ ਸਕਦੇ, ਕੋਈ ਡੋਰ ਵੀ ਨਹੀਂ ਲਾ ਸਕਦੇ, ਪਿੱਛੇ ਨੂੰ ਜਾਂਦਾ ਜਿੱਦਾਂ ਸਾਰੀ ਦਿਹਾੜੀ ਲੱਗ ਜਾਂਦੀ ਪਾਠ ਕਰਨੇ ਨੂੰ, ਨਿਤਨੇਮ ਦੀਆਂ ਬਾਣੀਆਂ ਪਾਣੀ ਤੇ ਮੋੜ ਪਿੱਛੇ ਨੂੰ ਜਾਂਦਾ। ਇਹ ਮੈਂਟਲ ਹੈਲਥ ਇਸ਼ੂ ਹੋ ਜਾਂਦਾ
ਤੇ ਮੈਂਟਲ ਹੈਲਥ ਪ੍ਰੋਬਲਮਸ ਜਿਹੜੇ ਇਹ ਈਜ਼ੀ ਨਹੀਂ ਹੈਗੇ ਟ੍ਰੀਟ ਕਰਨੇ, ਕਿਉਂਕਿ ਇਹ ਬਹੁਤ ਚਿਰਾਂ ਦਾ ਪ੍ਰੋਬਲਮ ਹੋ ਚੁੱਕਾ ਹੁਣ, ਤੇ ਮੈਂਟਲ ਹੈਲਥ ਉਹ ਵੈਸੇ ਵੀ ਡਿਫਿਕਲਟ ਪ੍ਰੋਬਲਮਸ ਆ। ਜੇ ਤੁਹਾਨੂੰ ਇਹਦੀ ਵਜ੍ਹਾ ਪਤਾ ਹੋਵੇ ਕਿੱਥੋਂ ਸ਼ੁਰੂ ਹੋਇਆ, ਕਿਉਂ ਸ਼ੁਰੂ ਹੋਇਆ, ਤਾਂ ਸ਼ਾਇਦ ਤੁਹਾਡੀ ਹੈਲਪ ਕਰ ਸਕਦੇ। ਮੇਰਾ ਟਕਸਾਲ ਚ ਪੜ੍ਹ ਕੇ ਆਇਆ ਸੀਗਾ ਤਾਂ ਟਕਸਾਲ ਦੇ ਵਿੱਚ। ਹਾਂਜੀ। ਤੇ ਜਦ ਆਏ ਨੂੰ ਹਜੇ ਥੋੜਾ ਚਿਰ ਹੋਇਆ ਸੀ ਤਾਂ ਮੈਂ ਇੰਡੀਆ ਗਈ ਸੀ, ਮੇਰਾ ਐਕਸੀਡੈਂਟ ਹੋ ਗਿਆ ਸੀਗਾ। ਮੇਰੇ ਲੱਤ, ਮੈਂ ਡਿਸੇਬਲਡ ਹੈ ਲੱਤ, ਤੇ ਮੇਰੇ ਫ੍ਰੈਕਚਰ ਹੋ ਗਿਆ ਸੀਗਾ। ਹਜੇ ਵੀ ਮੈਂ ਜਿੱਦਾਂ ਤੁਰਦੀ ਸਪਲੈਂਟ ਦੇ ਨਾਲ ਆ, ਜਿੱਦਾਂ ਮੇਰੀ ਮੇਨ ਨਰਵ ਜਿਹੜੀ ਆ। ਹਾਂਜੀ, ਹੋ ਸਕਦਾ ਇਹਨਾਂ ਨੂੰ ਸ਼ੌਕ ਲੱਗਾ ਹੋਵੇ ਪਈ ਐਕਸੀਡੈਂਟ। ਸੌਰੀ ਭੈਣ ਜੀ, ਮਾਫੀ ਚਾਹਾਂਗਾ, ਸਾਨੂੰ ਬ੍ਰੇਕ ਲੈਣੀ ਪਏਗੀ। ਤੁਸੀਂ ਪ੍ਰੋਗਰਾਮ ਦੇਖਦੇ ਰਹੋ। ਮੈਂ ਬੇਸ਼ੱਕ ਕਹਿੰਦਾ ਜਿਹੜੀ ਤੁਸੀਂ ਸਵਾਲ ਪੁੱਛਿਆ ਮੈਂ ਥੋੜੀ ਉਹਦੇ ਬਾਰੇ ਚਰਚਾ ਕਰਾਂਗੇ ਤੇ ਹੋਪਫੁਲੀ ਤੁਸੀਂ ਸੁਣੋਗੇ ਤੇ ਡਾਕਟਰ ਜੀ ਜਵਾਬ ਦੇ ਦੇਣਗੇ। ਬਾਕੀ ਸਾਡੇ ਕਾਲ ਸੈਂਟਰ ਤੋਂ ਨੰਬਰ ਲੈ ਕੇ ਤੁਸੀਂ ਡਾਕਟਰ ਨਾਲ ਕਾਲ ਕਰੋ, ਗੱਲ ਕਰਿਓ ਤੇ ਜ਼ਰੂਰ ਕੁਛ ਨਾ ਕੁਛ ਰਸਤਾ ਦਿਖਾਣਗੇ, ਮੈਂ ਉਮੀਦ ਰੱਖਦਾ। ਥੋੜੀ ਜਿਹੀ ਬ੍ਰੇਕ ਲੈਂਦੇ ਹਾਂ ਡਾਕਟਰ ਜੀ, ਆਪਾਂ ਡਾਕਟਰ ਤੋਂ ਬਾਅਦ ਫਿਰ ਅਸੀਂ ਗੱਲਬਾਤ ਕਰਦੇ ਹਾਂ। ਤਾਂ ਪਲੀਜ਼ ਸਟੇ ਟਿਊਨਡ ਇਨ। ਬਹੁਤ ਛੋਟੀ ਬ੍ਰੇਕ ਲੈ ਕੇ ਅਸੀਂ ਹੁਣ ਵਾਪਸ ਆਉਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਭੈਣ ਜੀ, ਜਦੋਂ ਹੁਣੇ ਤੁਹਾਡਾ ਕਾਲ ਹੋਇਆ ਸੀ, ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਪਲੀਜ਼ ਵਾਚ ਕਰੋ। ਥੋੜੀ ਬਹੁਤੀ ਜਿਹੜੀ ਗੱਲ ਵਿੱਚ ਰਹਿ ਗਈ ਅਸੀਂ ਪੂਰੀ ਕਰ ਦਿੰਦੇ ਹਾਂ। ਡਾਕਟਰ ਜੀ, ਤੁਹਾਨੂੰ ਉਹਨੂੰ ਕੀ ਟਰਬਲ ਸੀਗੀ ਐਕਚੁਅਲੀ, ਮੈਨੂੰ ਖਾਸ? ਹਾਂਜੀ, OCD ਹੁੰਦਾ, ਓਬਸੈਸਿਵ ਕੰਪਲਸਿਵ ਡਿਸਆਰਡਰ। ਅੱਛਾ। ਹਾਂਜੀ, ਉਹਨਾਂ ਨੂੰ ਇਹ ਮੈਂਟਲ ਹੈਲਥ ਇਸ਼ੂ ਹੈ ਇਹ। ਪਰ ਉਹਨਾਂ ਦੀ ਏਜ ਨਹੀਂ ਦੱਸੀ ਲੜਕੇ ਦੀ? 30 ਕੁਛ ਕਹਿੰਦੇ ਸੀ। ਅੱਛਾ, 30 ਕਿਹਾ ਸੀ ਸ਼ਾਇਦ। ਅੱਛਾ, ਹਾਂਜੀ, ਥਿੰਕ ਸਮਥਿੰਗ ਲਾਈਕ ਦੈਟ। ਤੇ ਉਹ ਹੁੰਦਾ ਪਈ ਉਹਨੇ ਕੋਈ ਨਾ ਕੋਈ ਮੂਵਮੈਂਟ ਜਾਂ ਰਿਪੀਟਿਵ ਕਰੀ ਜਾਣਾ ਬਾਰ-ਬਾਰ। ਉਹਨਾਂ ਦਾ ਫੀਲਿੰਗ ਆਉਂਦਾ ਵੀ ਮੈਂ ਰੋਂਗ ਕਰ ਰਿਹਾ, ਆਈ ਹੈਵ ਟੂ ਡੂ ਇਟ ਰਾਈਟ। ਜਦ ਤੇ ਉਹ ਰਾਈਟ ਨਹੀਂ ਫੀਲਿੰਗ ਕਰਦਾ, ਉੱਤੇ ਉਹ ਅੱਗੇ ਨਹੀਂ ਕੁਛ ਹੋਰ ਕਰ ਸਕਦਾ। ਸੋ ਕਈ ਨੇ ਹੱਥੇ ਧੋਈ ਜਾਣੇ, ਹੱਥ ਧੋਈ ਜਾਣੇ, ਵਾਰ-ਵਾਰ ਹੱਥ ਧੋਈ ਜਾਣੇ। ਓਬਸੈਸ਼ਨ ਹੁੰਦੀ ਹੈ, ਓਬਸੈਸ਼ਨ ਹੋ ਜਾਂਦਾ। ਦੈਟਸ ਰਾਈਟ। ਹਾਂਜੀ। ਜਾਂ ਕੋਈ ਚੀਜ਼ ਨੂੰ ਇੱਦਾਂ ਹੱਥ ਲਾਈ ਜਾਣਾ, ਹੱਥ ਲਾਈ ਜਾਣਾ, ਜਦ ਤੇ ਉਹ ਬੈਟਰ ਨਹੀਂ ਫੀਲ ਕਰਦਾ, ਉੱਤੇ ਹੱਥ ਲਾਈ ਜਾਣਾ, ਅੱਗੇ ਨਹੀਂ ਹੋਰ ਕੋਈ ਕੰਮ ਕਰਨਾ ਚਾਹੀਦਾ। ਫਿਜੀਟਿਵ ਅਸੀਂ ਕਹਿੰਦੇ ਹਾਂ, ਬੜਾ ਫਿਜੀਟਿਵ ਹੈ। ਉਹ ਦੂਜਾ ਲਫ਼ਜ਼ ਦੇ ਦਿੰਦੇ ਉਹਨੂੰ ਕਿ ਟਿਕ ਕੇ ਨਹੀਂ ਬੈਠ ਸਕਦਾ। ਹਾਂਜੀ, ਦੈਟਸ ਰਾਈਟ। ਪਰ ਇਹ ਇੱਕ ਬਿਮਾਰੀ ਆ ਤੇ ਉਹਨਾਂ ਨੂੰ ਕਰਨਾ ਹੀ ਪੈਂਦਾ ਹੈ। ਕੰਪਲਸਿਵ, ਦੈਟਸ ਵਾਈ ਇਟਸ ਕਾਲਡ ਓਬਸੈਸਿਵ ਕੰਪਲਸਿਵ ਡਿਸਆਰਡਰ। ਇਹ ਕਿਸ ਤਰ੍ਹਾਂ ਹੁੰਦੀ ਹੈ ਫਾਰਮ? ਹਾਊ ਡਸ ਇਟ ਸਟਾਰਟ? ਸੋ ਹੋ ਸਕਦਾ ਵੀ ਉਹਨਾਂ ਨੂੰ ਕੋਈ ਅਪਸੈਟ ਹੋਇਆ ਹੋਵੇ, ਜਿੱਦਾਂ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਸੀ ਮਾਤਾ ਜੀ ਦਾ, ਤੇ ਉਹਨੇ ਸਟ੍ਰੈਸ ਲੈ ਲਏ ਵੀ ਪਤਾ ਨਹੀਂ ਕੀ ਹੋ ਜਾਣਾ ਆ, ਤੇ ਉਹ ਸਟ੍ਰੈਸ ਦੇ ਨਾਲ, ਇਮੋਸ਼ਨਲ ਪ੍ਰੋਬਲਮਸ ਦੇ ਨਾਲ ਇੱਦਾਂ ਹੋ ਸਕਦਾ ਹੈ। ਤੇ ਬੱਚਿਆਂ ਨੂੰ ਸਕੂਲ ਦਾ ਸਟ੍ਰੈਸ, ਐਗਜ਼ਾਮ ਸਟ੍ਰੈਸ ਦੇ ਨਾਲ ਹੋ ਸਕਦਾ ਹੈ। ਸੋ ਲੋਟ ਆਫ ਫੈਕਟਰਸ ਲਾਈਕ ਦੈਟ, ਇਮੋਸ਼ਨਲ ਪ੍ਰੋਬਲਮ। ਡਾਕਟਰ, ਸਾਰਿਆਂ ਨੂੰ ਪਹਿਲੀ ਚੀਜ਼ ਮੈਂ ਦੇਖਿਆ ਖੁਰਾਕ ਨਾਲੋਂ ਸਟ੍ਰੈਸ ਸਾਰਿਆਂ ਨੂੰ ਪਹਿਲੀ ਚੀਜ਼ ਹੈ। ਬਿਲਕੁਲ। ਵੱਡਾ ਸਾਰਿਆਂ ਨੂੰ ਜ਼ਿਆਦਾ ਨੁਕਸਾਨ ਉਹ ਕਰਦੀ ਹੈ। ਦੈਟਸ ਰਾਈਟ। ਫਿਜ਼ੀਕਲ ਬੋਡੀ ਤੇ ਵੀ ਤੇ ਮੈਂਟਲੀ ਵੀ। ਮੈਂਟਲ ਉਹੀ ਤਾਂ ਗੱਲ ਹੈ ਨਾ, ਹਰ ਤਰੀਕੇ ਨਾਲ ਸਟ੍ਰੈਸ ਤੇ ਹੁੰਦਾ ਹੈ। ਬ੍ਰੇਨ ਤੇ ਫਰਕ ਪੈਂਦਾ ਹੈ, ਤੁਹਾਡੀ ਹਾਰਟ ਤੇ ਫਰਕ ਪੈਂਦਾ ਉਹਦਾ, ਸਾਰੀ ਬੋਡੀ ਤੇ ਫਰਕ ਪੈਂਦਾ, ਤੁਹਾਡੀ ਸੋਚ ਫਰਕ ਪੈ ਜਾਂਦਾ ਸਾਰਾ। ਬਿਲਕੁਲ 100% ਆਲ ਰਾਊਂਡ ਸਟ੍ਰੈਸ ਮੇਨ ਐਨਮੀ ਹੈ। ਲਾਈਫ ਸਟਾਈਲ ਜਿਹੜੀ ਅੱਜ ਕੱਲ੍ਹ ਹੈ ਨਾ, ਇਹੀ ਹੈ ਸਟ੍ਰੈਸ ਹੈ। ਅੱਜ ਕੱਲ੍ਹ ਸਟ੍ਰੈਸ ਨਾਲ ਬਿਮਾਰੀਆਂ ਜ਼ਿਆਦਾ ਲੱਗਦੀਆਂ ਔਰ ਵੱਧਦੀਆਂ। ਮੈਂ ਬੜੀ ਇੰਟਰਸਟਿੰਗ ਗੱਲ ਮੈਂ ਪਹਿਲਾਂ ਵੀ ਕਹਿ ਚੁੱਕਿਆ, ਬਾਅਦ 'ਚ ਕਰਦੇ, ਪਹਿਲਾਂ ਕਾਲ ਲੈ ਲੈਂਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਆਪਣਾ ਨਾਮ ਦੱਸੋਗੇ, ਕਿੱਥੋਂ ਬੋਲਦੇ ਹੋ? ਹਾਂਜੀ, ਮੇਰਾ ਨਾਮ ਰਜਵੰਤ ਕੌਰ ਆ, ਮੈਂ ਬ੍ਰਿਸਟਲ ਤੋਂ ਬੋਲਦੀ ਹਾਂ। ਹਾਂਜੀ, ਸਵਾਗਤ ਕਰਦੇ। ਹਾਂਜੀ, ਬੋਲੋ ਜੀ, ਬੋਲੋ। ਹਾਂਜੀ, ਮੇਰੇ ਨਾ 2 ਸਾਲ ਪਹਿਲਾਂ ਮੂੰਹ ਵਿੱਚ ਛਾਲੇ ਹੋਏ ਤੇ ਉਹ ਠੀਕ ਨਹੀਂ ਹੋ ਰਹੇ। ਡਾਕਟਰ ਨੇ ਮੈਨੂੰ ਸਟੀਰੋਇਡ ਤੇ ਪਾਇਆ ਆ। 2.25 ਸਾਲ ਹੋ ਗਿਆ। ਫਿਰ ਉਹਨਾਂ ਨੇ ਮੈਨੂੰ ਬਾਇਓਪਸੀ ਕੀਤੀ, ਡਾਇਗਨੋਸ ਹੋਇਆ ਕਿ ਆਟੋਇਮਿਊਨ ਡਿਜ਼ੀਜ਼ ਹੈ, ਕਿ B ਸੈੱਲ ਅਟੈਕ ਕਰਦੇ ਤੇਰੀ ਸਕਿਨ ਤੇ। ਲਾਸਟ ਈਅਰ ਤੋਂ ਸਾਰੇ ਬੋਡੀ ਤੇ ਛਾਲੇ ਹੋ ਗਏ ਸੀਗੇ। ਤਾਂ ਫਿਰ ਉਹਨਾਂ ਨੇ ਮੈਨੂੰ ਰਿਡੋਕਸੀਮੈਬ ਡ੍ਰਿਪ ਲਗਾਇਆ, ਫਿਰ ਉਹਦੇ ਨਾਲ ਡਰਾਈ ਹੋਈ। ਪਰ ਮੂੰਹ ਦੇ ਵਿੱਚ ਉਹ ਸਟੀਰੋਇਡ ਕਰੀਮ ਸੀਗੀ, ਉਹ ਲਾ ਕੇ ਅੰਦਰੋਂ ਮੂੰਹ ਚੋਂ ਸਕਿਨ ਬਹੁਤ ਜ਼ਿਆਦਾ ਥਿਨ ਹੋ ਗਈ ਹੋਆ। ਖਾਣਾ ਵੀ ਬੜਾ ਔਖਾ ਆ ਤੇ ਮੈਨੂੰ ਨਹੀਂ ਸਮਝ ਲੱਗਦੀ ਕੀ ਕਰਾਂ। ਹਾਂਜੀ ਭੈਣ ਜੀ, ਸੋ ਆਟੋਇਮਿਊਨ ਡਿਜ਼ੀਜ਼ ਹੈਗੀ ਜਿੱਦਾਂ ਤੁਸੀਂ ਕਹਿੰਦੇ ਆ। ਹਾਂਜੀ, ਤੁਹਾਡਾ ਇਮਿਊਨ ਸਿਸਟਮ ਜਿਹੜਾ ਉਹ ਆਪਣੇ ਸਰੀਰ ਨੂੰ ਖੁਦ ਅਟੈਕ ਕਰ ਰਿਹਾ, ਤੇ ਕੋਈ ਨਾ ਕੋਈ ਫੰਕਸ਼ਨ ਕਿਤੇ ਰੋਂਗ ਹੋ ਗਿਆ, ਤੇ ਇਹਦੇ ਲਈ ਸਟੀਰੋਇਡ ਹੀ ਤਕਰੀਬਨ ਵਰਤਦੇ ਹੁੰਦੇ, ਜਾਂ ਇੱਕ ਬਾਇਓਲੋਜੀਕਲ ਏਜੰਟਸ ਨਵੇਂ ਨਿਕਲੇ ਆ ਬਹੁਤ ਸਟਰੋਂਗ, ਜ਼ਿਆਦਾ ਉਹ ਵਰਤਦੇ ਆ। ਤੇ ਪਰ ਇਹਨਾਂ ਦੇ ਸਾਈਡ ਇਫੈਕਟ ਬਹੁਤ ਹੁੰਦੇ ਆ। ਹਾਂਜੀ। ਸੋ ਹਾਂਜੀ, ਜਦੋਂ ਮੂੰਹ 'ਚ ਇੱਦਾਂ ਹੋ ਜਾਂਦਾ ਉਹਨੂੰ ਲਾਈਕਨ ਪਲੈਨਸ ਕਹਿੰਦੇ ਆ, ਤੇ ਇਹ ਕਈ ਕੇਸਾਂ ਤੋਂ ਠੀਕ ਹੋਏ ਆ। ਉਹਨਾਂ ਨੇ ਮੈਨੂੰ ਕਿਹਾ ਕਿ ਪੰਫਿਗਸ ਕਿਹਾ, ਹਾਂਜੀ, ਪੈਂਫਿਗਸ। ਹਾਂਜੀ, ਦੈਟਸ ਰਾਈਟ। ਸੋ ਜਦੋਂ ਫੁੱਲ ਜਾਂਦੇ ਛਾਲੇ, ਹਾਂਜੀ, ਉਹਨੂੰ ਪੈਂਫਿਗਸ ਕਹਿੰਦੇ। ਤੇ ਕੋਈ ਗੱਲ ਨਹੀਂ, ਤੁਸੀਂ ਸਾਨੂੰ ਕੰਟੈਕਟ ਕਰਿਓ ਤੇ ਅਸੀਂ ਫਿਰ ਤੁਹਾਡਾ ਕੇਸ ਲੈ ਕੇ ਦਵਾਈ ਭੇਜਾਂਗੇ।
ਥੈਂਕ ਯੂ ਭੈਣ ਜੀ। ਆਈ ਹੋਪ ਤੁਹਾਨੂੰ ਸੁਣ ਗਿਆ ਨਾ ਡਾਕਟਰ ਜੀ ਨਾ ਸਾਡੇ ਕਾਲ ਸੈਂਟਰ ਤੋਂ ਨੰਬਰ ਲੈ ਕੇ ਨਾ ਤੁਸੀਂ ਮੰਡੇ ਵੈਨਸਡੇ ਫਰਾਈਡੇ ਬਿਟਵੀਨ 10 11 ਤੁਸੀਂ ਕਾਲ ਕਰਕੇ ਜੋ ਤੁਸੀਂ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਜੋ ਹੁਣ ਤੁਸੀਂ ਔਨ 에ਅਰ ਗੱਲ ਕਰਦੇ ਡਾਕਟਰ ਜੀ ਬਿਲਕੁਲ ਖੁੱਲ੍ਹ ਕੇ ਨਹੀਂ ਗੱਲ ਸਕਦੇ ਕਿਉਂਕਿ ਕਈ ਬੜੇ ਪਰਸਨਲ ਸਵਾਲ ਪੁੱਛਣੇ ਹੁੰਦੇ ਨੇ ਡਾਕਟਰ ਨੇ ਤੇ ਉਹ ਆਫ ਦੀ 에ਅਰ ਹੁੰਦੇ ਨੇ ਜਦੋਂ ਤੁਹਾਡੀ ਪ੍ਰਾਈਵੇਟ ਕੰਸਲਟੇਸ਼ਨ 1 to 1 ਹੁੰਦੀ ਹੈ। ਨੰਬਰ ਲੈ ਕੇ ਤੁਸੀਂ ਡਾਕਟਰ ਜੀ ਨੂੰ ਕਾਲ ਕਰ ਲਿਓ ਤਾਂ ਆਮ ਸ਼ੋਰ ਕੁਛ ਨਾ ਕੁਛ ਕੋਈ ਭਲਾ ਹੋਏਗਾ ਤੁਹਾਡਾ। ਜੀ ਡਾਕਟਰ ਜੀ ਆਪਾਂ ਟੈਨਸ਼ਨ ਦੀ ਗੱਲ ਕਰਦੇ ਸੀਗੇ ਤੇ ਇਹ ਸਟ੍ਰੈਸ ਜਿਹੜਾ ਬੜੀ ਬੜੀ ਭੈੜੀ ਚੀਜ਼ ਹੈ। ਉਹ ਇਹਦੇ ਬੰਦਾ ਜਿਹੜਾ ਹੁਣ ਐਡਵਾਈਸ ਦਿੰਦੇ ਇੱਕ ਦੂਜੇ ਨੂੰ ਮੈਂ ਪਹਿਲਾਂ ਦੱਸ ਚੁੱਕਾ ਮੈਂ ਫਿਰ ਰਿਪੀਟ ਕਰ ਦਿੰਦਾ ਪਰ ਮੈਨੂੰ ਆਦਤ ਨਹੀਂ ਹੈ ਪਰ ਕਈ ਸੁਣਦੇ ਕਈ ਨਹੀਂ ਸੁਣਨ ਮੈਂ ਤਾਂ ਕਹਿ ਰਿਹਾ ਅਬਸੈਸ਼ਨ ਨਹੀਂ ਹੈ ਮੈਨੂੰ। ਉਹ ਕਹਿੰਦਾ ਜਦੋਂ ਵੀ ਤੁਸੀਂ ਸੋਣਾ ਕਲੀਅਰ ਮਾਈਂਡ ਨਾਲ ਸੋਇਆ ਕਰੋ ਸਟ੍ਰੈਸ ਨਾਲ ਸੋਇਆ ਕਰੋ। ਉਹ ਕਹਿੰਦਾ ਹੁਣ ਮੈਂ ਉਹਨੂੰ ਪੇਕੇ ਭੇਜ ਦਵਾਂ ਕਹਿੰਦਾ ਬਿਲਕੁਲ ਹਾਂਜੀ ਦੈਟਸ ਰਾਈਟ। ਸ਼ਾਮ ਨੂੰ ਜ਼ਰੂਰੀ ਹੈ ਰਿਲੈਕਸ ਹੋਣਾ ਹਾਂ ਜਦੋਂ ਤੁਸੀਂ ਸੌਣ ਜਾਣਾ ਪਹਿਲਾਂ ਤੋਂ ਥੋੜਾ ਜਿਹਾ ਟਾਈਮ ਰਿਲੈਕਸ ਲਈ ਕੱਢੋ ਆਪਣੇ ਆਪ ਲਈ। ਹਾਂਜੀ ਇਹ ਨਹੀਂ ਹੈ ਕਿ ਤੁਸੀਂ ਸ਼ਾਮ ਨੂੰ ਸਟ੍ਰੈਸ 'ਚ ਰਹੋ ਫਿਰ ਤੁਸੀਂ ਸੌਣ ਚੱਲ ਜਾਓ ਨੀਂਦ ਕਿੱਦਾਂ ਆਉਣੀ ਫਿਰ। ਡਾਕਟਰ ਜੀ ਦੋ ਟਾਈਮ ਹੁੰਦੇ ਇੱਕ ਸਵੇਰ ਜਦੋਂ ਤੁਸੀਂ ਫਰੈਸ਼ ਉੱਠਦੇ ਹੋ ਰੱਬ ਦਾ ਨਾਮ ਲੈਂਦੇ ਹੋ ਸੌਣ ਲੱਗੇ ਘਰ 'ਚ ਤੁਸੀਂ ਇਕੱਠੇ ਰਹਿੰਦੇ ਹੋ ਕੋਈ ਝਗੜਾ ਨਾ ਕਰਿਆ ਕਰੋ ਬਿਲਕੁਲ ਸੌਣ ਤੋਂ ਪਹਿਲਾਂ ਕਿਉਂਕਿ ਓਨੈਸਟਲੀ ਥੋੜੀ ਜਿਹੀ ਗੱਲ ਕਈ ਮੇਰੇ ਵਰਗੇ ਬੰਦੇ ਨੂੰ ਕੋਈ ਥੋੜੀ ਜਿਹੀ ਤੁਸੀਂ ਗੱਲ ਕਹਿ ਦਿਓ ਭਾਜੀ ਸਾਰੀ ਰਾਤ ਬੰਦਾ ਸੌਣ ਨਹੀਂ ਸਕਦਾ ਬੇਸ਼ੱਕ ਦੀ ਬੜੀ ਛੋਟੀ ਗੱਲ ਹੋਵੇ ਜਦੋਂ ਮਨ ਅਪਸੈਟ ਹੋ ਜਾਂਦਾ ਫਿਰ ਉਹ ਗੱਲ ਨਿਕਲਦੇ ਨਹੀਂ ਮਨ ਚੋਂ ਵੈਰੀ ਡਿਫਿਕਲਟ। ਮੈਂ ਜਦੋਂ ਸ਼ੋਅ ਕਰਨਾ ਹੁੰਦਾ ਮੈਂ ਕਿਸੇ ਨੂੰ ਨਹੀਂ ਬੋਲਦਾ ਮੈਂ ਪਹਿਲਾਂ ਸਿੱਧਾ ਸਟੂਡੀਓ ਹੁੰਦਾ ਨਹੀਂ ਭਾਜੀ ਬੜੀ ਸਹੀ ਗੱਲ ਹੈਗੀ ਹੈ ਕਿਉਂਕਿ ਜਦੋਂ ਵੀ ਤੁਸੀਂ ਕੋਈ ਵੀ ਕੰਮ ਕਰਦੇ ਹੋ ਮੇਰੀ ਰਿਸਪੌਂਸਿਬਿਲਿਟੀ ਹੈ ਸਾਰੀ ਦੁਨੀਆ 'ਚ ਸਾਡੀ ਆਵਾਜ਼ ਜਾ ਰਹੀ ਹੈ ਔਰ ਕੋਸ਼ਿਸ਼ ਕਰਦੇ ਕਿ ਕੋਈ ਇਦਾਂ ਦਾ ਲਫ਼ਜ਼ ਨਾ ਕੀਤਾ ਜਾਏ ਜਾਣੇ ਅਣਜਾਣੇ ਤਾਂ ਕਿ ਕਿਸੇ ਨੂੰ ਤਕਲੀਫ ਪਹੁੰਚੇ। ਬੜਾ ਸੋਚ ਕੇ ਬੰਦੇ ਨੂੰ ਗੱਲ ਕਰਨਾ ਪੈਂਦਾ ਜੇ ਤੁਸੀਂ ਰਸਤੇ 'ਚ ਕਿਸੇ ਅਪਸੈਟ ਹੋ ਜਾਂਦੇ ਹੋ ਤੁਹਾਡੇ ਟ੍ਰੈਫਿਕ 'ਚ ਕੋਈ ਆਰਗੂਮੈਂਟ ਹੋ ਗਿਆ ਸਿੰਪਲ ਗੱਲ ਆ ਉਹ ਬੰਦੇ ਦੇ ਦਿਮਾਗ 'ਚ ਬੜੀ ਬੈਠ ਜਾਂਦੀ ਹੈ ਗੱਲ ਹੋ ਜਾਂਦੀ ਹੈ। ਕਈ ਵਾਰੀ ਅਸੀਂ ਦੇਖਿਆ ਪਈ ਆਈ ਦਾ ਜੋ ਸਟੂਡੀਓ ਕਈ ਵਾਰ ਟ੍ਰੈਫਿਕ ਹੁੰਦੀ ਆ ਉਹ ਫਿਰ ਥੋੜੀ ਸਟ੍ਰੈਸ ਹੋ ਜਾਂਦੀ ਪਈ ਮੈਂ ਟਾਈਮ ਸਿਰ ਪਹੁੰਚਣਾ ਆ ਤੇ ਫਿਰ ਤੁਸੀਂ ਸਟ੍ਰੈਸ ਵਿੱਚ ਆ ਕੇ ਇੱਥੇ ਬੋਲਦੇ ਫਿਰ ਉਹਦੇ ਰਿਲੈਕਸ ਫੀਲ ਨਹੀਂ ਕਰਦੇ ਹੈਗੇ ਨਾ ਬਿਲਕੁਲ ਬਿਲਕੁਲ ਮੇਕਸ ਅ ਡਿਫਰੈਂਸ। ਹਾਂਜੀ ਨਹੀਂ ਡਾਕਟਰ ਜੀ ਵਾਕਈ ਪੱਕੀ ਗੱਲ ਹੈ। ਇੱਕ ਦੂਜੀ ਗੱਲ ਆ ਬੇਸ਼ੱਕ ਗੱਲ ਕਹਿਣੀ ਬੜੀ ਸਖਲੀ ਹੁੰਦੀ ਕਰਨਾ ਬੜਾ ਔਖਾ ਹੈਗਾ ਕਿ ਕਈ ਲੋਕੀ ਬੜੇ ਕੇਅਰ ਫਰੀ ਹੈਗੇ ਨੇ ਦਿਲ ਨੂੰ ਲਗਾਉਂਦੇ ਨੇ ਉਹ ਗੱਲ ਬਿਲਕੁਲ ਨਹੀਂ। ਹਾਂਜੀ ਦੱਸ ਪਤਾ ਨਹੀਂ ਕਿੱਥੋਂ ਦੀ ਆਦਤ ਆਪੋਜ਼ਿਟ ਹੋ ਜਾਂਦੇ ਬਿਲਕੁਲ ਕੇਅਰ ਫਰੀ ਹੁੰਦੇ ਕੋਈ ਪਰਵਾਹ ਨਹੀਂ ਕਰਦੇ ਕਿਸੇ ਗੱਲ ਦੀ ਉਹ ਵੀ ਬਿਟ ਟੂ ਮਚ ਹੋ ਜਾਂਦਾ ਓਵਰ ਦ ਟੌਪ। ਸਾਡੇ ਰਿਸ਼ਤੇਦਾਰ ਉਸ ਕੋ ਲੇਡੀਆਂ ਆਮ ਸ਼ੋਰ ਮੇਰੇ ਪ੍ਰੋਗਰਾਮ ਦੇਖਦੇ ਹੋਣੇ ਨੇ ਉਹਨਾਂ ਨੂੰ ਸਾਰਾ ਦਿਨ ਕੰਪਲੇਂਟ ਰਹਿੰਦੀ ਕਿ ਮੇਰਾ ਆਦਮੀ ਕੋਈ ਗੱਲ ਹੀ ਨਹੀਂ ਸੁਣਦਾ ਉਹ ਫਿਰ ਉਹ ਕਹਿੰਦੇ ਕੋਈ ਜ਼ਿੰਮੇਵਾਰੀ ਨਹੀਂ ਸਮਝਦਾ ਬਿਲਕੁਲ ਹੀ ਔਰ ਹੈ ਵੀ ਹਕੀਕਤ ਦਾ ਮੈਂ ਤੁਹਾਨੂੰ ਦੱਸਾਂ ਓਨੈਸਟਲੀ ਉਹਨੂੰ ਬਿਲਕੁਲ ਨਹੀਂ ਏਦਾਂ ਦਾ ਫਿਕਰ ਕੁਝ ਨਹੀਂ ਔਰ ਠੀਕ ਹੈ ਉਮਰ ਕਾਫੀ ਹੋ ਗਈ ਲੰਬੇ ਤੋਂ ਘਰ ਵਾਲਿਆਂ ਨੂੰ ਸਟ੍ਰੈਸ ਹੋ ਜਾਂਦਾ ਹੈ ਚਲੋ ਆਪਾਂ ਕਾਲ ਲੈ ਲਈਏ। ਹੈਲੋ ਜੀ ਸਤਿ ਸ਼੍ਰੀ ਅਕਾਲ। ਹੈਲੋ ਜੀ ਸਤਿ ਸ਼੍ਰੀ ਅਕਾਲ ਆਪਣਾ ਨਾਮ ਦੱਸੋਗੇ ਕਿੱਥੋਂ ਬੋਲਦੇ ਹੋ? ਹੈਲੋ ਭਾਜੀ ਮੈਂ ਤੁਹਾਨੂੰ ਹੈਲੋ ਕਹਿ ਰਿਹਾ ਤੁਸੀਂ ਮੈਨੂੰ ਲੱਗਦਾ ਟੀਵੀ ਵੱਲ ਧਿਆਨ ਦੇ ਰਹੇ ਹੋ ਸਾਡੇ ਨਾਲ ਗੱਲ ਕਰੋ। ਆਪਾਂ ਕਿੱਥੋਂ ਬੋਲਦੇ ਹੋ ਤੁਸੀਂ? ਅਸੀਂ ਮੈਂ ਬਾਦਸ਼ਾਹ ਤੋਂ ਬੋਲਦਾ ਜੀ। ਭਾਜੀ ਆਪਣਾ ਨਾਮ ਦੱਸੋਗੇ? ਗੁਰਮੇਲ ਸਿੰਘ। ਬਹੁਤ ਸਵਾਗਤ ਹੁਣ ਤੁਸੀਂ ਸਿੱਧੇ ਡਾਕਟਰ ਜੀ ਨਾਲ ਗੱਲ ਕਰੋ ਬੋਲੋ ਜੀ। ਹਾਂਜੀ ਬੋਲੋ। ਹੈਲੋ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸੁਣਾਓ ਜੀ ਸੁਣਦਾ ਮੈਨੂੰ? ਮੈਂ ਗੁਰਮੇਲ ਬੋਲਦਾ ਜੀ। ਹਾਂਜੀ ਹਾਂਜੀ ਬੋਲੋ। ਹਾਂਜੀ ਉਹ ਜਿਹੜੇ ਮੈਂ ਤੁਹਾਡੇ ਬਹੁਤ ਬਹੁਤ ਧੰਨਵਾਦ ਆ ਡਾਕਟਰ ਸਾਹਿਬ। ਹਾਂਜੀ ਆ ਤੁਹਾਡੀ ਦੁਆ ਦਾ। ਹਾਂਜੀ ਤਾਂ ਮੈਂ ਅੱਗੇ ਨਾ 2 ਵਾਰੀ ਤਾਂ ਖਾ ਚੁੱਕਾ ਪੂਰੀਆਂ ਹੁਣ ਤੀਜੀ ਵਾਰੀ ਖਾਣਾ ਆ। ਹਾਂਜੀ ਵੈਸੇ ਮੈਨੂੰ ਬਹੁਤ ਫਰਕ ਆ ਹੁਣ ਡਾਕਟਰ ਸਾਹਿਬ। ਹਾਂਜੀ ਹਾਂਜੀ ਬਾਕੀ ਉਹਦਾ ਜਿਹੜੀ ਤੀਜੀ ਵਾਰੀ ਤੁਸੀਂ ਭੇਜੀ ਥੋੜੀਆਂ ਰਹਿੰਦੀਆਂ ਆ ਵੈਸੇ ਹੁਣ ਠੀਕ ਆ ਮੈਂ ਉਹਨਾਂ ਨਾਲ। ਤੇ ਦੂਸਰੀ ਆ ਜਿਹੜੀ ਡਾਕਟਰ ਸਾਹਿਬ ਰੇਸ਼ਾ ਨਹੀਂ ਜਾਂਦੀ ਹੈ ਮੇਰੀ ਗੱਲ ਚ ਜਿਹੜੀ। ਹਾਂਜੀ ਹਾਂਜੀ ਕੋਈ ਨਹੀਂ ਰੇਸ਼ਾ ਵੀ ਠਾ ਦੇਵਾਂਗੇ। ਭਾਜੀ ਪਹਿਲਾਂ ਕੀ ਬਿਮਾਰੀ ਸੀ ਤੁਹਾਨੂੰ ਕੀ ਤਕਲੀਫ ਸੀਗੀ? ਤਕਲੀਫ ਆ ਸਾਹ ਦੀ ਸੀ ਕਿਡਨੀਆਂ ਦੀ ਸਾਹ ਦੀ। ਹਾਂਜੀ ਕਿੰਨੀ ਦੇਰ ਦੀ? ਕਾਫੀ ਦੇਰ ਦੀ ਸੀਗੀ? ਹਾਂਜੀ ਤੇ ਕਿੰਨੀ ਦੇਰ ਦਵਾ ਖਾਦੀ ਤੁਸੀਂ ਹੁਣ? ਦਵਾ ਹੁਣ 2 ਮਹੀਨੇ ਪਹਿਲਾਂ ਖਾਧੀ ਆ ਤੀਜਾ ਮਹੀਨਾ ਹੁਣ ਜੀ। ਤੇ ਹੁਣ ਫਰਕ ਆ ਤੁਹਾਨੂੰ ਬਹੁਤ? ਹਾਂਜੀ ਕੀ ਬਾਤ ਹੈ ਵੈਰੀ ਨਾਈਸ ਭਾਜੀ। ਬਹੁਤ ਡਾਕਟਰ ਉਹਨਾਂ ਦਾ ਬਹੁਤ ਧੰਨਵਾਦ ਆ ਜੀ ਮੈਂ ਇਹਨਾਂ ਦਾ ਸ਼ੁਕਰਾਨਾ ਕਰਦਾ ਆ ਭਾਜੀ। ਮੈਨੂੰ ਤਾਂ ਐਵੇਂ ਸ਼ਾਬਾਸ਼ ਮਿਲ ਜਾਂਦੀ ਮੈਂ ਤਾਂ ਉਹਦੇ ਵਿੱਚ ਬੈਠਾ ਕੰਮ ਤੇ ਸਾਰਾ ਡਾਕਟਰ ਜੀ ਦਾ ਹੀ ਹੈ। ਹਾਂਜੀ 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 ਥੈਂਕ ਯੂ ਭਾਜੀ ਥੈਂਕ ਯੂ। ਇਸੇ ਤਰ੍ਹਾਂ ਹੁਣ ਵਾਈਫ ਨੇ ਵੀ ਇਹ ਵੀ ਦਵਾ ਲੈ ਕੇ ਖਾਂਦੇ ਆ ਜੀ ਇਹਨੂੰ ਵੀ ਥੋੜਾ ਫਰਕ ਹੈਗਾ। ਫਿਰ ਡਾਕਟਰ ਉਹਨਾਂ ਨੇ ਕਿਸੇ ਦਿਨ ਤਾਂ ਟੈਲੀਫੋਨ ਤੇ ਗੱਲ ਕਰੂਗੀ ਵਾਈਫ ਵੀ ਹਰਵੰਸ ਕੌਰ ਦਾ ਨਾਮ। ਹਾਂਜੀ ਹਾਂਜੀ
ਤੇ ਡਾਕਟਰ ਉਹਨਾਂ ਨੂੰ ਪਤਾ ਆ। ਠੀਕ ਹੈ ਜੀ, ਠੀਕ ਤਾਂ ਹੈ। ਡਾਕਟਰ ਸਾਹਿਬ ਰੇਸ਼ਾ ਦਾ ਵੀ ਬੰਦੋਬਸਤ ਕੋਈ ਕਰ ਦਿਓ। ਕਰ ਦੇਵਾਂਗੇ, ਕੋਈ ਪ੍ਰੋਬਲਮ ਨਹੀਂ ਜੀ, ਕਰ ਹਾਂਜੀ। ਦੇਵਾਂਗੇ। ਜਿੱਥੇ ਕਿਡਨੀ ਠੀਕ ਹੈ, ਕਿਡਨੀਆਂ ਦਾ ਕਾਫੀ ਫਰਕ ਆ। ਹਾਂਜੀ, ਕਿਉਂਕਿ ਹਸਪੀਟਲ ਵਿੱਚ ਜਾ ਕੇ ਚੈੱਕ ਕਰਾਏ ਅੱਗੇ, ਜਦੋਂ ਦਵਾ ਤੁਹਾਡੀ ਖਾਣ ਲੱਗਿਆ ਉਦੋਂ 17 ਸੀਗੀ ਜੀ। ਹਾਂਜੀ। ਤਾਂ ਉਦੋਂ 17 ਤੋਂ ਹੋਏ 21 ਦਾ ਹੁਣ 25 ਗਈ, ਉਹ 25 ਦੇ ਵੀ ਹੁਣ ਉੱਪਰ ਠੀਕ ਹੋਇਆ ਜੀ। ਕੀ ਬਾਤ ਜੀ, ਤੁਹਾਡਾ ਬਹੁਤ ਧੰਨਵਾਦ ਆ ਡਾਕਟਰ ਸਾਹਿਬ। ਭਾਜੀ ਪ੍ਰੇਰ ਕਰਨਾ ਤੁਹਾਡਾ ਕਰਦਾ ਹਾਂ, ਕਦੇ ਭੁੱਲ ਨਹੀਂ ਸਕਦਾ। ਥੈਂਕ ਯੂ ਜੀ, ਥੈਂਕ ਯੂ। ਤੰਦਰੁਸਤ ਰਹੋ, ਹਮੇਸ਼ਾ ਉਮੀਦ ਰੱਖਦੇ ਹਾਂ ਤੁਸੀਂ ਏਦਾਂ ਰਹੋ ਔਰ ਪ੍ਰੋਗਰਾਮ ਦੇਖਦੇ ਰਹੋ। ਇਹ ਪ੍ਰੋਗਰਾਮ ਬੜੇ ਫਾਇਦੇ ਦਾ, ਬੜੀ ਸਿੱਖਿਆ ਵਾਲੀ ਡਾਕਟਰ ਜੀ ਗੱਲ ਕਰਦੇ ਆ ਤੇ ਬੰਦਿਆਂ ਨੂੰ ਕਾਫੀ ਹੈਲਪ ਹੋ ਜਾਂਦੀ ਹੈ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਮੇਰੇ ਭਰਾ, ਥੈਂਕ ਯੂ ਫੋਨ ਕਰਦਾ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ ਜੀ। ਡਾਕਟਰ ਜੀ ਏਦਾਂ ਜਦੋਂ ਦੇਖੋ ਇਹ ਆਪਾਂ ਹਮੇਸ਼ਾ ਗੱਲ ਕਰਦੇ ਆ, ਪਹਿਲੇ ਤੇ ਬੰਦਿਆਂ ਦੀ ਸੋਚ ਬੜੀ ਪੋਜ਼ਿਟਿਵ ਹੋਣੀ ਚਾਹੀਦੀ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ। ਹਾਂਜੀ। ਜੇ ਤੁਸੀਂ ਮੈਡੀਸਿਨ ਦੀ ਗੱਲ ਕਰ ਲਓ, ਅਗਰ ਜੇ ਤੁਸੀਂ ਉੱਦਾਂ ਹਾਰੇ ਟੁੱਟੇ ਜੇ ਕਰਦੇ ਹੋ ਉਹ ਫਰਕ ਨਹੀਂ ਪੈਂਦਾ, ਕਿਉਂਕਿ ਕਿਉਂ ਏਦਾਂ ਸਿਸਟਮ ਕਾਤੇ ਹੁੰਦਾ, ਵਾਟ ਡਸ ਦਿਸ। ਹਾਂਜੀ, ਸੋ ਜਦੋਂ ਤੁਸੀਂ ਨੈਗੇਟਿਵ ਫਰੇਮ ਆਫ ਮਾਈਂਡ ਚਲ ਜਾਂਦੇ ਆ, ਉਹ ਫਿਰ ਤੁਹਾਡੇ ਇਮਿਊਨ ਸਿਸਟਮ ਤੇ ਇਫੈਕਟ ਬਹੁਤ ਪੈਂਦਾ ਹੈ। ਹਾਂਜੀ, ਸੋ ਬਾਡੀ ਜਿਹੜਾ ਤੁਹਾਡਾ ਫਾਈਟਿੰਗ ਐਬਿਲਿਟੀ ਆ ਨਾ, ਤੁਹਾਡੀ ਅੰਦਰੋਂ ਅੰਦਰ ਤੁਹਾਡੀ ਇੱਕ ਐਨਰਜੀ ਆ ਜਿਹੜੀ ਬਿਮਾਰੀ ਨਾਲ ਫਾਈਟ ਕਰਦੀ ਆ। ਹਾਂਜੀ, ਤੁਹਾਨੂੰ ਹੁਣ ਮਾਮੂਲੀ ਜੇ ਕੋਈ ਬਿਮਾਰੀ ਹੋ ਜਾਂਦੀ, ਕੋਲਡ ਹੋ ਜਾਂਦਾ, ਤੁਹਾਨੂੰ ਪਤਾ ਪਏ 2-4 ਦਿਨਾਂ 'ਚ ਆਪਣੇ ਆਪ ਠੀਕ ਹੋ ਜਾਂਦਾ, ਬੇਸ਼ੱਕ ਤੁਸੀਂ ਦਵਾਈ ਲਓ ਨਾ ਲਓ। ਇਹਦੇ ਨਾਲ ਤੁਹਾਡੇ ਅੰਦਰੋਂ ਜਿਹੜਾ ਹੀਲਿੰਗ ਕੈਪੈਸਿਟੀ ਹੈਗੀ ਆ, ਤੁਹਾਡੀ ਬਾਡੀ ਵਿੱਚ ਇੱਕ ਐਨਰਜੀ ਆ ਜਿਹੜੀ ਬਿਮਾਰੀ ਨਾਲ ਫਾਈਟ ਕਰਦੀ ਆ, ਤੁਹਾਨੂੰ ਤੰਦਰੁਸਤ ਰੱਖਦੀ ਆ, ਹੈਲਥੀ ਰੱਖਦੀ ਆ। ਹਾਂਜੀ, ਸੋ ਜਦੋਂ ਤੁਸੀਂ ਸਟ੍ਰੈਸ ਲੈਂਦੇ ਆ ਤਾਂ ਉਹ ਫਿਰ ਜਾਂ ਤੁਸੀਂ ਨੈਗੇਟਿਵ ਫਰੇਮ ਆਫ ਮਾਈਂਡ ਚਲ ਜਾਂਦੇ ਆ ਅਤੇ ਉਹ ਜਿਹੜੀ ਹੀਲਿੰਗ ਕੈਪੈਸਿਟੀ ਘੱਟ ਜਾਂਦੀ ਹੈ ਐਨਰਜੀ। ਹਾਂਜੀ, ਐਨਰਜੀ ਡਾਊਨ ਹੋ ਜਾਂਦੀ ਆ, ਫਿਰ ਤੁਹਾਨੂੰ ਜ਼ਿਆਦਾ ਚਾਂਸ ਆ ਕੋਈ ਬਿਮਾਰੀ ਲੱਗਣ ਦਾ। ਹਾਂਜੀ ਡਾਕਟਰ ਜੀ, ਕੋਈ ਇਦਾਂ ਦਾ ਹਿਸਾਬ ਹੁੰਦਾ ਕਿ ਕਈ ਬਿਮਾਰੀ ਤੁਹਾਡੇ ਮਾਈਂਡ 'ਚ ਹੀ ਹੁੰਦੀ? ਮੈਂ ਤੁਹਾਨੂੰ ਦੱਸਦਾ ਐਗਜ਼ਾਮਪਲ, ਬੜੇ ਲੋਕ ਹੈਗੇ ਨੇ, ਮੇਰਾ ਸਿਰ ਜਾ ਭਾਲਾ, ਥੋੜਾ ਮੈਂ ਥੱਕਿਆ, ਚਲ ਮੈਂ ਥੋੜੀ ਜਿਹੀ ਪੈਰਾਸੀਟਾਮੋਲ ਕੋਈ ਪੇਨ ਕਿਲਰ ਖਾ ਲੈਣਾ। ਉਹ ਜਦੋਂ ਖਾ ਕੇ ਹਰਦੇ 5 ਮਿੰਟ ਕਹਿੰਦੇ ਦੇਖ ਲੈ ਮੈਨੂੰ ਫਰਕ ਪੈ ਗਿਆ। ਹਾਂਜੀ ਹਾਂਜੀ, ਕਿਉਂਕਿ ਉਹਨੂੰ ਪਤਾ ਕਿ ਮੈਨੂੰ ਗੋਲੀ ਨਾਲ ਫਰਕ ਪੈਂਦਾ, ਉਹਨੇ ਮਾਈਂਡ 'ਚ ਪਹਿਲਾਂ ਹੀ ਅਜ਼ੰਪਸ਼ਨ ਰੱਖੀ ਸੀ ਕਿ ਮੈਂ ਹੁਣ ਠੀਕ ਹੋ ਜਾਣਾ। ਦੈਟਸ ਰਾਈਟ। ਸੋ ਇਹ ਇੱਕ ਪਲੇਸੀਬੋ ਇਫੈਕਟ ਇਹਨੂੰ ਕਹਿੰਦੇ ਆ, ਸਾਈਕੋਲੋਜੀਕਲ ਇਫੈਕਟ ਹੋ ਜਾਂਦਾ ਹੈ। ਹਾਂ, ਕਿਉਂਕਿ ਟੈਸਟ ਕਰਕੇ ਦੇਖਿਆ, ਕਈ ਲੋਕਾਂ ਨੂੰ ਨਹੀਂ ਫੋਕੀਆਂ ਗੋਲੀਆਂ ਦੇ ਦਿੱਤੀਆਂ, ਕਈਆਂ ਨੂੰ ਐਕਚੁਅਲੀ ਦਵਾਈ ਦੇ ਦਿੱਤੀ। ਭਾਜੀ ਮੇਰੇ ਪਾਸ ਵੀ ਐਗਜ਼ਾਮਪਲ ਹੈਗਾ, ਬਿਲਕੁਲ ਹੈਗਾ। ਦੈਟਸ ਰਾਈਟ। ਸੋ ਉਹ ਕਈ ਲੋਕੀ ਜਿਨ੍ਹਾਂ ਨੇ ਫੋਕੀਆਂ ਦਵਾਈਆਂ ਖਾਧੀਆਂ, ਉਹਨਾਂ ਚੋਂ ਉਹ ਵੀ ਕਹਿੰਦੇ ਸੀ ਠੀਕ ਆ। ਇਹ ਭਾਜੀ ਸਾਡੇ ਕੋਈ ਰਿਸ਼ਤੇਦਾਰਾਂ 'ਚ ਗੱਲ ਹੋ ਚੁੱਕੀ ਹੈ, ਔਰਤ ਨੂੰ ਬੜੀ ਆਦਤ ਸੀਗੀ ਪੇਨ ਕਿਲਰ ਖਾਣ ਦੀ, ਤੇ ਉਹਦੇ ਪੋਤਿਆਂ ਕੋਲ ਮੰਗਾ ਲੈਣੀ ਤੇ ਉਹਦਾ ਮੁੰਡਾ ਗੁੱਸੇ ਹੁੰਦਾ ਸੀ, ਫਿਰ ਉਹਨੇ ਇੱਕ ਨਾ ਫੋਕੀ ਗੋਲੀ ਦੇ ਦਿੱਤੀ ਉਹਨੂੰ, ਉਹਦੇ ਤੋਂ ਮੁੰਡੇ ਤੋਂ ਲੁਕਾ ਕੇ ਕਿ ਤੂੰ ਮੈਂ ਨਹੀਂ ਦੱਸਦੀ ਡੈਡੀ ਨੂੰ, ਤੁਸੀਂ ਖਾ ਲਓ। ਉਹ ਫੋਕੀ ਗੋਲੀ ਸੀਗੀ, 5 ਮਿੰਟ ਕਹਿੰਦੀ ਮੈਂ ਠੀਕ ਹੋ ਗਈ। ਬਿਲਕੁਲ ਇਹ ਹਕੀਕਤ ਹੈਗੀ ਹੈ। ਦੈਟਸ ਰਾਈਟ। ਸੋ ਤੁਹਾਡਾ ਮਾਈਂਡ ਇੰਨਾ ਸਟਰੋਂਗ ਆ, ਉਹ ਪੋਜ਼ਿਟਿਵ ਵਿੱਚ ਚਲ ਗਿਆ, ਮੈਨੂੰ ਹੁਣ ਦਵਾਈ ਮਿਲ ਗਈ ਆ ਤੇ ਉਹ ਤੁਹਾਡਾ ਹੀਲ ਅਪ ਹੋ ਗਿਆ, ਸਿੰਪਟਮ ਚਲੇ ਗਏ। ਸੋ ਯੋਰ ਬਾਡੀ ਕੈਨ ਹੀਲ ਇਟਸੈਲਫ। ਹਾਂਜੀ, ਆਪਣੇ ਆਪ ਸਰੀਰ ਆਪਣੇ ਆਪ ਨੂੰ ਠੀਕ ਕਰ ਸਕਦਾ ਆ ਜੇ ਕੋਈ ਮਾਮੂਲੀ ਚੀਜ਼ ਹੋਵੇ। ਡਾਕਟਰ ਮੈਂ ਥੋੜੇ ਜਿਹੇ ਮੁੱਦੇ ਤੋਂ ਥੋੜਾ ਬਾਅਦ ਜਾਣਾ, ਮੇਰੇ ਦਿਮਾਗ 'ਚ ਗੱਲ ਆ ਗਈ ਹੈ ਬੜੀ। ਜਦੋਂ ਤੁਸੀਂ ਕਈ ਦਫਾ ਤੁਸੀਂ ਬੈਠਦੇ ਹੋ ਕਿਤੇ ਜਾਂਦੇ ਹੋ, ਤੁਹਾਡੀ ਕੋਈ ਸੀਰੀਅਸ ਇੰਟਰਵਿਊ ਹੈਗੀ ਕਿਤੇ ਬੱਲਾ ਲੋਕਾਂ 'ਚ ਬੈਠੇ ਹੋ, ਉਹਨਾਂ ਨੂੰ ਆਦਤ ਹੁੰਦੀ ਹੈ ਕਿ ਕਿਸੇ ਚੀਜ਼ ਨੂੰ ਜਾਂ ਤਾਂ ਪਕੜ ਕੇ ਬੈਠਣਾ ਜਾਂ ਕਿਸੇ ਨਾਲ ਖੇਲੀ ਜਾਣਾ ਹੈ। ਉਹਦਾ ਕੀ ਮਤਲਬ ਹੁੰਦਾ? ਉਹ ਡਿਸਟਰੈਕਸ਼ਨ ਹੁੰਦੀ ਹੈ। ਡਿਸਟਰੈਕਸ਼ਨ ਕਿੱਦਾਂ? ਮਾਈਂਡ ਵੀ ਹੋਰ ਪਾਸੇ ਲੱਗਿਆ ਰਵੇ, ਜਾਂ ਨਰਵਸ ਹੋ ਜਾਂਦੇ, ਉਹਨਾਂ ਨੂੰ ਕੁਛ ਨਾ ਕੁਛ ਕਰਨਾ ਪੈਂਦਾ ਆਪਣੇ ਹੱਥਾਂ ਨਾਲ। ਹਾਂਜੀ, ਨਰਵਸ ਹੋ ਜਾਂਦੇ ਆ, ਜਾਂ ਉਹ ਆਪਣੇ ਆਪ ਨੂੰ ਕੋਈ ਡਿਸਟਰੈਕਸ਼ਨ ਕਰਦੇ ਵੀ ਮਾਈਂਡ ਉਹਦਾ ਨਰਵਸ ਸਾਈਡ ਤੇ ਨਾ ਜਾਵੇ। ਥੋੜਾ ਬਹੁਤਾ ਬੋਡੀ ਲੈਂਗੁਏਜ ਦਾ ਮੈਂ ਥੋੜਾ ਜਿਹਾ ਲਿਖਿਆ ਸੀਗਾ, ਥੋੜਾ ਲਿਖਿਆ ਪੜਿਆ ਉਹਦੇ ਬਾਰੇ। ਤੇ ਉਹ ਕੀ ਹੁੰਦਾ ਨਾ, ਜਦੋਂ 4 ਬੰਦੇ ਬੈਠੇ ਨੇ, ਸਪੋਜ਼ ਤੁਸੀਂ ਇੰਟਰਵਿਊ ਤੇ ਗਏ ਹੋ, ਤੁਹਾਡੀ ਪੈਨਲ ਬੈਠਾ ਹੈ, ਤੁਸੀਂ ਇਕੱਲੇ ਫੀਲ ਕਰਦੇ ਹੋ, ਅਲੋਨ, ਤੇ ਉਹ ਤੁਸੀਂ ਕੋਈ ਚੀਜ਼ ਪਕੜ ਲੈਂਦੇ ਕਿ ਮੇਰਾ ਸਾਥੀ ਹੋ ਗਿਆ, ਜਾਂ ਤੁਸੀਂ ਏਦਾਂ ਕਰਕੇ ਹੱਥ ਰੱਖ ਲੈਂਦੇ ਹੋ ਆਪਣੇ ਆਪ ਨੂੰ, ਯੂ ਹੋਲਡ ਯੋਰਸੈਲਫ, ਤੇ ਉਹਨੂੰ ਲੱਗਦਾ ਕਿ ਮੇਰੇ ਨਾਲ ਕਿ ਉਹਨੂੰ ਕੰਫਰਟ ਮਿਲ ਜਾਂਦੀ ਹੈ। ਇਜ਼ ਦੈਟ ਰਾਈਟ? ਦੈਟਸ ਰਾਈਟ, ਯਾ ਦੈਟਸ ਰਾਈਟ। ਤੁਹਾਨੂੰ ਪਤਾ ਜੇ ਬੱਚੇ ਉਹ ਟੈਡੀ ਬੇਅਰ ਲੈ ਕੇ ਸੌਂਦੇ ਆ ਨਾ, ਟੈਡੀ ਬੇਅਰ ਲੈ ਕੇ ਉਹ ਕੰਫਰਟ ਹੁੰਦਾ ਉਹਨਾਂ ਦਾ। ਹਾਂਜੀ, ਜਾਂ ਕੋਈ ਬਲੈਂਕਟ ਲੈ ਲੈਂਦੇ ਆ, ਉਹ ਛੱਡਦੇ ਨਹੀਂ, ਉਹਨਾਂ ਦਾ ਕੰਫਰਟ ਹੁੰਦਾ ਉਹ। ਹਾਂਜੀ, ਦੇ ਮੇਕਸ them ਫੀਲ ਬੈਟਰ। ਤੇ ਇਦਾਂ ਹੀ ਬਾਡੀ ਲੈਂਗੁਏਜ ਜਿਹੜੀ ਹੈ, ਜੇ ਤੁਸੀਂ ਇਦਾਂ ਬਾਹਾਂ ਨੂੰ ਇਦਾਂ ਕਰ ਲੈਂਦੇ, ਦੈਟ ਮੀਨਸ ਯੂ ਆਰ ਪ੍ਰੋਟੈਕਟਿੰਗ ਯੋਰਸੈਲਫ। ਮੇਰੇ ਤੇ ਕੋਈ ਅਟੈਕ ਨਾ, ਵਰਬਲ ਅਟੈਕ ਨਾ ਹੋਵੇ ਕੋਈ। ਹਾਂਜੀ, ਸੋ ਇਦਾਂ ਦੀ ਬਾਡੀ ਲੈਂਗੁਏਜ ਹੈ। ਭਾਜੀ ਬਾਡੀ ਬੜੀ ਕਮਾਲ ਦੀ ਹੈ। ਆਪਾਂ ਇੱਕ ਕਾਲ ਹੋ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਭਾਜੀ ਸਵਾਗਤ। ਆਪਣਾ ਨਾਮ ਦੱਸੋਗੇ, ਕਿੱਥੋਂ ਬੋਲਦੇ ਹੋ? ਜਰਨੈਲ ਸਿੰਘ ਹੈ ਜੀ। ਜਰਨੈਲ ਸਿੰਘ ਜੀ, ਬਹੁਤ ਬਹੁਤ ਸਵਾਗਤ। ਹੁਣ ਤੁਸੀਂ ਸਿੱਧੇ ਡਾਕਟਰ ਜੀ ਨਾਲ ਗੱਲ ਕਰੋ। ਅੱਛਾ ਜੀ, ਬੋਲੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਦਾਂ, ਠੀਕ ਠਾਕ? ਠੀਕ ਹੈ ਜੀ, ਸ਼ੁਕਰੀਆ। ਡਾਕਟਰ ਸਾਹਿਬ ਮੈਂ ਕਰਨਾ, ਮੈਂ ਪਹਿਲਾਂ ਤਾਂ ਠੀਕ ਸੀਗਾ ਜਦ ਦੇ ਟੀਕੇ ਲਵਾਏ ਹੈ ਨਾ। ਹਾਂਜੀ, ਮੇਰੇ ਪਹਿਲਾਂ ਉਦੋਂ ਇੰਡੀਆ ਨੂੰ ਗਿਆ ਸੀ ਇੱਕ ਵਾਰੀ, ਤੋਂ ਫਿਰ ਪਤਾ ਹੀ ਠੰਡ ਬਹੁਤ ਲੱਗਦੀ ਸੀਗੀ, ਤੇ ਉਹ ਹੁਣ ਨਾ ਪਤਾ ਹੀ ਕੀ ਆ,
ਜੋ ਟੀਕੇ ਲਾਏ ਮੇਰੇ ਕੂਣੀਆਂ ਤੋਂ ਥੱਲੇ ਮੇਰੇ ਹੱਥ ਹੀ ਕੰਮ ਕਰਨੋਂ ਹਟ ਗਏ। ਹਾਂਜੀ ਹਾਂਜੀ। ਤੇ ਉਹ ਪਤਾ ਨਹੀਂ ਕੀ ਗੱਲ, ਹੱਥ ਕੰਬਣ ਲੱਗ ਪਿਆ ਤਾਂ ਆ 2 ਵੀਕਾਂ ਹੋਈਆਂ, ਹੁਣ ਮੇਰੇ ਗੋਡੇ ਵੀ ਦੁਖਣ ਲੱਗ ਪਏ ਨੇ, ਕਦੇ ਗੋਡੇ ਨਹੀਂ ਦੁਖੇ। ਹਾਂਜੀ ਭਾਜੀ, ਸੋ ਕਾਫੀ ਪੇਸ਼ੈਂਟ ਸਾਡੇ ਕੋਲ ਆਏ ਆ ਜਿਨ੍ਹਾਂ ਨੇ ਇਹ ਸਟੋਰੀ ਦੱਸੀ ਸਾਨੂੰ ਵੀ ਜਦੋਂ ਦਾ ਟੀਕਾ ਲੱਗਾ ਉਦੋਂ ਦੇ ਕਿਸੇ ਦੀ ਬਾਂਹ ਸੌਂ ਗਈ, ਕਿਸੇ ਦੇ ਲੱਤ ਸੌਂ ਗਈ ਜਾਂ ਕੋਈ ਹੋਰ ਪ੍ਰੋਬਲਮ ਆ ਗਿਆ। ਸੋ ਕਾਫੀ ਸਾਈਡ ਇਫੈਕਟਸ ਇੱਦਾਂ ਦੇ ਹੋ ਰਹੇ ਆ ਅਤੇ ਅਸੀਂ ਦਵਾਈਆਂ ਇਹਨਾਂ ਲਈ ਤਿਆਰ ਕੀਤੀਆਂ ਆ ਇੱਦਾਂ ਦੇ ਪ੍ਰੋਬਲਮਸ ਲਈ, ਅਤੇ ਤੁਸੀਂ ਸਾਨੂੰ ਕੰਟੈਕਟ ਕਰ ਲਿਓ ਜ਼ਰੂਰ, ਤੁਸੀਂ ਠੀਕ ਹੋ ਜਾਓਗੇ ਜੀ। ਥੈਂਕ ਯੂ ਜੀ ਭਾਜੀ, ਥੈਂਕ ਯੂ, ਬਹੁਤ ਮਿਹਰਬਾਨੀ ਤੁਹਾਡੇ ਕਾਲ ਕਰਨ ਦਾ। ਪਲੀਜ਼ ਕੀਪ ਵਾਚਿੰਗ, ਟਾਈਮ ਵਾਲਾ ਥੋੜ੍ਹਾ ਰਹਿੰਦਾ, ਫਿਰ ਤੁਸੀਂ ਹਾਲੇ ਵੀ ਕਾਲ ਕਰਦੇ ਹੋ, ਥੋੜ੍ਹਾ ਬਹੁਤਾ ਟਾਈਮ ਹੈਗਾ। 0121551101 'ਤੇ ਤੁਸੀਂ ਕਾਲ ਕਰੋ, ਦੇਰ ਸਟਿਲ ਲਿਟਲ ਬਿਟ ਟਾਈਮ। ਡਾਕਟਰ ਜੀ ਨਾਲ ਤੁਸੀਂ ਗੱਲ ਅਤੇ ਡਾਕਟਰ ਜੀ, ਹੁਣ ਆਪਾਂ ਨਾ ਵਾਪਸ ਇਹਦੇ 'ਤੇ ਆਪਣੀ ਬੋਡੀ ਦੀ ਗੱਲ ਕਰਦੇ ਹਾਂ, ਬੜੀ ਕਮਾਲ ਦੀ ਚੀਜ਼ ਹੈ। ਇਹਨੂੰ ਤੁਸੀਂ ਨਾ ਜਿੱਦਾਂ ਆਪਾਂ ਇੱਕ ਕੋਈ ਸੌਰੀ ਮੈਂ ਆਈ ਡੋਨਟ ਨੋ ਕਿ ਮੇਰਾ ਕਹਿਣ ਦਾ ਅੱਛਾ ਲੱਗਦਾ ਕਿ ਜਿੱਦਾਂ ਤੁਸੀਂ ਬੰਦਾ ਕੁੱਤੇ ਬਿੱਲੀ ਨੂੰ ਟ੍ਰੇਨ ਕਰ ਲੈਂਦਾ, ਕਿਸ ਤਰ੍ਹਾਂ ਇੱਕ ਇਨਸਾਨਾਂ ਵਾਂਗੂ ਬਿਹੇਵ ਕਰਦੇ ਨੇ 100%। ਬੋਡੀ ਕੋ ਚੀਜ਼ ਹੈਗੀ ਇਹਨੂੰ ਜਿੱਦਾਂ ਮਰਜ਼ੀ ਤੁਸੀਂ ਟ੍ਰੇਨ ਕਰ ਲਓ, ਖਾਣ ਪੀਣ ਦੇ ਵਿੱਚ ਠੰਡੀ ਗਰਮ ਚੀਜ਼ ਖਾਣੀ, ਕਿ ਤਿੱਖੀ ਫਿੱਕੀ ਖਾਣੀ, ਉਹ ਬੋਡੀ ਤੁਹਾਡੀ ਸਾਰਾ ਕੁਝ ਅਬਜ਼ੌਰਬ ਕਰ ਲੈਂਦੀ ਹੈ। ਕਈਆਂ ਲੋਕਾਂ ਨੂੰ ਮਾੜੀ ਜਿਹੀ ਚੀਜ਼ ਖਾ ਲੈਣਾ ਤੇ ਉਹਨੂੰ ਇੱਕਦਮ ਗਲਾ ਬੈਠ ਗਿਆ, ਇਹ ਹੋ ਗਿਆ, ਉਹ ਹੋ ਗਿਆ। ਇਹ ਬੋਡੀ ਤੇ ਵੀਕਨੈਸ ਤਾਂ ਨਹੀਂ ਹੁੰਦੀ, ਇਹ ਮਾਈਂਡ 'ਚ ਹੀ ਹੁੰਦਾ ਸਾਰਾ। ਮਾਈਂਡ 'ਚ ਵੀ ਹੋ ਸਕਦਾ ਹੈ, ਬੋਡੀ 'ਚ ਵੀ ਹੋ ਸਕਦਾ, ਕਿਉਂਕਿ ਕਈ ਦੇਖੋ ਐਲਰਜੀਸ ਹੋ ਜਾਂਦੀਆਂ। ਹਾਂਜੀ, ਸੋ ਡੈਫੀਨੇਟ ਹੈਗੀ ਸੈਂਸਿਟਿਵਿਟੀ, ਜ਼ਰੂਰੀ ਨਹੀਂ ਹੈ ਕਿ ਉਹਨਾਂ ਦੇ ਮਾਈਂਡ ਵਿੱਚ ਹੀ ਹੈ, ਕੋਈ ਹੈਗਾ ਆਈਟਮ ਉਹਨਾਂ ਨੂੰ ਜਾਂ ਸਾਹ 'ਚ ਆਉਂਦਾ, ਹਵਾ 'ਚ ਆ, ਅਤੇ ਜਾਂ ਉਹ ਕੋਈ ਖਾਂਦੇ ਕੋਈ ਚੀਜ਼ ਉਹ ਤੋਂ ਉਹਨਾਂ ਨੂੰ ਅਲਰਜਿਕ ਆ, ਉਹ ਤੋਂ ਸਿੰਪਟਮ ਆ ਜਾਂਦੇ ਆ। ਹਾਂਜੀ, ਅਤੇ ਉਹ ਪ੍ਰੋਬਲਮ ਹੈਗਾ ਵੀ ਕਈ ਲੋਕ ਥੋੜ੍ਹਾ ਜਿਹਾ ਜ਼ਿਆਦਾ ਨਰਵਸ ਟਾਈਪ ਹੋ ਜਾਂਦੇ ਆ, ਅਤੇ ਉਹ ਫਿਰ ਇਮੈਜੀਨੇਸ਼ਨ ਕਰਨ ਲੱਗ ਪੈਂਦੇ, ਜੇ ਮੈਂ ਆਹ ਵੀ ਖਾ ਲਿਆ ਮੈਨੂੰ ਇੱਦਾਂ ਹੋ ਜਾਣਾ, ਜੇ ਮੈਂ ਉਹ ਖਾ ਲਿਆ, ਉਹ ਫਿਰ ਤਕਰੀਬਨ ਜਦੋਂ ਸੋਚੀ ਜਾਣਾ ਪਏ ਮੈਨੂੰ ਇਹਦੇ ਨਾਲ ਇੱਦਾਂ ਹੋ ਜਾਣਾ, ਇਹਦੇ ਨਾਲ ਉਹ ਤਕਰੀਬਨ ਹੋ ਹੀ ਜਾਂਦਾ ਕਿ ਯੂ ਆਰ ਵਾਟ ਯੂ ਬਿਲੀਵ। ਹਾਂਜੀ, ਸੋ ਜੋ ਕਿ ਤੁਸੀਂ ਮਨ ਵਿੱਚ ਬਿਲੀਵ ਕਰਦੇ ਹੋ, ਬੋਡੀ 'ਤੇ ਹੁੰਦਾ ਹੀ ਹੁੰਦਾ ਹੈ, ਕਿਉਂਕਿ ਮਾਈਂਡ ਇਜ਼ ਸੋ ਸਟਰੋਂਗ। ਹਾਂਜੀ, ਫਿਜ਼ੀਕਲ ਬੋਡੀ ਨਾਲ ਤੁਹਾਡੇ ਮਾਈਂਡ ਕਿਤੇ ਜ਼ਿਆਦਾ ਸਟਰੋਂਗ ਆ। ਸੋ ਜੋ ਕਿ ਤੁਹਾਡੇ ਮਾਈਂਡ ਵਿੱਚ ਹੁੰਦਾ ਉਹ ਤੁਹਾਡੀ ਬੋਡੀ 'ਤੇ ਵੀ ਆ ਹੀ ਜਾਂਦਾ। ਡਾਕਟਰ ਜੀ, ਹੁਣ ਨਾ ਬੜੀ ਅੱਛੀ ਗੱਲ ਹੁੰਦੀ, ਪਹਿਲਾਂ ਕਾਲ ਲੈ ਲੈਣੇ, ਮੇਰੀ ਗੱਲ ਵਿੱਚ ਰਹਿ ਗਈ, ਮੈਨੂੰ ਕਈ ਦਫਾ ਭੁੱਲ ਵੀ ਜਾਂਦੀ ਹੈ ਕਿਉਂਕਿ ਬੜਾ ਕੁਝ ਦਿਮਾਗ ਚੱਲਦਾ ਹੁੰਦਾ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸਣਾ ਚਾਹੋਗੇ? ਹਾਂਜੀ ਜੀ, ਮੈਂ ਆਪਣੀ ਵਾਈਫ ਲਈ ਬੋਲਦਾ ਜੀ, ਜੋਗਿੰਦਰ ਕੌਰ ਲਈ। ਹਾਂਜੀ ਹਾਂਜੀ, ਬੋਲੋ। ਹਾਂਜੀ, ਤਾਂ ਉਹਨਾਂ ਦੇ ਲੱਤ ਦੇ ਵਿੱਚ ਪ੍ਰੋਬਲਮ ਹੈਗੀ ਆ, ਪੈਰ ਨਮ ਹੋ ਜਾਂਦਾ ਉਹਨਾਂ ਦਾ। ਸੌਰੀ ਭਾਜੀ, ਕੀ ਪ੍ਰੋਬਲਮ ਹੈ? ਪੈਰ ਨਮ ਹੋ ਜਾਂਦਾ, ਪੈਰ ਨਮ ਹੋ ਕੇ ਸਾਰੀ ਲੱਤ ਦੇ ਵਿੱਚ ਮਤਲਬ ਕਿ ਦਰਦ ਜਾਂਦੀ ਵੇ। ਹਾਂਜੀ ਹਾਂਜੀ, ਉਹਨਾਂ ਨੂੰ ਡਾਇਬੀਟਿਸ ਹੈ ਜੀ? ਹਾਂਜੀ ਡਾਇਬੀਟਿਸ ਹੈ। ਹਾਂਜੀ ਹਾਂਜੀ, ਡਾਇਬੀਟਿਸ ਕਰਕੇ ਉਹਨਾਂ ਦੀਆਂ ਜਿਹੜੀਆਂ ਨਾੜਾਂ ਆ ਲੱਤ ਦੀਆਂ ਜਾਂ ਪੈਰ ਦੀਆਂ, ਉਹ ਸ਼ੂਗਰ ਡਾਇਬੀਟਿਸ ਨਾਲ ਡੈਮੇਜ ਹੋ ਜਾਂਦੀਆਂ ਜੀ। ਅਤੇ ਉੱਥੇ ਫਿਰ ਜਾਂ ਨੰਬਨੈਸ ਹੋਣ ਲੱਗ ਪੈਂਦੀ ਆ, ਸੁੰਨੇ ਰਹਿਣ ਲੱਗ ਪੈਂਦੇ ਆ, ਜਾਂ ਜਲਣ ਵੀ ਹੋਣ ਲੱਗ ਪੈਂਦੀ, ਕਈਆਂ ਦੇ ਪੇਨ ਵੀ ਹੋਣ ਲੱਗ ਪੈਂਦਾ, ਜਾਂ ਜਿੱਦਾਂ ਕੀੜੀਆਂ ਚੱਲਦੀਆਂ ਹੋਣੀਆਂ ਵਿੱਚ ਇੱਦਾਂ ਵੀ ਹੋ ਸਕਦਾ ਹੈ। ਸੋ ਇੱਦਾਂ ਦੇ ਡਿਫਰੈਂਟ ਸਿੰਪਟਮ ਆਉਣ ਲੱਗ ਪੈਂਦੇ ਆ, ਅਤੇ ਇਹਦੇ ਲਈ ਅਸੀਂ ਦਵਾਈਆਂ ਤਿਆਰ ਕੀਤੀਆਂ ਆ ਅਤੇ ਉਹ ਨਰਵਸ ਨੂੰ ਰਿਪੇਅਰ ਕਰਨ ਲਈ। ਹਾਂਜੀ, ਅੱਛਾ ਜੀ। ਸੋ ਤੁਸੀਂ ਸਾਨੂੰ ਕੰਟੈਕਟ ਕਰ ਲਿਓ ਅਤੇ ਅਸੀਂ ਦੇਵਾਂਗੇ ਤੁਹਾਨੂੰ ਦਵਾਈ। ਹਾਂਜੀ, ਥੈਂਕ ਯੂ ਭੈਣ ਜੀ। ਮੈਂ ਬਾਰ ਰਿਪੀਟ ਕਰਦਾ ਪਿਆ, ਪਲੀਜ਼ ਤੁਸੀਂ ਸਾਡਾ ਕਾਲ ਸੈਂਟਰ ਕਰੋ 0121551100 'ਤੇ ਕਾਲ ਕਰਕੇ ਡਾਕਟਰ ਦਾ ਨੰਬਰ ਲੈ ਕੇ ਨਾ ਉਹਨਾਂ ਨਾਲ ਕੰਸਲਟੇਸ਼ਨ ਕਰ ਲਓ, ਫਿਰ ਕੋਈ ਨਾ ਕੋਈ ਤੁਹਾਨੂੰ ਰਸਤਾ ਦਿਖਾਉਣਗੇ। ਡਾਕਟਰ ਜੀ, ਇਹ ਵੀ ਬੜੀ ਕਾਮਨ ਚੀਜ਼ ਹੈਗੀ ਹੈ ਜਿਹਨਾਂ ਨੂੰ ਡਾਇਬੀਟੀਜ਼ ਹੈਗੇ ਆ। ਪੈਰ ਦੇ ਵਿੱਚ ਟਿੰਕਲ ਜਿਹੀ ਹੋਣੀ, ਪੈਰ ਗਰਮ ਰਹਿਣੇ, ਬਹੁਤ ਸੜਨੇ ਥੱਲੇ, ਸਪੈਸ਼ਲੀ ਦ ਬਾਟਮ ਆਫ ਦ ਫੀਟ ਜਿਹੜਾ ਹੁੰਦਾ। ਹਾਂਜੀ, ਦੱਸ ਬਹੁਤ ਹੀ ਕਾਮਨ ਹੈ ਭਾਜੀ, ਬੜੀ ਕਾਮਨ ਹੈ ਨਾ, ਵੈਰੀ ਕਾਮਨ ਜੀ। ਡਿਪੈਂਡ ਕਰਦਾ ਕਿਹੜੀਆਂ ਨਾੜਾਂ ਡੈਮੇਜ ਹੋਈਆਂ, ਕਿੱਦਾਂ ਦਾ ਸੈਂਸੇਸ਼ਨ ਆਉਂਦਾ ਆ। ਹਾਂਜੀ, ਕਿਉਂਕਿ ਉਹ ਅਲੱਗ ਨਾੜਾਂ ਹੁੰਦੀਆਂ ਉੱਥੇ, ਅਤੇ ਕਈਆਂ ਵਿੱਚ ਜਿੱਦਾਂ ਕੀੜੀਆਂ ਚੱਲਦੀਆਂ ਹੁੰਦੀਆਂ ਇੱਦਾਂ ਆਉਂਦਾ ਆ, ਅਤੇ ਕਈਆਂ ਦੀ ਜਲਣ ਆਉਂਦਾ ਜ਼ਿਆਦਾ, ਕਈਆਂ ਦੇ ਪੇਨ ਆਉਂਦਾ ਆ, ਕਈਆਂ ਦੀ ਨੰਬਨੈਸ। ਸੋ ਡਿਪੈਂਡ ਕਰਦਾ ਕਿਹੜੀ ਨਰਵਸ ਅਫੈਕਟ ਕੀਤੀਆਂ। ਪਰ ਡਾਕਟਰ ਸਾਹਿਬ, ਇਹ ਜ਼ਿਆਦਾਤਰ ਕਾਜ਼ ਡਾਇਬੀਟੀਜ਼ ਕਰਕੇ ਹੁੰਦਾ ਹੈ। ਅਗਰ ਤੁਸੀਂ ਮੈਡੀਸਨ ਵੀ ਲੈਣੇ ਪਏ ਹੋ, ਡਾਇਬੀਟੀਜ਼ ਦੀ ਥੋੜ੍ਹੀ ਬਹੁਤੀ ਅੰਡਰ ਕੰਟਰੋਲ ਹੈਗਾ, ਉਹ ਫਿਰ ਵੀ ਉਹਦੀ ਮੁਸੀਬਤ ਰਹਿੰਦੀ ਹੈ। ਤਕਰੀਬਨ ਇੱਦਾਂ ਭਾਜੀ, ਡਾਇਬੀਟੀਜ਼ ਜਦੋਂ ਹੁੰਦਾ ਹੌਲੀ ਹੌਲੀ ਹੁੰਦਾ ਆ, ਇੱਕਦਮ ਨਹੀਂ ਹੁੰਦਾ। ਟਾਈਪ 2 ਜਿਹੜਾ ਡਾਇਬੀਟੀਜ਼ ਆ, ਉਹ ਫਿਰ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ, ਉਹ ਪਹਿਲੇ ਹੀ ਡੈਮੇਜ ਹੋਣ ਲੱਗ ਪੈਂਦੀਆਂ ਨਾੜਾਂ। ਸੋ ਜਦ ਤੱਕ ਤੁਹਾਨੂੰ ਪਤਾ ਲੱਗਦਾ ਪਏ ਡਾਇਬੀਟੀਜ਼ ਆ, ਉਹ 'ਤੇ ਉਹ ਡੈਮੇਜ ਹੋ ਚੁੱਕੀ ਹੈ। ਦੈਟਸ ਰਾਈਟ। ਹਾਂਜੀ ਹਾਂਜੀ, ਪਰ ਸਾਡੇ ਕੋਲ ਦਵਾਈਆਂ ਹੈਗੀਆਂ ਜਿਹੜੀਆਂ ਰਿਵਰਸ ਕਰ ਸਕਦੀਆਂ। ਅੱਛਾ, ਫਰਕ ਪੈ ਜਾਂਦਾ ਉਹਦੇ ਨਾਲ। ਪਤਾ ਕਈ ਲੋਕਾਂ ਦੇ ਤਾਂ ਪੈਰ ਨੇ ਗਰਮ ਹੁੰਦੇ ਨੇ ਤੇ ਉਹ ਕਦੀ ਸੌਕਸ ਵੀ ਨਹੀਂ ਪਾ ਸਕਦੇ, ਆਪਣੀ ਜਦੋਂ ਸੌਂਦੇ ਰਾਤੀ ਡੂਬੇ ਤੋਂ ਬਾਹਰ ਰੱਖਦੇ ਨੇ ਪੈਰ। ਹਾਂਜੀ, ਸੋ ਕਈਆਂ ਦੀ ਉਹਦਾ ਕੁਦਰਤੀ ਜਿਹੜੀ ਸਰਕੂਲੇਸ਼ਨ ਹੈ, ਉਹਨੂੰ ਡਾਇਬੀਟੀਜ਼ ਦਾ ਪ੍ਰੋਬਲਮ ਨਹੀਂ ਹੁੰਦਾ, ਪਰ ਸਰਕੂਲੇਸ਼ਨ ਉਹਨਾਂ ਦੀ ਕਈਆਂ ਦੀ ਸਹੀ ਨਹੀਂ ਹੁੰਦੀ, ਕਈਆਂ ਦੇ ਇੱਕਦਮ ਜ਼ਿਆਦਾ ਖੂਨ ਪਹੁੰਚ ਜਾਂਦਾ ਪੈਰਾਂ ਨੂੰ,
ਉੱਥੇ ਫਿਰ ਉਹ ਹੀਟ ਲੱਗਣ ਲੱਗ ਪੈਂਦੀ ਹੈ, ਉਹਨਾਂ ਨੂੰ ਫਿਰ ਰਜਾਈ 'ਚੋਂ ਬਾਹਰ ਕੱਢਣਾ ਪੈਂਦਾ ਹੈ। ਅਤੇ ਕਈਆਂ ਦੇ ਹੁੰਦਾ ਵੀ ਉਹਨਾਂ ਦੇ ਪੈਰ ਠਰੇ ਰਹਿੰਦੇ ਹਰ ਵੇਲੇ, ਹਾਂਜੀ, ਉੱਥੇ ਖੂਨ ਪਹੁੰਚਦਾ ਨਹੀਂ ਇਨਫ, ਸੋ ਉਹ ਵੀ ਸਰਕੂਲੇਸ਼ਨ ਦਾ ਪ੍ਰੋਬਲਮ ਹੈ। ਡਾਕਟਰ ਜੀ ਜਿਹੜੀ ਦੇਖੋ ਜਿਹੜੀ ਜਿੱਦਾਂ ਤੁਸੀਂ ਕਹਿੰਦਾ ਬੜੀ ਅਸੀਂ ਪਹਿਲਾਂ ਬੜੀ ਦਫਾ ਗੱਲ ਕਰ ਚੁੱਕੇ ਆ, ਜਿਹੜੀ ਵੀ ਬਿਮਾਰੀ ਹੈ ਬੜੇ ਘੱਟ ਨੇ ਜਿਹੜੀ ਕਿ ਇੱਕਦਮ ਸਡਨਲੀ ਹੋ ਜਾਵੇ, ਯੂ ਨੋ ਉਹਦਾ ਤੁਹਾਡੇ ਪਾਸ ਸਾਈਨ ਪਹਿਲਾਂ ਹੁੰਦੇ ਨੇ ਕਾਫੀ ਦੇਰ ਪਹਿਲਾਂ, ਉਹ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਕਿਸੇ ਚੀਜ਼ ਦਾ ਤੁਸੀਂ ਕਰ ਲਵੋ, ਡਾਕਟਰ ਜੀ ਤੁਸੀਂ ਹਾਰਟ ਦੀ ਗੱਲ ਕਰ ਲਓ, ਕਿਡਨੀ ਦੀ ਗੱਲ ਕਰ ਲਓ, ਬ੍ਰੇਨ ਦੀ ਕਿਸੇ ਚੀਜ਼ ਦੀ ਤੁਸੀਂ ਗੱਲ ਕਰ ਲਓ, ਹੁਣ ਪੈਰਾਂ ਦੀ ਗੱਲ ਕਰੋ ਕਿ ਉਹ ਗਰਮ ਰਹਿੰਦੇ ਜਾਂ ਸੁੰਨ ਰਹਿੰਦੇ ਨੇ, ਉਹ ਹੌਲੀ 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 ਹੁੰਦੀ ਜਦ ਨੂੰ ਤੁਹਾਨੂੰ ਪਤਾ ਲੱਗਦਾ ਕੰਮ ਬੜਾ ਲੇਟ ਹੋਇਆ ਹੁੰਦਾ। ਦੈਟਸ ਰਾਈਟ। ਬਲੱਡ ਪ੍ਰੈਸ਼ਰ ਹੁਣ ਬਹੁਤ ਹੀ ਲੋਕੀ ਤੁਰੇ ਫਿਰਦੇ, ਉਹਨਾਂ ਨੂੰ ਪਤਾ ਨਹੀਂ ਸਾਨੂੰ ਪਤਾ ਨਹੀਂ ਬਲੱਡ ਪ੍ਰੈਸ਼ਰ ਦਾ। ਸੋ 6 ਮਹੀਨਿਆਂ ਬਾਅਦ ਤਕਰੀਬਨ ਸਾਲ ਬਾਅਦ ਜ਼ਰੂਰ ਇੱਕ ਵਾਰੀ ਤਾਂ ਚੈੱਕ ਕਰਾਉਣਾ ਚਾਹੀਦਾ ਬਲੱਡ ਪ੍ਰੈਸ਼ਰ, ਕਿਉਂਕਿ ਪਤਾ ਨਹੀਂ ਲੱਗਦਾ ਬਹੁਤੇ ਲੋਕਾਂ ਨੂੰ। ਮੈਂ ਬਲੱਡ ਪ੍ਰੈਸ਼ਰ ਦੀ ਗੱਲ ਕਰਦਾ, ਅਸੀਂ ਕਾਲ ਲੈ ਲਈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਸਵਾਗਤ, ਨਾਮ ਦੱਸਣਾ ਚਾਹੋਗੇ, ਕਿੱਥੋਂ ਬੋਲਦੇ ਹੋ? ਹਾਂਜੀ, ਆਕਸਫੋਰਡ ਤੋਂ ਬੋਲਦੇ। ਸਵਾਗਤ ਕਰਦੇ ਹੋ ਜੀ, ਬੋਲੋ। ਟਾਈਮ ਵਾਲਾ ਕਾਫੀ ਥੋੜਾ, ਡਾਕਟਰ ਜੀ ਗੱਲ ਕਰ ਲਓ ਤੁਸੀਂ। ਅੱਛਾ ਜੀ, ਮੇਰੇ ਹਸਬੰਦ ਨੇ ਗੱਲ ਕਰਨੀ ਆ। ਬੋਲੋ ਜੀ, ਬੋਲੋ ਬੋਲੋ। ਹਾਂਜੀ ਹਲੋ ਹੈਲੋ ਹੈਲੋ, ਹਾਂਜੀ, ਮੈਂ ਆਕਸਫੋਰਡ ਤੋਂ ਬੋਲਦਾ ਦਰਸ਼ਨ। ਤੇ ਪਤਾ ਕੀ ਗੱਲ, ਮੈਨੂੰ ਸਾਹ ਬਹੁਤ ਚੜ੍ਹਦਾ। ਹਾਂਜੀ ਹਾਂਜੀ ਹਾਂਜੀ, ਹੋਰ ਵਜ੍ਹਾ ਇਹਦੀ? ਹਾਂਜੀ, ਵਜ੍ਹਾ ਪਿੱਛੇ ਤਾਂ ਤੁਹਾਨੂੰ ਫੋਨ ਕਰ ਰਿਹਾ ਮੈਨੂੰ ਲੱਗਦਾ। ਡਾਕਟਰ ਜੀ ਪੁੱਛਦਾ ਤੁਹਾਨੂੰ ਵਜ੍ਹਾ ਕੀ ਹੈ, ਕਦੋਂ ਦਾ ਚੜ੍ਹਦਾ, ਕੀ ਕਿੱਦਾਂ ਹੁੰਦਾ ਪਿਆ, ਥੋੜਾ ਸਮਝਾਓ ਨਾ। ਕਾਫੀ ਦੇਰ ਹੋਈ ਚੱਲਦੇ ਜੀ। ਹਾਂਜੀ, ਉਹਦਾ ਤਾਂ ਮੈਨੂੰ ਡਾਇਬੀਟੀ ਵੀ ਆ, ਸਾਰਾ ਕੁਝ ਹੀ ਹੈਗਾ, ਲੇਕਿਨ ਤੇ ਉਹ ਲੰਗਸ ਪ੍ਰੋਬਲਮ ਆ ਗਈ ਕਿ ਲੰਗਸ। ਅੱਛਾ ਅੱਛਾ ਜੀ, ਹਾਂ, ਡਾਕਟਰਾਂ ਨੇ ਦਿੱਤੀਆਂ ਹੋਈਆਂ ਦਵਾਈਆਂ ਵਗੈਰਾ ਦਿੰਦੇ, ਹਾਂਜੀ, ਲੇਕਿਨ ਸਾਹ ਬਹੁਤ ਚੜ੍ਹਨ ਲੱਗ ਪਿਆ ਹੁਣ ਮਤਲਬ ਰੀਸੈਂਟਲੀ, ਹੈ ਨਾ। ਹਾਂਜੀ ਹਾਂਜੀ, ਜਿੱਦਾਂ ਬੋਲ ਵੀ ਨਹੀਂ ਹੁੰਦਾ, ਹਾਂਜੀ, ਗੱਲਬਾਤ। ਤੁਹਾਨੂੰ ਕਰੋਨਾ ਦਾ ਇਨਫੈਕਸ਼ਨ ਤਾਂ ਨਹੀਂ ਹੋਇਆ ਸੀ? ਬਿਲਕੁਲ ਹੀ ਹੋ ਜਾਂਦਾ, ਬਾਹਰ ਹੋ ਜਾਂਦਾ। ਹਾਂਜੀ, ਕਰੋਨਾ ਦਾ ਇਨਫੈਕਸ਼ਨ ਤਾਂ ਨਹੀਂ ਹੋਇਆ ਤੁਹਾਨੂੰ? ਨਹੀਂ ਨਹੀਂ, ਕਰੋਨਾ ਦਾ ਨਹੀਂ ਹੋਇਆ। ਅੱਛਾ ਜੀ, ਹਾਰਟ ਦਾ ਪ੍ਰੋਬਲਮ ਤਾਂ ਨਹੀਂ? ਹਾਰਟ ਵੀ ਹੋਇਆ ਸੀ ਇੱਕ ਵਾਰ, ਉਹ ਸਟਿਨ ਕੀਤਾ ਸੀ ਉਹਨਾਂ ਨੇ, ਮਤਲਬ ਆਰਟਰੀ ਬਲੌਕ ਸੀ ਤੇ ਉਹਨਾਂ ਰੂਲ ਪਾ ਕੇ ਤੇ ਕਰ ਦਿੱਤਾ ਸੀ, ਕਲੀਅਰ ਕਰ ਦਿੱਤੀ ਸੀ। ਹਾਂਜੀ, ਠੀਕ ਹੈ ਜੀ। ਸੋ ਹਾਂਜੀ, ਸੋ ਸਾਹ ਦਾ ਪ੍ਰੋਬਲਮ ਜਾਂ ਤਾਂ ਫੇਫੜਿਆਂ 'ਚ ਪ੍ਰੋਬਲਮ ਆ ਗਿਆ ਤੁਹਾਡੇ ਕੋਈ, ਹਾਂਜੀ, ਜਾਂ ਫਿਰ ਤੁਹਾਡਾ ਹਾਰਟ ਜਿਹੜਾ ਪੂਰਾ ਪੰਪ ਨਹੀਂ ਕਰਦਾ ਹੈਗਾ, ਉਹਦੇ ਕਰਕੇ ਲੰਗਸ, ਉਹ ਕਹਿੰਦੇ ਲੰਗਸ ਤੇ ਨਹੀਂ ਪ੍ਰੋਪਰਲੀ ਕੰਮ ਕਰਦੇ। ਹਾਂਜੀ, ਠੀਕ ਹੈ ਜੀ, ਫੇਫੜਿਆਂ 'ਚ ਕੋਈ ਪ੍ਰੋਬਲਮ ਆ ਗਿਆ, ਚਲੋ ਉਹ ਤੁਹਾਨੂੰ ਫਿਰ ਲੈ ਕੇ ਸਾਰੀ ਨੌਲੇਜ ਰਿਪੋਰਟ ਲੈ ਕੇ ਫਿਰ ਪਤਾ ਲੱਗੂਗਾ ਐਗਜ਼ੈਕਟਲੀ ਕੀ ਪ੍ਰੋਬਲਮ ਹੈ। ਹਾਂਜੀ, ਹਾਂ ਹਾਂ ਹਾਂ, ਠੀਕ ਹੈ, ਉਹਦੇ ਹਿਸਾਬ ਨਾਲ ਫਿਰ ਤੁਹਾਨੂੰ ਹੋਰ ਇਨਫੋਰਮੇਸ਼ਨ ਦੇਵਾਂਗੇ, ਸਲਾਹ ਦੇਵਾਂਗੇ। ਠੀਕ ਹੈ ਜੀ, ਥੈਂਕ ਯੂ ਜੀ ਕਾਲ ਕਰਨ ਦਾ। ਤੁਸੀਂ ਆਪਣੇ ਡਾਕਟਰ ਨੂੰ ਫਿਰ ਕਾਲ ਕਰਿਓ ਵਾਪਸ। ਜਿਹੜਾ ਮੈਂ ਹਮੇਸ਼ਾ ਵੀ ਕਹਿੰਦਾ ਨਾ, ਸਾਡੇ ਕਾਲ ਸੈਂਟਰ ਤੋਂ ਨੰਬਰ ਲੈ ਕੇ ਮੰਡੇ, ਵੈਨਸਡੇ, ਫਰਾਈਡੇ 10 ਤੋਂ 11 ਕਾਲ ਕਰਕੇ ਡਾਕਟਰ ਨਾਲ ਗੱਲ ਕਰੋ। ਆਮ ਸ਼ੋਰ ਕੋਈ ਨਾ ਕੋਈ ਡਾਕਟਰ ਜੀ ਰਸਤਾ ਦਿਖਾਣਗੇ। ਡਾਕਟਰ ਜੀ ਜਦੋਂ ਇਹਨਾਂ ਨੂੰ ਹੁਣ ਸਾਹ ਚੜ੍ਹਦਾ, ਮੈਂ ਹਮੇਸ਼ਾ ਕਹਿੰਦਾ ਨਾ, ਜਦੋਂ ਵੀ ਕੋਈ ਤੁਸੀਂ ਕਾਲ ਕਰਦੇ ਹੋ ਕੋਸ਼ਿਸ਼ ਕਰਦੇ ਉਹਦੇ ਬਾਰੇ ਥੋੜ੍ਹੀ ਬਹੁਤੀ ਅਸੀਂ ਚਰਚਾ ਕਰੀਏ, ਕਿਉਂਕਿ ਮੇਰੇ ਦਿਮਾਗ 'ਚ ਵੀ ਕੋਈ ਸਵਾਲ ਆ ਜਾਂਦੇ ਨੇ, ਕਾਮਨ ਸੈਂਸ ਜਨਰਲ ਕੁਐਸਚਨ ਹੁੰਦੇ ਨੇ। ਇਹ ਜਦੋਂ ਇਹਨਾਂ ਨੂੰ ਸਾਹ ਚੜ੍ਹਦਾ, ਜ਼ਰੂਰੀ ਨਹੀਂ ਕਿ ਤੁਰਨ ਜਾਂ ਕੁਝ ਕਰਨ, ਬੈਠਿਆਂ ਨੂੰ ਵੀ ਚੜ੍ਹ ਜਾਂਦਾ? ਬੈਠਿਆਂ ਨੂੰ ਵੀ ਚੜ੍ਹ ਸਕਦਾ, ਡਿਪੈਂਡ ਕਰਦਾ ਕਿੰਨਾ ਕਿ ਜ਼ਿਆਦਾ ਲੰਗਸ ਡੈਮੇਜ ਹੋਏ ਆ। ਜੇ ਡੈਮੇਜ ਹੋਇਆ ਹੈ, ਰਾਈਟ, ਹਾਂਜੀ। ਤੇ ਉਹ ਕੀ ਉਹਦਾ ਮਤਲਬ ਬਰੀਥਿੰਗ ਸਿਸਟਮ ਉਹਨਾਂ ਦਾ ਖਰਾਬ ਹੋ ਜਾਂਦਾ, ਕੀ ਹੁੰਦਾ? ਸੋ ਕਈ ਬਿਮਾਰੀਆਂ ਲੱਗ ਸਕਦੀਆਂ ਫੇਫੜਿਆਂ ਨੂੰ, ਤੇ ਨੋਰਮਲੀ ਆਮ ਤਾਂ ਐਸਥਮਾ ਹੁੰਦਾ ਹੈ। ਹਾਂਜੀ, ਐਸਥਮਾ ਉਹ ਜ਼ਿਆਦਾ ਹੁੰਦਾ ਜਦੋਂ ਤੁਸੀਂ ਆਪਣੇ ਆਪ ਨੂੰ ਐਗਜ਼ਰਟ ਕਰਦੇ, ਕੋਈ ਕੰਮ ਕਰਦੇ ਆ, ਤੇ ਫਿਰ ਤੁਹਾਨੂੰ ਸਾਹ ਚੜ੍ਹਦਾ, ਜਾਂ ਐਲਰਜਿਕ ਹੁੰਦਾ, ਐਸਥਮਾ ਹੁੰਦਾ ਹੈ, ਵੀ ਕੋਈ ਨਾ ਕੋਈ ਤੁਹਾਨੂੰ ਜਿੱਦਾਂ ਹਾਊਸ ਡਸਟ ਹੁੰਦਾ ਹੈ ਜਾਂ ਕੋਈ ਫਾਈਬਰਸ ਹੁੰਦੇ ਆ, ਉਹ ਤੋਂ ਐਲਰਜਿਕ ਹੋ ਜਾਂਦੇ ਤੁਸੀਂ। ਤੇ ਜਦੋਂ ਵੀ ਤੁਸੀਂ ਉਸ ਕਮਰੇ ਵਿੱਚ ਜਾਂਦੇ ਜਾਂ ਪੈਟਸ ਕੋਲ ਜਾਂਦੇ ਆ, ਪੈਟਸ ਤੋਂ ਕਈਆਂ ਨੂੰ ਐਲਰਜਿਕ ਹੋ ਜਾਂਦਾ, ਤੁਹਾਡਾ ਸਾਹ ਰੁਕਣ ਲੱਗ ਪੈਂਦਾ। ਤੇ ਇੰਨਾ ਸੀਰੀਅਸ ਨਹੀਂ ਹੈਗਾ, ਉਹਦੇ ਲਈ ਇਨਹੇਲਰਸ ਕੰਮ ਕਰਦੇ ਆ, ਦਵਾਈਆਂ ਵੀ ਹੁੰਦੀਆਂ। ਤੇ ਇੱਕ ਹੁੰਦੀ ਹੈ COPD, ਹਾਂਜੀ, ਕ੍ਰੋਨਿਕ ਓਬਸਟਰਕਟਿਵ ਪਲਮੋਨਰੀ ਡਿਜ਼ੀਜ਼, ਉਹ ਥੋੜ੍ਹੀ ਜਿਹੀ ਜ਼ਿਆਦਾ ਸੀਰੀਅਸ ਆ। ਤੇ ਉਹ ਉੱਥੇ ਫਿਰ ਤੁਹਾਨੂੰ ਸਾਹ ਆਉਂਦਾ ਨਹੀਂ, ਭਾਵੇਂ ਤੁਸੀਂ ਕੋਈ ਫਿਜ਼ੀਕਲ ਕੰਮ ਵੀ ਨਹੀਂ ਕਰਦੇ, ਬੈਠਿਆਂ ਨੂੰ ਸਾਹ ਤੁਹਾਡਾ ਪ੍ਰੋਬਲਮ ਰਹਿੰਦਾ ਹੀ ਆ। ਹਾਂਜੀ ਹਾਂਜੀ, ਦੱਸ ਰਾਈਟ। ਸੋ ਕਈ ਤਰ੍ਹਾਂ ਦੇ ਇੱਦਾਂ ਦੇ ਪ੍ਰੋਬਲਮ ਹੁੰਦੇ ਲੰਗਸ ਦੇ, ਉਹ ਤਾਂ ਹੁਣ ਰਿਪੋਰਟ ਪੜ੍ਹ ਕੇ ਪਤਾ ਲੱਗੂਗਾ ਐਗਜ਼ੈਕਟਲੀ। ਬਿਲਕੁਲ ਬਿਲਕੁਲ, ਮੈਂ ਹਮੇਸ਼ਾ ਕਹਿੰਦਾ ਬਹੁਤ ਕੁਝ ਸਵਾਲ ਵਗੈਰਾ ਪੁੱਛਣੇ ਹੁੰਦੇ ਨੇ, ਬੜੇ ਪਰਸਨਲ ਸਵਾਲ, ਫਿਰ ਕੁਝ ਪਤਾ ਲੱਗਦਾ। ਡਾਕਟਰ ਜੀ ਜਿਹੜਾ ਹੁਣ ਹੈਗਾ ਇਹਦਾ ਸਾਹ ਵਗੈਰਾ ਦਾ ਵੀ, is it something to do with the lack of exercise as well? ਲੈਕ ਆਫ ਐਕਸਰਸਾਈਜ਼ ਵੀ ਹੋ ਜਾਂਦਾ, ਹਾਂਜੀ, ਦੈਟਸ ਰਾਈਟ। ਕਿ ਜੇ ਤੁਸੀਂ ਫਿਟਨੈਸ ਤੁਹਾਡੀ ਹੈ ਨਹੀਂ ਗੀ ਬਿਲਕੁਲ, ਹਾਂ, ਤੁਸੀਂ ਕੋਈ ਐਕਟੀਵਿਟੀ ਨਹੀਂ ਕਰਦੇ, ਤੇ ਫਿਰ ਤੁਸੀਂ ਅਨਫਿਟ ਹੋ ਜਾਂਦੇ ਆ। ਹਾਂਜੀ, ਤੇ ਅਨਫਿਟ ਹੋਣ ਦੇ ਨਾਲ ਤੁਸੀਂ ਫਿਰ ਥੋੜ੍ਹਾ ਜਿਹਾ ਪੌੜੀਆਂ ਵੀ ਚੜ੍ਹਦੇ, ਤੁਹਾਨੂੰ ਸਾਹ ਚੜ੍ਹ ਜਾਂਦਾ ਹੈ। ਹਾਂਜੀ, ਸੋ ਐਕਟੀਵਿਟੀ, ਫਿਜ਼ੀਕਲ ਐਕਟੀਵਿਟੀ ਚਾਹੀਦੀ ਹੈ, ਜਿੰਨਾ ਤੁਹਾਡਾ ਫਿਟਨੈਸ ਰਵੇ। ਵਾਕ ਜ਼ਰੂਰੀ ਆ ਰੋਜ਼ ਦੀ।
ਡਾਕਟਰ ਇੱਕ ਤੇ ਵੈਦਰ ਇਸ ਕੰਟਰੀ ਦਾ ਬਿਲਕੁਲ ਅਲਾਉ ਨਹੀਂ ਕਰਦਾ ਬੜਾ ਕੁਝ ਕਰਨ ਲਈ। ਇਨਸਾਨ ਬੈਠਾ ਬੈਠਾ ਡਿੱਗਾ ਘਰ ਰੱਖਿਆ, ਰੂਮ ਰੱਖਿਆ, ਉਹਨੂੰ ਉਹਦੀ ਕੰਫਰਟ 'ਚ ਬੈਠ ਕੇ ਨਾ ਉਹ ਉੱਠਣ ਨੂੰ ਦਿਲ ਵੀ ਨਹੀਂ ਕਰਦਾ। ਕਿ ਮੈਂ ਕਈ ਦਫਾ ਬੜੇ ਲੋਕ ਆ, ਤੁਸੀਂ ਮੈਨੂੰ ਐਗਰੀ ਕਰੋਗੇ, ਕਈ ਬੰਦੇ ਕਹਿੰਦੇ ਮੈਂ ਬਾਥਰੂਮ ਜਾਣਾ, ਮੈਂ ਜਾਣਾ ਠਹਿਰ ਕੇ ਜਾਣਾ, ਉਹਨੂੰ ਡਿਲੇ ਕਰੀ ਜਾਂਦੇ ਨੇ ਤੇ ਉਹ ਵੀ ਤੇ ਡੈਮੇਜ ਕਰਦਾ ਨਾ ਬੋਡੀ ਨੂੰ ਜਦੋਂ ਤੁਸੀਂ ਰੋਕਦੇ ਹੋ। ਦੈਟਸ ਰਾਈਟ। ਉਹ ਤੁਹਾਡਾ ਇਹ ਨੈਚੁਰਲ ਫੀਲਿੰਗ ਆਉਂਦਾ ਹੈ ਵੀ ਇਟਸ ਟਾਈਮ ਟੂ ਗੋ, ਹੈ ਨਾ, ਟਾਈਮ ਟੂ ਗੋ। ਹਾਂਜੀ, ਬੋਡੀ ਦੱਸ ਰਹੀ ਹੈ, ਬੋਡੀ ਤੁਹਾਨੂੰ ਦੱਸ ਰਹੀ ਆ, ਤੁਸੀਂ ਰੈਜ਼ਿਸਟ ਕਰੀ ਜਾਂਦੇ, ਉਹ ਫਿਰ ਜਿਹੜਾ ਇੰਪਲਸ ਆ ਉਹ ਕੰਮ ਹੋਣ ਲੱਗ ਪੈਂਦਾ ਆ। ਹਾਂਜੀ, ਸੋ ਜਿੱਦਾਂ ਕਈ ਹੈਗੇ ਪਏ ਉਹਨਾਂ ਨੂੰ ਟੋਇਲਟ ਆਈ ਹੁੰਦੀ ਆ, ਉਹਨਾਂ ਨੂੰ ਹੋਲਡ ਕਰਨਾ ਪੈਂਦਾ ਹੈ, ਉਹਨਾਂ ਨੂੰ ਕੌਨਸਟੀਪੇਸ਼ਨ ਹੋ ਸਕਦੀ ਹੈ ਕਰਕੇ ਉਹ ਫਿਰ ਜਿਹੜਾ ਨੈਚੁਰਲ ਅਰਜ ਆ ਤੁਸੀਂ ਉਹਨੂੰ ਦਵਾਈ ਜਾਂਦੇ ਆ। ਹਾਂਜੀ ਡਾਕਟਰ ਜੀ, ਬੜੀ ਕਮਾਲ ਦੀ ਗੱਲ ਹੈ। ਮੇਰੇ ਦੇਖੋ ਦਿਮਾਗ ਇੱਕ ਤਰ੍ਹਾਂ ਦਾ ਸੈਂਸਰ ਹੈਗੇ ਨੇ ਇਹ ਸੈਂਸਰ ਤੁਹਾਨੂੰ ਦੱਸਦਾ ਕਿ ਮੈਨੂੰ ਇਹਦੀ ਲੋੜ ਹੈ, ਇਹਦੀ ਲੋੜ ਹੈਗੀ ਹੈ। ਤੁਸੀਂ ਉਹ ਸੈਂਸਰ ਨੂੰ ਇਗਨੋਰ ਕਰੀ ਜਾਂਦੇ ਹੋ ਤੇ ਉਹ ਫਿਰ ਕੰਮ ਘੱਟ ਕਰਨਾ ਸ਼ੁਰੂ ਕਰਨਗੇ। ਐਗਜ਼ੈਕਟਲੀ, ਦੈਟਸ ਰਾਈਟ। ਸੈਂਸਿਟੀਵਿਟੀ ਜਿਹੜੀ ਉਹ ਘਟ ਜਾਂਦੀ ਫਿਰ। ਇਹ ਕਾਰਨ ਦੀ ਟੈਕਨੋਲੋਜੀ ਹੈ, ਬਿਲਕੁਲ ਸੇਮ ਚੀਜ਼। ਉੱਥੇ ਤਾਂ ਲਾਈਟ ਆ ਜਾਂਦੀ ਹੈ। ਬੜਾ ਤੁਸੀਂ ਵਰਡ ਜਿਹੜਾ ਸੈਂਸਰ ਵਰਤਿਆ ਬਹੁਤ ਐਗਜ਼ੈਕਟ ਵਰਡ ਆ ਇਹ। ਨਹੀਂ ਭਾਜੀ ਹੈ ਨਾ, ਕਿਉਂਕਿ ਮੈਂ ਜਿੱਦਾਂ ਮੈਂ ਕਾਰ ਨੂੰ ਤੇ ਬੋਡੀ ਨੂੰ ਨਾ ਇੱਕ ਇਕੱਠੇ ਬਰਾਬਰ ਖੜੀ ਕਰਕੇ ਨਾ ਤੇ ਉਹਦੇ ਲਫ਼ਜ਼ ਮੈਂ ਯੂਜ਼ ਕਰਦਾ, 1 ਮਿੰਟ ਹੀ ਰਹਿੰਦਾ, ਮੈਂ ਗੱਲ ਖਤਮ ਕਰ ਲੈਂਦਾ। ਲੇਕਿਨ ਇਹ ਜਿਹੜੇ ਤੁਹਾਡੇ ਬੋਡੀ ਸਾਰੇ ਸੈਂਸਰ ਹੀ ਤੁਹਾਨੂੰ ਦੱਸਦੇ ਕਿਤੇ ਕੀ ਹੋ ਰਿਹਾ। ਪੇਨ ਹੋਈ, ਕਿਸੇ ਨੇ ਚੁੱਡੀ ਵੱਡੀ, ਕੋਈ ਪਿੰਨ ਲੱਗ ਗਿਆ ਤੁਹਾਡੇ, ਉਹੀ ਦੱਸਦੀ ਹੈ ਤੁਹਾਨੂੰ। ਐਗਜ਼ੈਕਟਲੀ ਸੈਂਸਰ ਹੀ ਬਣਿਆ। ਹਾਂਜੀ, ਕੀ ਬਾਤ ਹੈ। ਮੈਂ ਉਮੀਦ ਰੱਖਦਾ ਤੁਹਾਨੂੰ ਪ੍ਰੋਗਰਾਮ ਅੱਛਾ ਲੱਗਿਆ ਹੋਇਆ। ਪਲੀਜ਼ ਮੈਂ ਹਮੇਸ਼ਾ ਕਹਿੰਦਾ ਆਪਣਾ ਫੀਡਬੈਕ ਦਿਆ ਕਰੋ, ਕਾਲ ਕਰੋ, ਕਿਹੜੀ ਬਿਮਾਰੀ ਦੇ ਡਾਕਟਰ ਜੀ ਨੂੰ ਮੈਂ ਸਵਾਲ ਪੁੱਛਾਂ ਤੇ ਉਹਦੇ ਬਾਰੇ ਅਸੀਂ ਗੱਲਬਾਤ ਕਰੀਏ। ਜਿੱਥੇ ਵੀ ਤੁਸੀਂ ਆਪਣੀ ਕੰਫਰਟ 'ਚ ਘਰ ਬੈਠੇ ਹੋ, ਸੁਣ ਕੇ ਕੁਛ ਨਾ ਕੁਛ ਤੁਹਾਡੇ ਨਾਲ ਫਾਇਦਾ ਹੋ ਸਕੇ। ਪਰ ਬਹੁਤ ਜ਼ਿਆਦਾ ਆਪਣੀ ਸਾਡਾ ਪ੍ਰੋਗਰਾਮ ਦੇਖ ਲਿਆ, ਕੰਫਰਟ 'ਚ ਨਹੀਂ ਬੈਠਣਾ, ਉੱਠ ਕੇ ਕੁਝ ਕੰਮ ਕਰੋ, ਤੁਰੋ ਫਿਰੋ। ਡਾਕਟਰ ਜੀ ਐਕਸਰਸਾਈਜ਼ ਬੜੀ ਇੰਪੋਰਟੈਂਟ ਹੈਗੀ। ਐਕਸਰਸਾਈਜ਼ ਬੜੀ ਇੰਪੋਰਟੈਂਟ ਆ ਤੇ ਘੇ ਖਾਣਾ ਬੜਾ ਇੰਪੋਰਟੈਂਟ ਆ। ਉਹ ਵੀ ਇੰਪੋਰਟੈਂਟ ਹੈ। ਵਿਟਾਮਿਨਸ ਵੀ ਮਿਲਦੇ, ਮਿਨਰਲਸ ਵੀ ਮਿਲਦੇ ਆ ਤੇ ਫੈਟ ਸੋਲੂਬਲ ਵਿਟਾਮਿਨਸ ਜਿਹੜੇ A, D, E, K, ਇਹ ਐਬਜ਼ੌਰਪਸ਼ਨ ਉਹ ਫੈਟ ਨਾਲ ਹੀ ਹੁੰਦੇ ਆ। ਥੈਂਕ ਯੂ। ਨੈਕਸਟ ਵੀਕ ਸੇਮ ਟਾਈਮ ਤੇ ਮੁਲਾਕਾਤ ਹੋਏਗੀ। ਆਪਣੇ ਸਿਹਤ ਦਾ ਖਿਆਲ ਰੱਖੋ। ਤਬ ਤੱਕ ਰੱਬ ਰੱਖਾ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।